जिसमें है अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री सतगुर शब्द कमाए जिन जीते पंच विकार। तिन संतन को बंदना सिर चरणन पग धार। दोहरा श्री सतगुर के शब्द मह रचे जे सिख सुख संग। तिन चरणन पर बंदना करो सदा सो उमंग। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोहरा श्री सतगुर के शब्द मह रचे जे सिख सुख संग। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 15ਵਾਂ ਉਤਰਾਰਧ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ, ਅਰਦਾਸ ਕਰਦੇ ਹਨ। श्री सतगुर के शब्द मह ਸ੍ਰੀ ਜੋ ਮਾਇਆ ਦਾ ਪਤੀ ਪਰਮੇਸ਼ਰ, ਜੋ ਆਪ ਗੁਰੂ ਨਾਨਕ ਰੂਪ ਸੱਚਾ ਗੁਰੂ ਮਹਾਰਾਜ ਆਪ ਪਰਮੇਸ਼ਰ ਨੇ ਆਪਣਾ ਸਰਗੁਣ ਰੂਪ ਧਾਰ ਕੇ ਗੁਰੂ ਨਾਨਕ ਰੂਪ ਹੋ ਕੇ ਜੋ ਸ਼ਬਦ ਦਾ ਉਚਾਰਨ ਕੀਤਾ, ਜੋ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਉਸ ਸ਼ਬਦ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਤਮਕ ਜਿਹੜੇ ਰੰਗ ਦੇ ਵਿੱਚ ਆਤਮਕ ਸਰੂਪ ਨੂੰ ਹੀ ਪ੍ਰਗਟ ਕੀਤਾ ਹੈ। रचे जे सिख सुख संग। ਉਸ ਸ਼ਬਦ ਦੇ ਵਿੱਚ ਜੋ ਸਿੱਖ ਆਪਣੀ ਮਨੋ ਬਿਰਤੀਆਂ ਕਰਕੇ ਰਚੇ ਮਿਲੇ ਹੋਏ ਹਨ, ਜਿਹੜੇ ਸ਼ਬਦ ਦੇ ਵਿੱਚ ਆਪਣੀਆਂ ਜਿਹੜੀਆਂ ਹਨ ਆਪਣੇ ਜੀਵਨ ਨੂੰ ਜਿਨ੍ਹਾਂ ਨੇ ਉਸ ਸ਼ਬਦ ਦੇ ਵਿੱਚ ਰਚ ਲਿਆ ਹੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਰੂਪੀ ਉਪਦੇਸ਼ ਨੂੰ ਕਮਾ ਕਰਕੇ ਉਹ ਸਿੱਖ ਜੋ ਸੁੱਖ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ, ਤਿੰਨ ਚਰਨਨ ਪਰ ਬੰਦਨਾ। ਉਹਨਾਂ ਵਡਭਾਗੇ ਗੁਰਸਿੱਖਾਂ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਐਸੇ ਗੁਰਸਿੱਖਾਂ ਦੇ ਚਰਨਾਂ ਨੂੰ ਮੈਂ ਆਪਣੇ ਮੱਥਾ ਜੋ ਮੇਰਾ ਸਿਰ ਹੈ ਉਹਨਾਂ ਦੇ ਚਰਨਾਂ ਤੇ ਝੁਕਾਉਂਦਾ ਹਾਂ। ਕਰੋ ਸਦਾ ਸੋ ਉਮੰਗ। ਸਦਾ ਵਾਸਤੇ ਹੀ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ ਉਤਸ਼ਾਹ ਦੇ ਨਾਲ, ਜਿਨ੍ਹਾਂ ਤੋਂ ਮੈਨੂੰ ਉਹਨਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ, ਜਿਹਦੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜੋ ਇਹ ਕਥਾ ਹੈ ਉਹ ਲਿਖਣ ਦੇ ਵਿੱਚ ਮੈਨੂੰ ਸਹਾਇਤਾ ਮੈਨੂੰ ਮਿਲਦੀ ਹੈ, ਗਿਆਨ ਪ੍ਰਾਪਤ ਹੁੰਦਾ ਹੈ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਅੰਗਦ ਸੁਨੀਏ ਗੁਣ ਭਵਨੰ। ਭਾਈ ਬਾਲਾ ਜੀ ਜੋ ਇਹ ਕਥਾ ਸੁਣਾ ਰਹੇ ਹਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਵਿਖੇ। ਭਾਈ ਬਾਲਾ ਜੀ ਕਹਿੰਦੇ ਹਨ, ਹੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਸਾਰੇ ਗੁਣਾਂ ਦੇ ਘਰ ਹੋ, ਦਾ ਹਾਊਸ ਆਫ ਆਲ ਵਰਚੂਸ ਹੋ। ਤੁਸੀਂ ਸਭ ਕੁਝ ਹੋ। ਇਸ ਕਰਕੇ ਸਤਿਗੁਰੂ ਜੀ ਮੇਰੀ ਬੇਨਤੀ ਹੈ, ਆਗਿਆ ਕੀਨ ਗੁਰੂ ਪੁਨ ਗਵਨੰ। ਮਹਾਰਾਜ ਤੋਂ ਆਗਿਆ ਲੈ ਕੇ ਭਾਈ ਬਾਲਾ ਜੀ ਇਹ ਕਥਾ ਨੂੰ ਅੱਗੇ ਸੁਣਾਉਂਦੇ ਹਨ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾਣਾ ਕੀਤਾ। ਜਾਤ ਪੰਥ ਮਹਿ ਖੇਤ ਨਿਹਾਰਾ। ਤੇ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਖੇਤ, ਇੱਕ ਫੀਲ ਆਈ, ਜਿਹਦੇ ਵਿੱਚ ਜਿਹੜੇ ਹਨ ਕੁਝ ਬੀਜਿਆ ਹੋਇਆ ਸੀ। ਉਹ ਖੇਤ ਆਏ ਜਿਹੜੇ ਕਿ ਬੋਏ ਹੋਏ ਸਨ, ਜਿਨ੍ਹਾਂ ਦੇ ਵਿੱਚ ਬੀਜ ਬੀਜਿਆ ਹੋਇਆ ਤੇ ਉੱਗਿਆ ਹੋਇਆ ਸੀ। ਪਾਕੇ ਚਨੇ ਖਰੇ ਇੱਕ ਸਾਰਾ। ਤੇ ਉਸ ਖੇਤ ਵਿੱਚ ਕੀ ਬੀਜਿਆ ਸੀ? ਕਹਿੰਦੇ ਜਿਹੜੇ ਛੋਲੇ ਹਨ, ਚਣੇ ਜਿਨ੍ਹਾਂ ਨੂੰ ਵੀ ਕਹਿ ਦਿੰਦੇ ਹਨ, ਜਾਂ ਚਿਕ ਪੀਸ ਕਹਿ ਲਈਏ। ਸੋ ਉਹ ਇੱਕ ਸਾਰ ਉਹਨਾਂ ਦੇ ਛੋਟੀਆਂ ਬੂਟੀਆਂ ਖੜੀਆਂ ਹੋਈਆਂ ਸਨ ਖੇਤ ਵਿੱਚ। ਵਿਖ ਮਰਦਾਨੇ ਹਿਰਦੈ ਲੁਭਾਇਆ। ਭਾਈ ਮਰਦਾਨੇ ਨੇ ਜਦੋਂ ਇਹ ਹਰਿਆ ਭਰਿਆ ਖੇਤ ਜੋ ਪੱਕੇ ਹੋਏ ਛੋਲੇ ਦੇਖੇ ਹਰ ਥਾਂ ਦੇ ਉੱਤੇ, ਇਹ ਜਿਹੜੇ ਹਨ ਉਹਨੇ ਦੇਖ ਕਰਕੇ ਮਨ ਵਿੱਚ ਇੱਕ ਜਿਹੜੀਆਂ ਹਨ ਉਹ ਮੰਗ ਆਈ, ਉਹਨਾਂ ਦੇ ਮਨ ਵਿੱਚ ਇੱਕ ਇੱਛਾ ਜਾਗੀ। ਸ੍ਰੀ ਨਾਨਕ ਸੰਗ ਬੈਨ ਅਲਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ, ਭਾਈ ਮਰਦਾਨੇ ਨੇ, ਖੇਤ ਚਨਨ ਕੋ ਬਹੁ ਫਲ ਲਾਗਿਓ। ਪਾਤਸ਼ਾਹ ਜੀ ਦੇਖੋ ਤਾਂ ਸਹੀ, ਇਹ ਖੇਤ ਜਿਹੜਾ ਹੈ ਚਣਿਆਂ ਨਾਲ ਭਰਿਆ ਪਿਆ ਹੈ। ਕਿੰਨੀਆਂ ਸੋਹਣੀਆਂ ਬੂਟੀਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੇ ਉੱਤੇ ਛੋਲੇ ਕਿੰਨੇ ਸੁੰਦਰ ਲੱਗਦੇ ਹਨ, ਤੇ ਇਹ ਛੋਲੇ ਪੱਕੇ ਹੋਏ ਲੱਗਦੇ ਹਨ। ਕਿਤੇ ਚਾਬਨ ਮਮ ਮਨ ਅਨੁਰਾਗਿਓ। ਪਾਤਸ਼ਾਹ ਜੀ ਮੇਰਾ ਜੀ ਕਰਦਾ ਕਿ ਇਹਨਾਂ ਨੂੰ ਚੱਬ ਲਈਏ, ਇਹਨਾਂ ਨੂੰ ਆਪਾਂ ਛਕ ਲਈਏ। ਦੇਖੋ ਦੇਖਣ ਨੂੰ ਕਿੰਨੇ ਸੁੰਦਰ ਲੱਗਦੇ ਹਨ, ਤੇ ਮੇਰਾ ਅੱਜ ਜੀ ਕਰਦਾ ਕਿ ਮੈਂ ਇਹ ਚਣੇ ਜਿਹੜੇ ਹਨ ਛਕ ਲਵਾਂ, ਖਾ ਲਵਾਂ, ਇਹਨਾਂ ਨੂੰ ਚੱਬ ਲਵਾਂ, ਚੂ ਕਰ ਲਵਾਂ ਆਪਣੇ ਮੂੰਹ ਵਿੱਚ। ਆਇਸ ਦੇਹੋ ਸੋ ਬੂਟ ਉਖਾਰੋ। ਪਾਤਸ਼ਾਹ ਜੀ ਆਗਿਆ ਦੇ ਦਿਓ, ਤਾਂ ਕਰਕੇ ਮੈਂ ਜਾ ਕੇ ਇੱਕ ਦੋ ਬੂਟੇ ਪੁੱਟ ਕੇ ਇਹਨਾਂ ਵਿੱਚੋਂ ਛੋਲੇ ਜਿਹੜੇ ਮੈਂ ਬਾਹਰ ਕੱਢ ਲਵਾਂ।
ਛੋਲੇ ਜਿਹੜੇ ਮੈਂ ਇਕੱਠੇ ਕਰ ਲਵਾਂ। ਇਹ ਠਾ ਅਗਨ ਜਗਾਏ ਸਵਾਰੋਂ। ਤੇ ਪਾਤਸ਼ਾਹ ਜੀ ਮੈਂ ਇੱਥੇ ਹੀ ਜਿਹੜੀਆਂ ਹਨ ਲੱਕੜਾਂ ਜਿਹੜੀਆਂ ਸੁੱਕੀਆਂ ਹੋਈਆਂ ਪਈਆਂ ਹਨ ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਚੁੱਲ੍ਹਾ ਜਿਹਾ ਬਣਾ ਕੇ ਉਹਦੇ ਉੱਤੇ ਮੈਂ ਇਹਨਾਂ ਨੂੰ ਜਿਹੜਾ ਹੈ ਉਬਾਲ ਲਵਾਂ, ਇਹਨਾਂ ਨੂੰ ਉਬਾਲਾ ਦੇ ਦੇਵਾਂ, ਇਹਨਾਂ ਨੂੰ ਪਕਾ ਲਵਾਂ, ਇਹਨਾਂ ਨੂੰ ਖਾਣ ਵਾਸਤੇ ਮੈਂ ਤਿਆਰ ਕਰ ਲਵਾਂ। ਸੁਨ ਬਿਗਸੇ ਬੇਦੀ ਕੁਲ ਦੀਪਾ। ਇਹ ਬੇਨਤੀ ਨੂੰ ਸੁਣ ਕਰਕੇ ਭਾਈ ਮਰਦਾਨੇ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਆਨੰਦ ਵਿੱਚ ਆਏ। ਮਹਾਰਾਜ ਕੁਝ ਹੱਸਣ ਲੱਗ ਪਏ, ਮੁਸਕਰਾ ਪਏ। ਬੈਠ ਗਏ ਤਹਿ ਖੇਤ ਸਮੀਪਾ। ਸਤਿਗੁਰੂ ਜੀ ਭਾਈ ਮਰਦਾਨੇ ਦੀ ਇੱਛਾ ਨੂੰ ਪੂਰੀਆਂ ਕਰਨ ਵਾਸਤੇ ਸਤਿਗੁਰਾਂ ਨੇ ਉੱਥੇ ਹੀ ਖੇਤ ਦੇ ਵਿੱਚ ਆਪਣਾ ਜਿਹੜਾ ਡੇਰਾ ਲਾ ਲਿਆ। ਪਾਤਸ਼ਾਹ ਜੀ ਉੱਥੇ ਹੀ ਬੈਠ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ। ਤਹਿ ਇੱਕ ਬਾਲਕ ਥੋ ਰਖਵਾਰਾ। ਉੱਥੇ ਇੱਕ ਬਾਲਕ ਜੋ ਇਹ ਖੇਤ ਦਾ ਰਖਵਾਲਾ ਸੀਗਾ, ਜੋ ਇਹ ਖੇਤ ਨੂੰ ਗੱਟ ਕਰਦਾ ਸੀਗਾ ਤਾਂ ਕਰਕੇ ਕੋਈ ਜਾਨਵਰ ਨਾ ਚਰ ਜਾਵੇ ਜਾਂ ਕੋਈ ਚਿੜੀ ਨਾ ਆ ਕੇ ਇਹਨਾਂ ਨੂੰ ਖਾ ਜਾਵੇ, ਖਰਾਬ ਕਰ ਜਾਵੇ। ਉਹ ਇੱਕ ਬਾਲਕ, ਇੱਕ ਬੱਚਾ ਸੀਗਾ। ਸੋ ਇਹ ਬਾਲਕ ਜਿਹੜਾ ਸੀਗਾ ਇਹ ਰਖਵਾਲਾ ਉੱਥੇ ਛੱਡਿਆ ਹੋਇਆ ਸੀ। ਸ੍ਰੀ ਗੁਰੂ ਕੋ ਤਿਨ ਦਰਸ ਨਿਹਾਰਾ। ਉਸ ਬਾਲਕ ਨੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਹਿਰਦਾ ਨਿਰਮਲ ਭਇਓ ਬਿਸਾਲਾ। ਉਸੇ ਵੇਲੇ ਉਸ ਬੱਚੇ ਦਾ ਜੋ ਹਿਰਦਾ ਹੈ, ਹਿਰਦਾ ਹੈ, ਉਹ ਨਿਰਮਲ ਹੋ ਗਿਆ, ਉਹਦੇ ਵਿੱਚੋਂ ਗਿਆਨ ਪ੍ਰਗਟ ਹੋ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੱਕ ਵਾਰ ਹੀ ਦਰਸ਼ਨ ਕੀਤੇ, ਇਹ ਬਾਲਕ ਨਿਹਾਲ ਹੋ ਗਿਆ, ਇਹਦਾ ਮਨ ਨਿਰਮਲ ਹੋ ਗਿਆ, ਇਹਨੂੰ ਗਿਆਨ ਜਿਹੜਾ ਹੈ ਫੁਰਨ ਲੱਗ ਪਿਆ। ਅਸ ਕਾਰਜ ਕੀਨੋ ਤਹਿ ਕਾਲਾ। ਉਸ ਵੇਲੇ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਣਾ ਕੀਤੀ ਤੇ ਐਸਾ ਉਸਨੇ ਕਾਰਜ ਕੀਤਾ। ਉਸ ਵੇਲੇ ਉਸ ਬੱਚੇ ਨੇ ਆਪਣੇ ਕਰਸੋਂ ਬੂਟ ਉਖਾਰੇ। ਉਹਨੇ ਕੀ ਕੀਤਾ, ਆਪਣੇ ਹੱਥੀਂ ਹੀ, ਹਜੇ ਕੁਝ ਨਹੀਂ ਕਿਹਾ, ਨਾ ਭਾਈ ਮਰਦਾਨੇ ਨੇ ਕੁਝ ਕਿਹਾ, ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਝ ਕਿਹਾ। ਉਸ ਬਾਲਕ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹ ਜਾਣਦਾ ਹੀ ਸੀਗਾ। ਉਹਨੇ ਕੀ ਕੀਤਾ, ਆਪਣੇ ਹੱਥੀਂ ਉਹ ਖੇਤ ਵਿੱਚੋਂ ਇੱਕ ਦੋ ਬੂਟੇ ਪੁੱਟ ਦਿੱਤੇ। ਪਾਵਕ ਬਾਰੀ ਖਰੇ ਸਵਾਰੇ। ਉਸ ਬੱਚੇ ਨੇ ਅੱਗ ਲਾ ਕੇ ਉਸ ਛੋਲਿਆਂ ਨੂੰ ਸਵਾਰਨਾ ਕੀਤਾ, ਮਤਲਬ ਉਹਨਾਂ ਨੂੰ ਪਕਾਇਆ। ਸ੍ਰੀ ਗੁਰ ਆਗੇ ਧਰੇ ਸੋ ਜਾਈ। ਜਦੋਂ ਇਹ ਛੋਲੇ ਖਾਣ ਯੋਗ ਹੋ ਗਏ, ਖਾਣ ਦੇ ਜਿਹੜੇ ਹਨ ਲਾਇਕ ਹੋ ਗਏ, ਪੱਕ ਗਏ, ਬਣ ਗਏ, ਤਾਂ ਉਹਨੇ ਸਾਰੇ ਇਕੱਠੇ ਕਰਕੇ ਇੱਕ ਭਾਂਡੇ ਵਿੱਚ ਪਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਗਰਮ ਲਿਆ ਕੇ ਰੱਖ ਦਿੱਤੇ ਤੇ ਮੱਥਾ ਟੇਕਿਆ। ਬੈਠਿਓ ਨਿਕਟ ਆਪ ਹਿਤ ਲਾਏ। ਤੇ ਆਪ ਉਹ ਬੱਚਾ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਹੀ ਬੈਠ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਤੇ ਬੇਨਤੀ ਕੀਤੀ। ਸ੍ਰੀ ਪ੍ਰਭ ਕਹੈ ਲੇਹੋ ਮਰਦਾਨੇ। ਉਸ ਦੀ ਬੇਨਤੀ ਨੂੰ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਵੱਲ ਦੇਖ ਕੇ ਕਿਹਾ ਕਿ ਮਰਦਾਨਿਆ ਲੈ ਸ਼ਕਲਾ ਹੁਣ। ਚਾਹਿਤ ਜੇ ਹਿਰਦੇ ਕਰਹੋ ਸੇ ਖਾਨੇ। ਦੇਖੋ ਜਿਹੜੀ ਚਾਹਨਾ ਤੇਰੇ ਹਿਰਦੇ ਵਿੱਚ ਜਾਗੀ ਸੀ, ਇੱਛਾ ਤੇਰੇ ਹਿਰਦੇ ਵਿੱਚ ਜਾਗੀ ਸੀ, ਤੂੰ ਹੁਣ ਉਹ ਇਹ ਛੋਲੇ ਚਣੇ ਖਾ ਕੇ ਆਪਣੀ ਇੱਛਾ ਨੂੰ ਪੂਰੀ ਕਰ ਲਾ। ਆਏ ਸਮਾਨੀ ਕੀਨ ਚਬੀਣਾ। ਕੀ ਹੋਇਆ, ਭਾਈ ਮਰਦਾਨੇ ਨੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਮੰਨ ਕਰਕੇ ਜਿਹੜੇ ਛੋਲੇ ਹਜੇ ਗਰਮ ਸਨ ਉਹਨਾਂ ਨੂੰ ਚੁੱਕ ਕਰਕੇ ਆਪਣੇ ਮੂੰਹ ਵਿੱਚ ਪਾ ਕੇ ਚੱਬਣਾ ਸ਼ੁਰੂ ਕਰ ਦਿੱਤਾ। ਸਰਬ ਨਿਬੇਰ ਸਵਾਦ ਬਹੁ ਲੀਨਾ। ਕਹਿਣ ਲੱਗੇ ਭਾਈ ਮਰਦਾਨੇ ਨੇ ਕੀ ਕੀਤਾ, ਸਾਰਾ ਭਾਂਡਾ ਹੀ ਖਾਲੀ ਕਰ ਦਿੱਤਾ। ਇੰਨਾ ਸਵਾਦ ਲੱਗੇ, ਉਹਨਾਂ ਨੇ ਸਾਰੇ ਛਕ ਲਏ, ਚੰਗੀ ਤਰ੍ਹਾਂ ਛਕ ਕਰਕੇ ਬੜਾ ਸਵਾਦ ਲਿਆ। ਉਹਨਾਂ ਨੂੰ ਬੜਾ ਸਵਾਦ ਵੀ ਆਇਆ ਉਸ ਚਨਿਆਂ ਦਾ। ਖਾ ਕੇ ਭਾਈ ਮਰਦਾਨਾ ਬੜਾ ਖੁਸ਼ ਹੋਇਆ। ਪੁਨ ਬਾਲਕ ਕੇ ਅਸ ਉਰ ਆਈ। ਸੋ ਫਿਰ ਇਹ ਬਾਲਕ ਦੇਖਦਾ ਹੈ ਵੀ ਮੈਂ ਦਿੱਤਾ ਤਾਂ ਇਹ ਸੰਤਾਂ ਨੂੰ ਸੀਗਾ, ਤੇ ਨਾ ਕਹਿੰਦੇ ਇਹ ਭਾਈ ਬਾਲੇ ਨੇ ਛਕਿਆ ਹੈ, ਨਾ ਕਿ ਜਿਹੜਾ ਹੈ ਭਾਈ ਭਾਈ ਬਾਲੇ ਨੇ ਛਕਿਆ, ਨਾ ਗੁਰੂ ਨਾਨਕ ਨੇ ਛਕਿਆ। ਸਭ ਜਿਹੜੇ ਹਨ ਭਾਈ ਮਰਦਾਨਾ ਹੀ ਇਕੱਲਾ ਛਕ ਗਿਆ। ਇਹ ਦੇਖ ਕਰਕੇ ਉਹ ਬਾਲਕ ਦੇ ਮਨ ਦੇ ਵਿੱਚ, ਹਿਰਦੇ ਵਿੱਚ ਇੱਕ ਇੱਛਾ ਜਾਗੀ, ਇੱਕ ਉਹਨੂੰ ਆਈਡੀਆ ਮਿਲਿਆ। ਕਛ ਭੋਜਨ ਅੰਨ ਹੋ ਘਰ ਜਾਏ। ਉਹਨੇ ਇਹ ਖਿਆਲ ਕੀਤਾ, ਚਲੋ ਮੈਂ ਇਹ ਜਿਹੜਾ ਹੈ, ਉਹਨੇ ਇਹ ਖਿਆਲ ਕੀਤਾ ਕਿ ਤਾਂ ਗੁਰੂ ਨਾਨਕ ਸਾਹਿਬ ਨੂੰ ਚਣੇ ਨਾ ਚੰਗੇ ਲੱਗਦੇ ਹੋਣ, ਭਾਈ ਬਾਲੇ ਨੂੰ ਨਾ ਚੰਗੇ ਲੱਗਦੇ ਹੋਣ। ਉਹਨੇ ਇਹ ਸੋਚਿਆ, ਕਹਿੰਦਾ ਮੈਂ ਕੁਝ ਭੋਜਨ ਜਿਹੜਾ ਬਣਿਆ ਹੋਇਆ ਖਾਣਾ ਹੈ, ਪਕਵਾਨ ਹਨ, ਮੈਂ ਆਪਣੇ ਘਰੋਂ ਲੈ ਕੇ ਆ ਜਾਂਦਾ, ਜੋ ਬਣਿਆ ਹੋਊਗਾ ਘਰੇ ਮੈਂ ਉਹਨਾਂ ਨੂੰ ਹੀ ਚੱਕ ਕੇ ਲਿਆਉਂਦਾ ਹਾਂ ਤੇ ਇਹਨਾਂ ਦੇ ਅੱਗੇ ਰੱਖ ਕੇ ਇਹਨਾਂ ਨੂੰ ਛਕਾਉਂਦਾ ਹਾਂ। ਦੇਵ ਹੋ ਸੰਤਨ ਅਹੈ ਛੁਦਾਤਰ। ਦੇਖੋ ਕਹਿੰਦੇ ਮੈਂ ਸੰਤਾਂ ਨੂੰ ਜ਼ਰੂਰ ਕੋਈ ਨਾ ਕੋਈ ਭੋਜਨ ਲਿਆ ਕੇ ਦੇਣਾ। ਉਹ ਬਾਲਕ ਦੀ ਐਸੀ ਤੀਬਰ ਇੱਛਾ ਜਾਗੀ, ਕਹਿੰਦੇ ਮੈਂ ਜ਼ਰੂਰ ਹੀ ਕੋਈ ਨਾ ਕੋਈ ਖਾਣਾ ਤਾਂ ਲਿਆ ਕੇ ਦੇਣਾ ਹੀ ਹੈ।
ਕਹਿੰਦੇ ਕਿਉਂਕਿ ਜ਼ਰੂਰ ਭੁੱਖੇ ਹੋਣੇ ਹਨ, ਕਿਉਂਕਿ ਉਹਨਾਂ ਨੇ ਭਾਈ ਮਰਦਾਨੇ ਵੱਲ ਦੇਖ ਲਿਆ ਕਿਵੇਂ ਭਾਈ ਮਰਦਾਨੇ ਨੇ ਛੱਤੀ ਦੇ ਨਾਲ ਸਾਰਾ ਹੀ ਭਾਂਡਾ ਖਾਲੀ ਕਰਤਾ ਸੀ ਖਾ ਕੇ, ਤੇ ਕਹਿੰਦੇ ਫਿਰ ਇਹਨਾਂ ਨੂੰ ਵੀ ਤਾਂ ਭੁੱਖ ਲੱਗੀ ਹੋਣੀ ਹੈ। ਤਾਂ ਇਸ ਪ੍ਰਕਾਰ ਕਰਕੇ ਕਹਿੰਦਾ ਵੀ ਮੈਂ ਘਰੇ ਜਾਣਾ ਹਾਂ ਤੇ ਇਹਨਾਂ ਦੀ ਭੁੱਖ ਨੂੰ ਮੇਟਣ ਵਾਸਤੇ ਕੁਝ ਨਾ ਕੁਝ ਮੈਂ ਲੈ ਕੇ ਆਉਣਾ ਹਾਂ। ਕਰ ਵਿਚਾਰ ਤਬ ਚਲਣ ਲਗਾ ਘਰ। ਸੋ ਉਸ ਵੇਲੇ ਇਸ ਵਿਚਾਰ ਨੂੰ ਉਹਨੇ ਆਪਣੇ ਮਨ ਵਿੱਚ ਕੀਤਾ ਤੇ ਉੱਠ ਕੇ ਆਪਣੇ ਘਰ ਵੱਲ ਚੱਲਿਆ। ਕੁਝ ਕਿਹਾ ਨਹੀਂ ਗੁਰੂ ਨਾਨਕ ਸਾਹਿਬ ਨੂੰ, ਉਸੇ ਵੇਲੇ ਚੁੱਪ ਕਰਕੇ ਉੱਠ ਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ, ਬਸ ਉੱਠਿਆ ਹੀ ਸੀ ਹਜੇ। ਬੂਝਨ ਕੀਨ ਪ੍ਰਭੂ ਨੇ ਤਬ ਹੀ। ਜਦੋਂ ਉਹਨੂੰ ਉੱਠਦਿਆਂ ਦੇਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਬੱਚੇ ਨੂੰ ਇੱਕ ਗੱਲ ਪੁੱਛੀ। ਕਹਾਂ ਚਲਿਓ ਬਾਲਕ ਤੂੰ ਅਬ ਹੀ। ਕਹਿਣ ਲੱਗੇ ਹੇ ਬਾਲਕ ਤੂੰ ਕਿੱਥੇ ਚੱਲਿਆ, ਉੱਠ ਕੇ ਤੂੰ ਕਿੱਥੇ ਜਾਣਾ ਹੈ ਹੁਣ। ਹਾਥ ਬੰਦ ਕਹਿ ਮੈਂ ਘਰ ਜਾਵਾਂ। ਉਹ ਬਾਲਕ ਨੇ ਹੱਥ ਜੋੜ ਲਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ, ਕਹਿੰਦੇ ਪਾਤਸ਼ਾਹ ਜੀ ਮੈਂ ਆਪਣੇ ਘਰ ਨੂੰ ਚੱਲਿਆ ਹਾਂ। ਇਹ ਤੇ ਤੁਮਾਰੇ ਭੋਜਨ ਲਿਆਵੋ। ਪਾਤਸ਼ਾਹ ਮੈਂ ਘਰੇ ਜਾ ਕੇ ਕੁਝ ਕੁ ਭੋਜਨ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂਗਾ, ਮੈਂ ਕੁਝ ਕੁ ਪਕਵਾਨ ਜਿਹੜੇ ਹਨ ਰੋਟੀਆਂ ਮੈਂ ਲੈ ਕੇ ਆਉਣਾ ਹਾਂ ਘਰੋਂ। ਆਪ ਸੰਤ ਸੁਖ ਦੇਹੋ ਕਨੇਰਾ। ਪਾਤਸ਼ਾਹ ਜੀ ਜੇ ਤੁਸੀਂ ਇਹ ਮੇਰਾ ਭੋਜਨ ਦਿੱਤਾ ਹੋਇਆ ਛਕ ਲਿਓਗੇ, ਜੇ ਸਾਡੇ ਘਰ ਤੋਂ ਆਇਆ ਅੰਨ ਤੁਸੀਂ ਛਕੋਗੇ ਤਾਂ ਉਹ ਜਿਹੜੇ ਅੰਨ ਕਰਕੇ ਸਾਨੂੰ ਬੜਾ ਸੁੱਖ ਮਿਲੇਗਾ, ਸਾਨੂੰ ਵੱਡਾ ਪੁੰਨ ਮਿਲੇਗਾ। ਪਾਵੋ ਬਦਨ ਭਲਾ ਹੋਏ ਮੇਰਾ। ਤੁਹਾਡੇ ਜਿਹੜੇ ਹਨ ਜਿਹੜਾ ਸੁਭਾਗ ਮੁਖ ਦੇ ਵਿੱਚ ਮੂੰਹ ਵਿੱਚ ਜਦੋਂ ਇਹ ਭੋਜਨ ਪਵੇਗਾ, ਕਹਿੰਦੇ ਨੇ ਸਾਡੇ ਤਾਂ ਵੱਡੇ ਭਾਗ ਹੋ ਜਾਣਗੇ ਨਾ। ਕਹਿੰਦੇ ਕਿ ਇਹੀ ਭਲਾ ਸਾਡਾ ਵੀ ਹੋਵੇਗਾ, ਸਾਡੀ ਕਮਾਈ ਕੀਤੀ ਹੋਈ ਵੀ ਸਫਲ ਹੋ ਜਾਏਗੀ, ਸਾਡੀ ਮਾਇਆ ਵੀ ਸਫਲ ਹੋ ਜਾਏਗੀ, ਸਾਡੀ ਸੇਵਾ ਵੀ ਸਫਲ ਹੋ ਜਾਏਗੀ ਜਦੋਂ ਇਹ ਭੋਜਨ ਤੁਹਾਡੇ ਮੁਖ ਵਿੱਚ ਜਾਏਗਾ। ਤੇ ਕੇ ਉਰਕੋ ਭਾਓ ਲਖਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਖੁਸ਼ ਹੋ ਗਏ ਉਸ ਦਾ ਭਾਉ, ਉਸ ਬੱਚੇ ਦਾ ਪ੍ਰੇਮ ਦੇਖ ਕੇ। ਇੰਨਾ ਉਸ ਦਾ ਪ੍ਰੇਮ ਦੇਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਦੇਖੋ ਮਹਾਰਾਜ ਨੂੰ ਨੇ ਖੁਸ਼ ਕਰਤਾ ਗੁਰੂ ਨਾਨਕ ਸਾਹਿਬ ਜੀ ਨੂੰ। ਮਹਾਰਾਜ ਬੜੇ ਖੁਸ਼ ਹੋਏ। ਕਿਰਪਾ ਧਾਰ ਗੁਰ ਬਚਨ ਬਖਾਨਾ। ਉਸ ਵੇਲੇ ਦੇਖੋ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਵਾਲੇ ਬਚਨ ਕਹੇ ਉਸ ਬੱਚੇ ਨੂੰ। ਕੀ ਕਿਹਾ? ਸੱਥਰ ਤੇਰਾ ਲੇਫ ਨਿਹਾਲੀ ਭਾਓ ਤੇਰਾ ਪਕਵਾਨ। ਦੇਖੋ ਇਹ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹੇ ਉਸ ਬੱਚੇ ਨੂੰ, ਕਹਿੰਦੇ ਸੱਥਰ ਤੇਰਾ ਲੇਫ ਨਿਹਾਲੀ। ਕਹਿੰਦੇ ਤੇਰਾ ਸਾਥ ਜਿਹੜਾ ਹੈ, ਤੂੰ ਇੱਥੇ ਕੋਲੇ ਬੈਠਾ ਸੀ, ਤੇਰਾ ਸਾਥ ਸੀ ਸਾਨੂੰ। ਤੇ ਦੂਸਰਾ ਕਹਿੰਦੇ ਜੋ ਲੇਫ, ਜੋ ਜਿਹੜਾ ਹਨ ਰੂਈ ਦੇ ਬਣੇ ਹੋਏ ਜਾਂ ਕਾਟਨ ਦੇ ਬਣੀਆਂ ਹੋਈਆਂ ਚਾਦਰਾਂ ਹਨ। ਲੇਫ ਹੈ ਜੋ ਥੱਲੇ ਵਿਛਾਈ ਦੀ ਹੈ ਤੇ ਉੱਤੇ ਵੀ ਲਈ ਦੀ ਹੁੰਦੀ ਹੈ। ਇਹ ਲੇਫ ਜਿਹੜੀ ਹੈ ਇਹ ਨਿਹਾਲੀ, ਇਹ ਵੀ ਬੜੀ ਚੰਗੀ ਹੈ। ਨਿਹਾਲ ਕਰਨ ਵਾਲੀ ਮਤਲਬ ਖੁਸ਼ ਕਰਨ ਵਾਲੀ ਹੈ, ਲੋੜ ਨੂੰ ਪੂਰੀ ਕਰਨ ਵਾਲੀ ਹੈ, ਉਹ ਸਫਲ ਹੈ। ਭਾਓ ਤੇਰਾ ਪਕਵਾਨ। ਤੇ ਤੇਰਾ ਪਿਆਰ ਹੈ ਬਾਲਕ, ਉਹੀ ਪਕਵਾਨ ਹਨ, ਉਹੀ ਖਾਣਾ ਹੈ ਸਾਡਾ ਜਿਹੜਾ ਤੂੰ ਘਰ ਲੈਣ ਚੱਲਿਆ ਹੈ ਨਾ। ਕਹਿੰਦੇ ਬਾਲਕ ਤੈਨੂੰ ਜਾਣ ਦੀ ਕੋਈ ਲੋੜ ਨਹੀਂ, ਕਿਉਂਕਿ ਤੇਰਾ ਪਿਆਰ ਹੀ ਸਾਡੇ ਵਾਸਤੇ ਪਕਵਾਨ ਹਨ। ਤੂੰ ਪਿਆਰ ਕੀਤਾ, ਤੂੰ ਇੱਛਾ ਕੀਤੀ ਸਾਡੇ ਵਾਸਤੇ, ਇਹਦਾ ਹੀ ਤੈਨੂੰ ਜਿਹੜਾ ਤੇਰਾ ਪਿਆਰ ਹੈ ਇਹੀ ਸਾਡਾ ਪਕਵਾਨ ਹੈ, ਅਸੀਂ ਇਹੀ ਤਾਂ ਭੋਜਨ ਛਕਦੇ ਹਾਂ। ਨਾਨਕ ਸਿਫਤੇ ਰੱਜਿਆ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾਨਕ ਸਿਫਤੀ ਰੱਜਿਆ। ਗੁਰੂ ਨਾਨਕ ਕਹਿੰਦੇ ਨਾਨਕ ਤਾਂ ਰੱਜਦਾ ਹੈ ਉਸ ਸਿਫਤ ਪਰਮਾਤਮਾ ਦੀ ਸਿਫਤ, ਪਰਮਾਤਮਾ ਦੀ ਜੋ ਕੋਈ ਪ੍ਰੇਸ ਕਰਦਾ ਹੈ ਉਹ ਪ੍ਰੇਸ ਨੂੰ ਸੁਣ ਕੇ ਹੀ ਨਾਨਕ ਰੱਜਦਾ, ਸੈਟੀਸਫਾਈਡ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰੱਜਦੇ ਹੀ ਉਦੋਂ ਹਨ ਜਦੋਂ ਕੋਈ ਪਰਮੇਸ਼ਰ ਦੀ ਉਸਤਤ ਗਾ ਦੇਵੇ। ਪਰਮੇਸ਼ਰ ਦੀ ਉਸਤਤ ਕਰਦਿਆਂ ਹੀ ਜਿਹੜਾ ਹੈ ਗੁਰੂ ਨਾਨਕ ਦਾ ਭੋਜਨ ਹੈ, ਜਿਹਨੂੰ ਸ਼ੱਕ ਕਰਕੇ ਕਹਿੰਦੇ ਨਾਨਕ ਰੱਜਦਾ ਹੈ। ਆਓ ਬਹੋ ਸੁਲਤਾਨ। ਦੇਖੋ ਗੁਰੂ ਨਾਨਕ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ, ਉਸ ਬੱਚੇ ਨੂੰ ਕਿਹਾ ਆਓ ਬਹੋ ਸੁਲਤਾਨ। ਕਹਿੰਦੇ ਹੇ ਸੁਲਤਾਨ ਆ ਕੇ ਬਹਿ ਜਾ। ਉਸ ਬੱਚੇ ਨੂੰ ਸਤਿਗੁਰਾਂ ਨੇ ਸੁਲਤਾਨ ਕਹਿ ਦਿੱਤਾ। ਕਹਿੰਦੇ ਸੁਲਤਾਨ ਆ ਕੇ ਸਾਡੇ ਕੋਲ ਬਹਿ ਜਾ, ਤੂੰ ਨਾ ਹੁਣ ਕਿਤੇ ਵੀ ਜਾਈਂ। ਦੇਖੋ ਇਹ ਜਿਹੜੀਆਂ ਹਨ ਦੋ ਜਿਹੜੀਆਂ ਹਨ ਇਹ ਸਤਰਾਂ ਹਨ, ਇਹ ਗੁਰਬਾਣੀ 'ਚ ਨਹੀਂ ਆਉਂਦੀਆਂ, ਇਹ ਗੁਰਬਾਣੀ ਤੋਂ ਬਾਹਰ ਵਾਲੇ ਸ਼ਬਦ ਹਨ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਬੱਚੇ ਵਾਸਤੇ ਉਚਾਰਨ ਕੀਤੇ। ਤੇ ਇਹੀ ਦੋ ਲਾਈਨਾਂ ਹਨ, ਦੋ ਸਤਰਾਂ ਹਨ ਜਿਹਦੇ ਕਰਕੇ ਬੱਚੇ ਦੇ ਉੱਤੇ ਵੱਡੀ ਕਿਰਪਾ ਕਰ ਦਿੱਤੀ, ਉਹਨੂੰ ਸੁਲਤਾਨ ਕਹਿ ਦਿੱਤਾ ਸਤਿਗੁਰਾਂ ਨੇ। ਤੇ ਇਹੀ ਸ਼ਬਦ ਨੂੰ ਸੁਣ ਕਰਕੇ ਚੌਪੇ ਅਸ ਕਹਿ ਬਖਸ਼ੀ ਤਿੰਨ ਸੁਲਤਾਨੀ। ਦੇਖੋ ਮਹਾਰਾਜ ਨੇ ਸੁਲਤਾਨ ਬੱਚੇ ਨੂੰ ਬਸ ਇੱਕ ਸ਼ਬਦ ਹੀ ਕਿਹਾ ਹੈ, ਕਹਿਣ ਲੱਗੇ ਮਹਾਰਾਜ ਨੇ ਉਹ ਬੱਚੇ ਨੂੰ ਸੁਲਤਾਨ ਬਣਾਤਾ, ਕਿੰਗ ਬਣਾਤਾ ਜੀ, ਰਾਜਾ ਬਣਾ ਦਿੱਤਾ ਉਹ ਬੱਚੇ ਨੂੰ, ਜਿਹੜਾ ਗਰੀਬ ਸੀ ਵਿਚਾਰਾ, ਲੋਕਾਂ ਦਾ ਕੰਮ ਕਰਦਾ ਸੀ, ਲੋਕਾਂ ਦੇ ਖੇਤਾਂ ਦੀ ਰਾਖੀ ਕਰਦਾ ਸੀ, ਵਿਚਾਰੇ ਕੋਲ 1 ਇੰਚ ਵੀ ਜ਼ਮੀਨ ਨਹੀਂ ਸੀ ਉਹ ਬੱਚੇ ਕੋਲ।
ਉਹ ਬੱਚੇ ਨੂੰ ਸਤਿਗੁਰਾਂ ਨੇ ਉਸ ਦੀ ਸੇਵਾ ਤੇ ਖੁਸ਼ ਹੋ ਕੇ ਉਹਨੂੰ ਸੁਲਤਾਨ ਰਾਜਾ ਬਣਾ ਦਿੱਤਾ। ਆਗਿਆ ਗਮਨ ਕੀਨ ਗੁਣ ਖਾਨੀ। ਦੇਖੋ ਫਿਰ ਉੱਥੋਂ ਉੱਠ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਚਲੇ ਗਏ। ਉਹ ਬੱਚੇ ਨੂੰ ਇਹ ਵਰਦਾਨ ਦੇ ਕੇ ਚਲੇ ਗਏ ਕਿ ਤੂੰ ਸੁਲਤਾਨ ਹੈ, ਆਓ ਬਹੁ ਸੁਲਤਾਨ। ਬਸ ਇੰਨਾ ਕੁ ਕਹਿਣ ਦੀ ਲੋੜ ਸੀ, ਉਹ ਬੱਚੇ ਨੂੰ ਰਾਜਾ ਬਣਾ ਦਿੱਤਾ। ਕਿਵੇਂ ਬਣਾਇਆ? ਬਾਲਕ ਰਹਿਓ ਖੇਤ ਢਿਗ ਬੈਸਾ। ਦੇਖੋ ਉਹ ਜਿਹੜਾ ਬੱਚਾ ਸੀ ਨਾ, ਕਹਿੰਦੇ ਉਹ ਬੱਚਾ ਉੱਥੇ ਹੀ ਬੈਠਾ ਰਿਹਾ। ਗੁਰੂ ਨਾਨਕ ਸਾਹਿਬ ਜੀ ਉੱਠ ਕੇ ਉੱਥੋਂ ਚਲੇ ਗਏ। ਇਹ ਬੱਚਾ ਜਿਹੜਾ ਸੀ, ਇਹਦੀ ਲਿਵ ਐਸੀ ਜੁੜੀ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਵਿੱਚ, ਉੱਥੇ ਬੈਠ ਕੇ ਚੌਂਕੜਾ ਮਾਰ ਕੇ ਬੈਠਾ ਰਿਹਾ। ਸਾਰੀ ਰਾਤ ਉੱਥੇ ਹੀ ਬੈਠਾ ਰਿਹਾ ਵਿਚਾਰਾ। ਉਹਦਾ ਧਿਆਨ ਜੁੜ ਗਿਆ, ਉਹਦੀ ਸਮਾਧੀ ਜੁੜ ਗਈ। ਤਾਹੇ ਬ੍ਰਿਤਾਂਤ ਹੋ ਭਾ ਐਸਾ। ਤੇ ਉਸ ਸਮੇਂ ਦੇ ਵਿੱਚ ਜਿਹੜੇ ਨਗਰ ਵਿੱਚ ਇਹ ਬੱਚਾ ਰਹਿੰਦਾ ਸੀ ਨਾ, ਜਿਹੜੇ ਥਾਂ ਤੇ ਬੱਚਾ ਰਹਿੰਦਾ ਸੀ, ਉਹ ਥਾਂ ਦੀ ਗੱਲ ਹੁਣ ਸੁਣ ਲਓ ਕੀ ਹੋਇਆ ਜੀ ਉੱਥੇ। ਨਗਰ ਨ੍ਰਿਪਤ ਕੋ ਸੰਤਤ ਨਾਹੀ। ਦੇਖੋ ਉਹ ਨਗਰ ਦਾ ਜਿਹੜਾ ਰਾਜਾ ਸੀ ਨਾ, ਉਹਦਾ ਕੋਈ ਅੱਗੇ ਪੁੱਤਰ ਨਹੀਂ ਸੀਗਾ, ਨਾ ਉਹਦਾ ਕੋਈ ਭਰਾ ਸੀਗਾ। ਸੋ ਉਹਦੇ ਕੁਲ ਦੇ ਵਿੱਚ ਕੋਈ ਵੀ ਨਹੀਂ ਸੀਗਾ ਜਿਹੜਾ ਕਿ ਉਹਦੇ ਰਾਜ ਨੂੰ ਟੇਕ ਓਵਰ ਕਰ ਸਕੇ। ਨਗਰ ਦਾ ਰਾਜਾ ਸਿਰਫ ਇਕੱਲਾ ਹੀ ਸੀ, ਨਾ ਉਹਦਾ ਪੁੱਤਰ, ਨਾ ਕੋਈ ਉਹਦਾ ਰਿਸ਼ਤੇਦਾਰ, ਨਾ ਕੋਈ ਉਹਦਾ ਸ਼ਰੀਕ ਸੀਗਾ। ਸੋ ਮਰ ਗਇਓ ਤਿਸੀ ਦਿਨ ਮਾਹੀ। ਦੇਖੋ ਉਹੀ ਦਿਨ ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਨਾ, ਆਓ ਬਹੁ ਸੁਲਤਾਨ, ਉਹ ਰਾਜਾ ਉਸੇ ਦਿਨ ਮਰ ਗਿਆ। ਉਹ ਸਰੀਰ ਛੱਡ ਗਿਆ ਜੀ, ਮਰ ਗਿਆ ਜੀ ਉਹ ਰਾਜਾ। ਬਿਨ ਨ੍ਰਿਪ ਸਭ ਦੇਸ ਅਕੁਲਾਇਓ। ਹੁਣ ਦੇਖੋ ਰਾਜੇ ਤੋਂ ਬਗੈਰ ਉਹ ਸਾਰਾ ਦੇਸ਼ ਜਿਹੜਾ ਹੈ ਬੜਾ ਦੁਖੀ ਹੋਇਆ। ਉਹਨਾਂ ਨੂੰ ਫਿਕਰ ਇਹ ਲੱਗਿਆ ਕਿ ਅੱਗੇ ਹੁਣ ਰਾਜਾ ਕੌਣ ਬਣੇਗਾ, ਕੌਣ ਇਹ ਨਗਰ ਨੂੰ ਸੰਭਾਲੇਗਾ, ਤੇ ਕਿਹਦੀ ਜ਼ਿੰਮੇਵਾਰੀ ਅਸੀਂ ਲਾਈਏ ਜਿਹਨੂੰ ਰਾਜਾ ਬਣਾ ਕੇ ਜੋ ਰਾਜੇ ਦਾ ਜੋ ਜ਼ਿੰਮੇਵਾਰੀ ਹੈ ਉਹ ਨਿਭਾਵੇ। ਹੁਣ ਉੱਥੇ ਕੋਈ ਵੀ ਨਹੀਂ ਸੀਗਾ। ਹੋਏ ਏਕ ਠਾ ਮਤਾ ਪਕਾਇਓ। ਕੀ ਹੋਇਆ ਉਸ ਵੇਲੇ? ਸਾਰੇ ਮੰਤਰੀ ਇਕੱਠੇ ਹੋ ਗਏ। ਉਹ ਮਿਨਿਸਟਰ ਜਿਹੜੇ ਸੀਗੇ ਰਾਇਲ ਦਰਬਾਰ ਦੇ, ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਮੀਟਿੰਗ ਕੀਤੀ, ਉਹਨਾਂ ਨੇ ਇੱਕ ਡਿਸਕਸ਼ਨ ਕੀਤਾ ਤੇ ਇਹ ਮਤਾ ਉਹਨਾਂ ਨੇ ਇੱਕ ਫੈਸਲਾ ਲਿਆ, ਉਹਨਾਂ ਨੇ ਇੱਕ ਡਿਸੀਜਨ ਬਣਾਇਆ। ਮੰਤਰੀ ਸਭ ਸੋ ਗਿਰਾ ਉਚਾਰੀ। ਤੇ ਮੰਤਰੀ ਜਿਹੜਾ ਉਹਨਾਂ ਦਾ, ਜਿਵੇਂ ਆਪਾਂ ਕਹਿ ਦਈਏ ਪ੍ਰਾਈਮ ਮਿਨਿਸਟਰ ਜਿਹੜਾ ਸੀਗਾ, ਜਾਂ ਉਹਨਾਂ ਦਾ ਵੱਡਾ ਮੰਤਰੀ ਸੀ ਜਿਹੜਾ, ਉਹਨੇ ਇੱਕ ਜਿਹੜਾ ਹੈ ਸਾਰਾ ਫੈਸਲਾ ਕਰਕੇ, ਸਲਾਹ ਕਰਕੇ ਉਹਨੇ ਅਨਾਉਂਸ ਕੀਤਾ, ਜੇ ਹਮ ਲੇਹੇ ਨਰਕ ਅਧਿਕਾਰੀ। ਦੇਖੋ ਉਹ ਮੰਤਰੀ ਕਹਿੰਦਾ ਹੈ, ਕਹਿੰਦੇ ਰਾਜੇ ਦੇ ਅਸੀਂ ਇਹ ਰਾਇਲ ਦਰਬਾਰ ਦੇ ਸੇਵਕ ਸਰਵੈਂਟ ਹਾਂ। ਜੇ ਅਸੀਂ ਰਾਜ ਲੈ ਲਈਏ, ਜੇ ਅਸੀਂ ਪ੍ਰਧਾਨ ਮੰਤਰੀ ਕਹਿੰਦਾ ਜੇ ਮੈਂ ਰਾਜਾ ਬਣ ਜਾਵਾਂ, ਮੈਂ ਆਪਣੇ ਆਪ ਨੂੰ ਪ੍ਰੋਕਲੇਮ ਕਰ ਲਵਾਂ ਵੀ ਮੈਂ ਰਾਜਾ ਹਾਂ, ਤਾਂ ਕਹਿੰਦਾ ਮੈਂ ਨਰਕ ਦਾ ਅਧਿਕਾਰੀ ਹਾਂ, ਮੈਂ ਨਰਕ ਨੂੰ ਜਾਏਗਾ। ਬਿਕੋਜ਼ ਮੈਂ ਆਪਣੇ ਸੁਲਤਾਨ, ਆਪਣੇ ਰਾਜੇ ਨੂੰ ਮੈਂ ਬਿਟਰੇ ਕੀਤਾ ਹੈ। ਮੇਰਾ ਕੰਮ ਸੀ ਰਾਜ ਨੂੰ ਜਿਹੜਾ ਹੈ ਰਾਜ ਦਾ ਸੇਵਕ ਬਣ ਕੇ ਸੇਵਾ ਕਰਨੀ, ਨਾ ਕਿ ਰਾਜ ਦੀ ਗੱਦੀ ਤੇ ਜਾ ਕੇ ਬਹਿਣਾ, ਕਿਉਂਕਿ ਰਾਜੇ ਨੇ ਮੈਨੂੰ ਇਹ ਰਾਜ ਗੱਦੀ ਨਹੀਂ ਦਿੱਤੀ। ਸੋ ਇਸ ਕਰਕੇ ਜੇ ਮੈਂ ਇਹ ਰਾਜ ਗੱਦੀ ਹੁਣ ਲਵਾਂਗਾ ਤਾਂ ਮੈਂ ਨਰਕਾਂ ਦਾ ਅਧਿਕਾਰੀ ਹਾਂ, ਮੈਂ ਨਰਕਾਂ ਨੂੰ ਜਾਵਾਂਗਾ। ਮੈਂ ਇਹ ਜਿਹੜਾ ਹੈ ਇਹ ਕੰਮ ਨਹੀਂ ਮੈਂ ਕਰਨਾ, ਮੈਂ ਰਾਜਾ ਨਹੀਂ ਬਣ ਸਕਦਾ। ਮੇਰੇ ਪਕੇ ਸੁਤਨਾ ਸਹੋਦਰ ਕੋ। ਤੇ ਫਿਰ ਰਾਜੇ ਦਾ ਦੂਸਰੇ ਪਾਸੇ ਨਾ ਕੋਈ ਪੁੱਤਰ ਹੈ, ਨਾ ਕੋਈ ਭਰਾ ਹੈ, ਸ਼ਰੀਕ ਹੈ, ਜਿਹ ਕੋ ਰਾਜ ਦੇਹੇ ਹਮ ਸੋ। ਜਿਹਨੂੰ ਆਪਾਂ ਇਹ ਰਾਜ ਗੱਦੀ ਤੇ ਬਿਠਾ ਕੇ ਰਾਜਾ ਬਣਾ ਦਈਏ। ਅਬ ਕਰਤਾਰ ਦੇ ਹੈ ਜਾਹੀ। ਹੁਣ ਕਹਿੰਦੇ ਆਪਾਂ ਇੱਕ ਗੱਲ ਕਰੀਏ, ਆਪਾਂ ਪਰਮੇਸ਼ਰ ਤੇ ਛੱਡ ਦਈਏ। ਉਹ ਕਰਤਾਰ ਜਿਹਨੇ ਸਾਰੀ ਦੁਨੀਆ ਨੂੰ ਕ੍ਰੀਏਟ ਕੀਤਾ ਹੈ, ਆਪਾਂ ਉਹਦੇ ਅੱਗੇ ਅਰਦਾਸ ਬੇਨਤੀ ਕਰ ਦਈਏ ਤੇ ਜਿਹੜਾ ਵੀ ਕੋਈ ਜਿਹੜਾ ਹੈ ਉਹ ਕਰਤਾਰ ਪਰਮਾਤਮਾ ਆਪਾਂ ਨੂੰ ਰਾਜਾ ਦੇਗਾ, ਆਪਾਂ ਉਹਨੂੰ ਬਿਠਾ ਦਈਏ, ਆਪਾਂ ਉਹਨੂੰ ਹੀ ਬਿਠਾਈਏ ਜਿਹਨੂੰ ਕਰਤਾਰ ਪਰਮਾਤਮਾ ਚੂਸ ਸਿਲੈਕਟ ਕਰੇ। ਸਰਬ ਬਿਠਾ ਰਹੋ ਮਿਲ ਘਰ ਤਾਹੀ। ਸੋ ਕਹਿੰਦੇ ਸਰਬ ਬਿਠਾਰੋ, ਆਪਾਂ ਸਰਬ ਸੰਮਤੀ ਦੇ ਨਾਲ, ਸਾਰਿਆਂ ਦੇ ਸਲਾਹ ਦੇ ਨਾਲ ਆਪਾਂ ਉਹਨੂੰ ਰਾਜਾ ਬਣਾ ਦਿਆਂਗੇ, ਜਿਹਨੂੰ ਕਰਤਾਰ ਭੇਜੇਗਾ, ਜਿਹਨੂੰ ਰੱਬ ਭੇਜੇਗਾ ਇੱਥੇ ਸੁਲਤਾਨ ਦੀ ਗੱਦੀ ਤੇ ਬੈਠਣ ਵਾਸਤੇ। ਤ੍ਰੈਦਰ ਨਗਰ ਬੰਦ ਕਰਵਾਈਐ। ਤੇ ਉਸ ਵੇਲੇ ਹਰ ਇੱਕ ਨਗਰ ਦੇ ਵਿੱਚ 4 ਦਰਵਾਜ਼ੇ ਹੋਇਆ ਕਰਦੇ ਸਨ, ਜੋ 4 ਡਾਇਰੈਕਸ਼ਨਸ ਨੂੰ ਫੇਸ ਕਰਿਆ ਕਰਦੇ ਸਨ, ਨਾਰਥ, ਸਾਊਥ, ਈਸਟ ਤੇ ਵੈਸਟ। ਸੋ ਇਹ 4 ਦਰਵਾਜ਼ੇ ਹਰ ਇੱਕ ਨਗਰੀ ਦੇ ਆਲੇ ਦੁਆਲੇ ਕੰਧ ਕਰਕੇ ਇਹ ਦਰਵਾਜ਼ੇ ਡੋਸ ਲੱਗੇ ਹੁੰਦੇ ਸਨ। ਇਹਨਾਂ ਨੇ ਕੀ ਕੀਤਾ, 3 ਡੋਸ ਜਿਹੜੇ ਹਨ ਇਹਨਾਂ ਨੇ ਬੰਦ ਕਰ ਦਿੱਤੇ, ਲੌਕ ਕਰ ਦਿੱਤੇ, ਇੱਕ ਦਰਵਾਜ਼ਾ ਖੁੱਲਾ ਛੱਡਿਆ। ਖੋਲ ਏਕ ਦਰ ਸਭ ਮਿਲ ਜਾਈਐ। ਸੋ ਇਉਂ ਕਰਕੇ ਇਹਨਾਂ ਨੇ ਇੱਕ ਦਰਵਾਜ਼ਾ ਖੋਲ ਕਰਕੇ ਸਾਰੀ ਜਿਹੜੇ ਹਨ ਮੰਤਰੀ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਇਹ ਹੁਕਮ ਕਰ ਦਿੱਤਾ ਇਹ ਨਗਰੀ ਤੋਂ ਹੁਣ ਬਾਹਰ ਕੋਈ ਨਹੀਂ ਜਾ ਸਕਦਾ। ਮਤਲਬ ਕਿ ਇੱਕ ਕਰਫਿਊ ਲਾ ਲਓ ਵੀ ਕੋਈ ਵੀ ਇਹ ਨਗਰੀ ਤੋਂ ਬਾਹਰ ਨਹੀਂ ਜਾਏਗਾ। ਸੋ ਉਹ ਇੱਕ ਜਿਹੜਾ ਹੈ ਪਾਬੰਦੀ ਲਾ ਦਿੱਤੀ ਤੇ ਫਿਰ ਇਹ ਸਲਾਹ ਕੀਤੀ, ਹੋਰ ਭਈ ਜੋ ਮਿਲੇ ਅਗਾਰੀ। ਦੇਖੋ ਕਹਿੰਦੇ ਸਵੇਰ ਹੁੰਦਿਆਂ ਸਾਰ ਜਿਹੜਾ ਪਹਿਲਾ ਬੰਦਾ ਇਹ ਡੌ ਨੂੰ ਕ੍ਰੋਸ ਕਰੇਗਾ,
ਅਪਨ ਸਨਰਾਈਜ਼ ਜਿਹੜੀ ਪਹਿਲੀ ਕਿਰਨ ਹੋਵੇਗੀ, ਜਿਹੜਾ ਵੀ ਕੋਈ ਇਹ ਡੌ ਨੂੰ ਕ੍ਰੋਸ ਕਰੇਗਾ ਅੰਦਰ ਨਗਰ ਵਿੱਚ ਆਉਣ ਵਾਸਤੇ, ਤੇ ਕੋ ਦੇਵੈ ਤਖਤ ਬਿਠਾਏ, ਉਹਨੂੰ ਸੁਲਤਾਨ ਬਣਾ ਦੇਣਾ ਹੈ, ਉਹਨੂੰ ਰਾਜਾ ਬਣਾ ਦੇਣਾ ਹੈ। ਜਿਹੜਾ ਕਿ ਪਹਿਲਾ ਬੰਦਾ ਆਏਗਾ ਇਹ ਡੌ ਨੂੰ ਕ੍ਰੋਸ ਕਰਕੇ, ਉਹ ਸੁਲਤਾਨ, ਉਹ ਰਾਜਾ ਹੋਵੇਗਾ। ਮੰਨ ਲਈ ਸਭ ਨੇ ਕਹਿ ਜਿਸ ਭਾਂਤੀ। ਦੇਖੋ ਸਾਰਿਆਂ ਨੇ ਗੱਲ ਮੰਨ ਲਈ, ਬਿਕੋਜ਼ ਇਹਦੇ ਵਿੱਚ ਕੋਈ ਚੀਟ ਨਹੀਂ ਸੀਗਾ, ਇਹਦੇ ਕੋਈ ਧੋਖਾ ਤਾਂ ਨਹੀਂ ਸੀਗਾ, ਕਿਉਂਕਿ ਨਗਰੀ ਦੇ ਲੋਕ ਜਿਹੜੇ ਇਹ ਗੱਲ ਨੂੰ ਜਾਣਦੇ ਸਨ ਉਹ ਬਾਹਰ ਨਹੀਂ ਜਾ ਸਕਦੇ ਸਨ। ਜੋ ਬਾਹਰ ਚਲਿਆ ਗਿਆ ਹੈ ਉਹਨੂੰ ਇਹ ਗੱਲ ਦਾ ਪਤਾ ਨਹੀਂ ਸੀ ਵੀ ਰਾਜਾ ਮਰ ਗਿਆ ਤੇ ਇਹ ਸਲਾਹ ਹੋ ਚੁੱਕੀ ਹੈ। ਇਸ ਕਰਕੇ ਬਹੁਤ ਫੇਅਰ ਡਿਸੀਜਨ ਇਹਨਾਂ ਨੇ ਬਣਾਇਆ, ਸਾਰਿਆਂ ਨੇ ਇਹ ਗੱਲ ਨੂੰ ਮੰਨ ਲਿਆ। ਰਹਿਓ ਖੇਤ ਪਰ ਬਾਲਕ ਰਾਤੀ। ਦੇਖੋ ਉਹ ਬਾਲਕ ਵਿਚਾਰਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਸਾਰੀ ਰਾਤ ਖੇਤ ਵਿੱਚ ਬੈਠਾ ਰਿਹਾ, ਸਾਰੀ ਰਾਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਆਪਣਾ ਮਨ ਜੋੜ ਕੇ ਬੈਠਾ ਰਿਹਾ। ਭਈ ਭੋਰ ਘਰ ਆਵਨ ਲੱਗਾ। ਜਦੋਂ ਪੋ ਫੁੱਟੀ, ਜਦੋਂ ਸੂਰਜ ਚੜਿਆ, ਉਹ ਬੱਚੇ ਨੇ ਦੇਖਿਆ ਭਾਈ ਇਹ ਤਾਂ ਸਾਰੀ ਰਾਤ ਲੰਘ ਗਈ, ਤਾਂ ਉਹ ਉੱਠ ਕੇ ਉਸ ਵੇਲੇ ਖੇਤ ਤੋਂ ਉੱਠ ਕਰਕੇ ਆਪਣੇ ਘਰ ਨੂੰ ਚੱਲਿਆ। ਜਦੋਂ ਸਭ ਹੈ ਨ ਮਿਲਤ ਭਇਓ ਵੱਡ ਭਾਗਾ। ਕੀ ਹੋਇਆ, ਜਿਹੜੇ ਉੱਥੇ ਉਡੀਕ ਕਰ ਰਹੇ ਸਨ ਵੀ ਪਹਿਲੀ ਸਨਰਾਈਜ਼ ਦੀ ਜਿਹੜੀ ਰੇ ਦੇ ਨਾਲ ਕਿਰਨ ਦਾ ਨਾਲ ਅੰਦਰ ਆਏਗਾ ਉਹੀ ਰਾਜਾ ਹੋਵੇਗਾ, ਉਸੇ ਪਰਫੈਕਟ ਟਾਈਮਿੰਗ ਦੇ ਵਿੱਚ ਉਹ ਬੱਚੇ ਨੇ ਜਿਹੜਾ ਹੈ ਉਹ ਡੌ ਕ੍ਰੋਸ ਕਰ ਲਿਆ ਤੇ ਸਾਰਿਆਂ ਨੇ ਮੰਤਰੀਆਂ ਨੇ ਉੱਠ ਕਰਕੇ ਉਹ ਬੱਚੇ ਨੂੰ ਚੁੱਕ ਲਿਆ। ਕਹਿੰਦੇ ਇਹੀ ਸਾਡਾ ਸੁਲਤਾਨ ਹੈ, ਇਹੀ ਰਾਜਾ ਹੈ ਸਾਡਾ ਅੱਜ ਤੋਂ। ਲੈ ਤੇ ਕੋ ਇਸ਼ਨਾਨ ਕਰਾਇਓ। ਉਹਨੂੰ ਜਿਹੜਾ ਹੈ ਚੁੱਕ ਕਰਕੇ ਬੱਚੇ ਨੂੰ ਜਾ ਕੇ ਉਹਦਾ ਇਸ਼ਨਾਨ ਕਰਾਇਆ, ਰਾਜ ਸਰਬ ਕੇ ਤਖਤ ਬਿਠਾਇਓ, ਤੇ ਲਿਆ ਕੇ ਉਹਦੇ ਕੱਪੜੇ ਸੋਹਣੇ ਪਾ ਕੇ ਰਾਜ ਦਾ ਕਰਾਊਨ ਉਹਨੂੰ ਪਾ ਕੇ ਉਹਦਾ ਅਭਿਸ਼ੇਕ ਕਰਕੇ ਉਹਨੂੰ ਰਾਜ ਗੱਦੀ ਤੇ ਬਿਠਾਤਾ, ਉਹਨੂੰ ਸੁਲਤਾਨ ਬਣਾਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਦੇਖੋ ਕੈਸੇ ਨੇ। ਆਓ ਬੈਠ ਸੁਲਤਾਨ, ਜਿਹਦੇ ਕੋਲ 1 ਇੰਚ ਜ਼ਮੀਨ ਨਹੀਂ ਸੀ, ਮਹਾਰਾਜ ਨੇ ਇੱਕੋ ਇੱਕ ਬਚਨ ਕੀਤਾ, ਉਸ ਗਰੀਬ ਬੱਚੇ ਨੂੰ ਮਹਾਰਾਜ ਨੇ ਸੁਲਤਾਨ ਬਣਾਤਾ, ਕਿਉਂਕਿ ਉਹ ਬੱਚੇ ਨੇ ਇੱਕ ਵਾਰ ਗੁਰੂ ਨਾਨਕ ਨਾਲ ਪ੍ਰੇਮ ਕੀਤਾ, ਇੱਕ ਵਾਰ ਉਹਨੇ ਸੱਚੇ ਮਨੋਂ ਮਹਾਰਾਜ ਨੂੰ ਲੰਗਰ ਛਕਾਉਣ ਦੀ ਇੱਛਾ ਕੀਤੀ। ਦੇਖੋ ਏਡਾ ਵੱਡਾ ਫਲ ਹੈ ਜੇ ਕਿਸੇ ਦੇ ਮਨ ਵਿੱਚ ਪ੍ਰੇਮ ਜਾਗੇ ਕਿ ਮੈਂ ਗੁਰੂ ਨਾਨਕ ਨੂੰ ਲੰਗਰ ਛਕਾਉਣਾ ਹੈ, ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਮੈਂ ਪਕਵਾਨ ਲਿਆਉਣੇ ਹਨ, ਮੈਂ ਕੁਝ ਵਧੀਆ ਚੀਜ਼ ਲਿਆ ਕੇ ਦੇਵਾਂ ਗੁਰੂ ਨਾਨਕ ਸਾਹਿਬ ਜੀ ਨੂੰ। ਬਸ ਇੱਕ ਇੱਛਾ ਕੀਤੀਆਂ, ਰਾਜ ਮਿਲ ਗਿਆ ਇਸ ਬੱਚੇ ਨੂੰ। ਗੁਰ ਕੋ ਬਚਨ ਪਾਏ ਸੋ ਬਾਲਕ। ਗੁਰੂ ਮਹਾਰਾਜ ਦੇ ਬਚਨਾਂ ਨੂੰ ਪਾ ਕਰਕੇ ਉਹ ਬਾਲਕ ਜਿਹੜਾ ਸੀ ਪਾਤਸ਼ਾਹ ਹੋਇਓ ਤਤਕਾਲਕ। ਦੇਖੋ ਪਾਤਸ਼ਾਹ ਬਣ ਗਿਆ, ਪਾਤਸ਼ਾਹ ਬਣ ਕੇ ਹੋ ਗਿਆ, ਸਾਰੀ ਨਗਰੀ ਉਹਦੇ ਰਾਜ ਵਿੱਚ ਆ ਗਈ, ਉਹ ਰਾਜਾ ਬਣ ਗਿਆ। ਸਿਰਫ ਉਹੀ ਨਹੀਂ ਬਣਿਆ, ਦੇਖੋ ਗਾਂ ਨੂੰ ਉਹਦਾ ਵਿਆਹ ਵੀ ਹੋਣਾ ਹੈ, ਉਹਦੇ ਬੱਚੇ ਵੀ ਹੋਣੇ ਆ, ਉਹਦੀ ਜਨਰੇਸ਼ਨ ਤੱਕ ਉਹਨੂੰ ਰਾਜ ਮਿਲ ਗਿਆ। ਤੇ ਐਸਾ ਗੁਰੂ ਮਹਾਰਾਜ ਦੀ ਕਿਰਪਾ ਹੈ। ਦੇਖੋ ਆਪਾਂ ਸੋਚਦੇ ਹਾਂ ਕਿ ਆਪਾਂ ਡਿਸੀਜਨ ਬਣਾਉਂਦੇ ਹਾਂ, ਨਹੀਂ, ਸਾਰੇ ਫੈਸਲੇ ਗੁਰੂ ਨਾਨਕ ਕਰਦਾ ਹੈ। ਪਰਮੇਸ਼ਰ ਦਾ ਰੂਪ ਗੁਰੂ ਨਾਨਕ ਹੀ ਹੈ, ਗੁਰੂ ਨਾਨਕ ਆਪ ਕਰਦਾ ਸਾਰੇ ਡਿਸੀਜਨ। ਮਹਾਰਾਜ ਜਿਹਨੂੰ ਚਾਹੇ ਸੁਲਤਾਨ ਬਣਾ ਦੇਵੇ, ਜਿਹਨੂੰ ਚਾਹੇ ਸੁਲਤਾਨ ਤੋਂ ਭਿਖਾਰੀ ਬਣਾ ਦੇਵੇ, ਮਹਾਰਾਜ ਦੀ ਆਪਣੀ ਮਰਜ਼ੀ ਹੈ। ਇਸ ਪ੍ਰਕਾਰ ਭਾਤਾ ਹੈ ਪ੍ਰਸੰਗਾ। ਇਸ ਪ੍ਰਕਾਰ ਕਰਕੇ ਇੱਥੇ ਐਸਾ ਪ੍ਰਸੰਗ ਹੋਇਆ। ਅਬ ਗੁਰ ਕਹੋ ਕਥਾ ਸੋ ਉਮੰਗਾ। ਭਾਈ ਵਾਲਾ ਜੀ ਕਹਿੰਦੇ ਹੁਣ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਅਗਲੀ ਕਥਾ ਤੁਹਾਨੂੰ ਦੱਸਦਾ ਹਾਂ ਵੀ ਅੱਗੇ ਗੁਰੂ ਮਹਾਰਾਜ ਨੇ ਚੱਲ ਕਰਕੇ ਅੱਗੇ ਕਿਹੜੀ ਕਥਾ ਆਈ, ਗੁਰੂ ਮਹਾਰਾਜ ਨੇ ਕਿਹੜਾ ਕੋਤਕ ਵਰਤਾਇਆ। ਮਗ ਮੈਂ ਗਮਨੇ ਜਾਹੇ ਅਗਾਰੀ। ਮਹਾਰਾਜ ਜੀ ਰਸਤੇ ਵਿੱਚ ਤੁਰੇ ਜਾ ਰਹੇ ਸਨ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ। ਸਨਮੁਖ ਮਿਲਿਓ ਇੱਕ ਵਪਾਰੀ। ਹੁਣ ਦੇਖੋ ਰਸਤੇ ਦੇ ਵਿੱਚ ਇੱਕ ਵਪਾਰੀ ਮਿਲਿਆ। ਹੁਣ ਦੇਖੋ ਉਹ ਸਮਿਆਂ ਦੀ ਗੱਲਾਂ ਨੇ ਜਿੱਥੇ ਵਪਾਰੀ ਲੋਕ ਜਿਹੜੇ ਹੁੰਦੇ ਸਨ ਨਾ, ਉਹ ਜਿਵੇਂ ਘਰ ਘਰ ਜਾ ਕੇ ਤੇਲ ਵੇਚਿਆ ਕਰਦੇ ਸਨ। ਉਹਨਾਂ ਨੇ ਘਰ ਘਰ ਜਾ ਕੇ ਮਸਾਲੇ ਵੇਚਣੇ, ਕਿਸੇ ਨੇ ਜਿਹੜਾ ਹਨ ਜੀਰਾ ਵੇਚਣਾ, ਕਿਸੇ ਨੇ ਉਹ ਵੇਚਣਾ। ਸੋ ਇਹ ਜਿਹੜਾ ਸਪਾਈਸਸ ਵੇਚਣੀਆਂ, ਸੋ ਉਹ ਕਿਵੇਂ ਵੇਚਿਆ ਕਰਦੇ ਸਨ? ਚੁੱਕ ਕਰਕੇ। ਉਹਨਾਂ ਨੇ ਸਾਰਾ ਸਮਾਨ ਇੱਕ ਗੰਠਰੀ ਵਿੱਚ ਵੰਡ ਕੇ ਉਹ ਨਾਲ ਚੁੱਕੀ ਫਿਰਦੇ ਹੁੰਦੇ ਹਨ, ਕਈ ਸਰਤੇ ਚੁੱਕ ਕੇ ਫਿਰਦੇ ਹਨ, ਘਰ ਘਰ ਜਾ ਕੇ ਵੇਚਦੇ ਹਨ। ਸੋ ਇਸ ਪ੍ਰਕਾਰ ਕਰਕੇ ਇੱਕ ਐਸਾ ਹੀ ਵਪਾਰੀ ਵਿਚਾਰਾ ਜਿਹੜਾ ਗਰੀਬ ਸੀ, ਤੁਰਿਆ ਜਾਂਦਾ ਸੀ ਆਪਣਾ ਜਿਹੜਾ ਸਮਾਨ ਚੁੱਕ ਕਰਕੇ, ਉਹ ਰਸਤੇ ਵਿੱਚ ਕਿਤੇ ਮਿਲ ਪਿਆ। ਤਿਹਸੋਂ ਸ੍ਰੀ ਗੁਰ ਗਿਰਾ ਉਚਾਰੀ। ਉਹਨੂੰ ਦੇਖ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਪੁੱਛਿਆ ਵਪਾਰੀ ਨੂੰ, ਕਿਆ ਬਾਂਧਿਓ ਹੈ ਤੋਹੇ ਪਿਛਾਰੀ। ਕਹਿਣ ਲੱਗੇ, ਹੇ ਪੁਰਸ਼ਾ ਤੂੰ ਆਪਣੇ ਪਿੱਛੇ ਗੰਠੜੀ ਵਿੱਚ ਕੁਝ ਬੰਨਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਪੁੱਛਣ ਲੱਗੇ, ਇਹ ਗੰਠੜੀ ਦੇ ਵਿੱਚ ਕੀ ਬੰਨਿਆ ਹੋਇਆ ਹੈ? ਤੂੰ ਕੀ ਬੰਨ ਕੇ ਨਾਲ ਲੈ ਕੇ ਜਾ ਰਿਹਾ ਹਾਂ? ਸੁਨਤ ਵਪਾਰੀ ਬਚਨ ਉਚਾਰਾ। ਇਹ ਜਿਹੜਾ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਸੁਣ ਕੇ ਉਹ ਵਪਾਰੀ ਨੇ ਕਿਹਾ, ਲੌਣ ਤੂਲ ਤੇਲੰਗ ਵਿਵਹਾਰਾ। ਦੇਖੋ ਉਹ ਵਿਚਾਰਾ ਕਹਿੰਦਾ, ਪਾਤਸ਼ਾਹ ਮੈਂ ਨਾ ਲੂਣ ਵੇਚਦਾ ਹਾਂ, ਮੇਰੀ ਇਹ ਗੰਠਰੀ ਵਿੱਚ ਸਾਲਟ ਹੈ, ਦੂਜਾ ਕਾਟਨ ਹੈ, ਤੂਲ ਵੀ ਹੈ, ਕਹਿੰਦੇ ਤੀਜੀ ਗੱਲ ਮੈਂ ਤੇਲ ਵੀ ਵੇਚਦਾ ਹਾਂ।
ਸੋ ਤੇਲ ਵੀ ਜਿਹੜਾ ਹੈ ਘਰੋਂ ਕੱਢ ਕੇ ਲਿਆਉਣਾ ਹਾਂ, ਉਹ ਮੈਂ ਵੇਚਦਾ ਹਾਂ। ਸੋ ਇਹ ਚੀਜ਼ਾਂ ਮੇਰੀ ਗੰਠੜੀ ਵਿੱਚ ਪਈਆਂ ਹਨ। ਹੇਤ ਜੀਵਕਾ ਗ੍ਰਾਮਨ ਫਿਰ ਹੀ। ਮਹਾਰਾਜ ਮੈਂ ਆਪਣਾ ਜਿਹੜਾ ਹੈ ਜੀਵਕਾ ਵਾਸਤੇ ਅਰਨ ਆਫ ਜਿਹੜਾ ਲਿਵਿੰਗ ਕਰਨ ਵਾਸਤੇ, ਜਿਉਣ ਵਾਸਤੇ, ਕੁਝ ਕਮਾਉਣ ਵਾਸਤੇ ਮੈਂ ਘਰ ਘਰ ਫਿਰਦਾ ਹਾਂ, ਪਿੰਡ ਪਿੰਡ ਜਾ ਕੇ ਮੈਂ ਇਹ ਚੀਜ਼ਾਂ ਵੇਚਦਾ ਹਰ ਰੋਜ਼। ਕਰ ਕੈ ਬਨਜ ਲਾਭ ਅਨਸਰ ਹੀ। ਮਹਾਰਾਜ ਫਿਰ ਇਹ ਚੀਜ਼ਾਂ ਵੇਚ ਕੇ ਜਿੰਨਾ ਮੈਨੂੰ ਪ੍ਰੋਫਿਟ ਹੁੰਦਾ ਹੈ, ਜਿੰਨਾ ਮੈਨੂੰ ਲਾਭ ਹੁੰਦਾ ਹੈ, ਉਹਦੇ ਨਾਲ ਹੀ ਮੈਂ ਆਪਣੀ ਜੀਵਿਕਾ ਚਲਾਉਂਦਾ ਹਾਂ, ਮੇਰਾ ਘਰ ਚੱਲਦਾ ਹੈ, ਇਹੀ ਮੇਰੀ ਇਨਕਮ ਹੈ। ਤੇ ਗਤ ਦੇਨ ਗੁਰੂ ਤਬ ਬੋਲੇ। ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਹਨੂੰ ਮੁਕਤੀ ਦੇਣ ਵਾਸਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਹਿਲੀ ਵਾਰੀ ਮਿਲਿਆ, ਮਹਾਰਾਜ ਨੇ ਇਹਨੂੰ ਮੁਕਤੀ ਦੇਣ ਵਾਸਤੇ ਕਿਹਾ। ਹਮ ਹੈ ਦਿਖਾਵੋ ਗਠਰੀ ਖੋਲੇ। ਕਹਿਣ ਲੱਗੇ ਉਸ ਵਪਾਰੀ ਨੂੰ, ਕਹੇ ਹੇ ਪੁਰਸ਼ਾ ਤੂੰ ਆਪਣੀ ਗਠੜੀ ਖੋਲ ਕੇ ਮੈਨੂੰ ਦਿਖਾ, ਇਹਦੇ ਵਿੱਚ ਕੀ ਆ, ਮੈਂ ਦੇਖਣਾ ਚਾਹਾਂ। ਤੂੰ ਕਹਿੰਦਾ ਜਿਹਦੇ ਵਿੱਚ ਲੂਣ ਹੈ, ਹਾਂਜੀ, ਕਾਟਨ ਹੈ, ਤੇਲ ਹੈ, ਹਾਂਜੀ, ਤੂੰ ਇਹ ਐਂ ਕਰ, ਇਹਨੂੰ ਖੋਲ ਕੇ ਚੰਗੀ ਤਰ੍ਹਾਂ ਮੈਨੂੰ ਸਾਰੀ ਦਿਖਾ ਹੁਣ। ਸੁਨ ਕੰਦੇ ਤੇ ਤਾਹੇ ਉਤਾਰੀ। ਉਹਨੇ ਆਪਣੇ ਮੋਢੇ ਤੇ ਚੱਕੀ ਹੋਈ ਉਹ ਗੰਠੜੀ ਜਿਹੜੀ ਹੈ ਥੱਲੇ ਰੱਖ ਕੇ ਉਹਦੀ ਗੰਠ ਖੋਲ ਦਿੱਤੀ। ਖੋਲ ਗੰਠ ਧਰ ਦੀਨ ਅਗਾਰੇ। ਤੇ ਸਾਰੀ ਗੰਠ ਨੂੰ ਖੋਲ ਕਰਕੇ ਉਹ ਕੱਪੜਾ ਵਿਛਾ ਕੇ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਸਾਰੀਆਂ ਚੀਜ਼ਾਂ ਦਿਖਾ ਦਿੱਤੀਆਂ ਜੋ ਵੀ ਉਹਦੇ ਵਿੱਚ ਲਈ ਫਿਰਦਾ ਸੀ ਵੇਚਣ ਵਾਸਤੇ। ਤੋਲਨ ਹੇਤ ਜੇ ਪਾਹਨ ਪਾਏ। ਫੇਰ ਕੀ ਦੇਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਿਗਾਹ ਪਈ, ਜਿਹੜੇ ਤੋਲਣ ਵਾਸਤੇ, ਵੇਟ ਵਾਸਤੇ, ਵੇ ਵਾਸਤੇ ਕੀ ਹੁੰਦੇ ਸਨ ਉੱਥੇ, ਜਿਹੜੇ ਹਨ ਸਟੋਨਸ ਵਰਤੇ ਜਾਂਦੇ ਸਨ। ਸੋ ਸਟੋਨਸ ਜਿਹੜੇ ਹੁੰਦੇ ਸਨ ਉਹ ਵਰਤੇ ਜਾਂਦੇ ਸਨ ਉਹ ਵੇ ਕਰਨ ਵਾਸਤੇ, ਜਿਹੜੀ ਚੀਜ਼ ਵੇਚਣੀ ਹੈ ਉਹਨੂੰ ਜਿਹੜਾ ਹੈ ਤੋਲਿਆ ਜਾਂਦਾ ਸੀ। ਤੋਲਣ ਵਾਸਤੇ ਜਿਹੜੇ ਪੱਥਰ ਰੱਖੇ ਹੋਏ ਸਨ ਉਹ ਪਏ ਸਨ। ਸ੍ਰੀ ਪ੍ਰਭ ਨੇ ਸੋ ਹਾਥ ਉਚਾਏ। ਮਹਾਰਾਜ ਨੇ ਉਹ ਗੰਠੜੀ ਵਿੱਚੋਂ ਨਾ ਲੂਣ ਚੱਕਿਆ, ਨਾ ਉਹਦਾ ਜਿਹੜਾ ਹੈ ਰੂਹ ਚੱਕੀ। ਮਹਾਰਾਜ ਨੇ ਉਹ ਤੋਲਣ ਵਾਲੇ ਪੱਥਰ ਚੱਕ ਲਏ, ਉਹ ਤੋਲਣ ਵਾਲੇ ਪੱਥਰ ਚੱਕ ਕੇ ਆਪਣੇ ਹੱਥ ਵਿੱਚ ਲੈ ਲਏ। ਪੂਜਨ ਕੇ ਹਿਤ ਗਿਰਾ ਉਚਾਰੀ। ਪਾਤਸ਼ਾਹ ਜੀ ਨੇ ਫਿਰ ਉਹ ਵਪਾਰੀ ਨੂੰ ਪੁੱਛਿਆ, ਕਹਿੰਦਾ ਇਹਦਾ ਤੋਲ ਦੱਸ, ਇਹਨੂੰ ਕੀ ਕਹਿੰਦੇ ਨੇ, ਆਹ ਜਿਹੜਾ ਪੱਥਰ ਹੈ ਇਹਦਾ ਕੀ ਵੇ ਹੈ, ਇਹ ਛੋਟੇ ਦਾ ਕੀ ਹੈ, ਵੱਡੇ ਦਾ ਕੀ ਹੈ, ਉਹਨੂੰ ਇਹ ਪੁੱਛਿਆ। ਇਨਕੋ ਨਾਮ ਬਤਾਓ ਵਪਾਰੀ। ਕਹਿਣਗੇ ਵਪਾਰੀ ਮੈਨੂੰ ਦੱਸ ਇਹਨੂੰ ਕੀ ਕਹਿੰਦੇ ਨੇ। ਇਹ ਜਿਹੜਾ ਵੱਡਾ, ਜਿਵੇਂ ਆਪਾਂ ਅੱਜ ਕਹਿ ਲਈਏ ਵੇ ਇਹ ਜਿਹੜਾ ਹੈ 1 ਕਿਲੋਗ੍ਰਾਮ ਹੈ, ਇਹ ਜਿਹੜਾ ਹੈ 10 ਕਿਲੋਗ੍ਰਾਮ ਹੈ, ਇਹ 100 ਕਿਲੋਗ੍ਰਾਮ ਹੈ, ਇਹ 1 ਗ੍ਰਾਮ ਹੈ, ਇਹ 10 ਗ੍ਰਾਮ ਹੈ। ਸੋ ਇਸ ਤਰ੍ਹਾਂ ਪ੍ਰਕਾਰ ਕਰਕੇ ਮਹਾਰਾਜ ਨੇ ਪੁੱਛਿਆ ਕਿ ਇਹਨਾਂ ਦੇ ਨਾਂ ਦੱਸ, ਇਹਨਾਂ ਦੀ ਯੂਨਿਟ ਜਿਹੜੀ ਮੈਸ਼ਰਿੰਗ ਯੂਨਿਟ ਹੈ ਉਹ ਦੱਸ ਸਾਨੂੰ। ਦੋਹਰਾ 5 ਸੇਰ 2 ਸੇਰ 1 ਸੇਰ 1 ਇਹ ਆਹੇ। ਦੇਖੋ ਉੱਥੇ ਫਿਰ ਉਹ ਵਿਚਾਰਾ ਜਿਹੜਾ ਵਪਾਰੀ ਆ ਨਾ, ਕਹਿੰਦਾ ਆ ਮਹਾਰਾਜ ਆ ਵੱਡਾ ਪੱਥਰ ਹੈ। ਉਹਨੇ ਪਹਿਲਾਂ ਸਭ ਤੋਂ ਵੱਡਾ ਚੱਕਿਆ, ਵੱਡਾ ਪੱਥਰ ਚੱਕ ਕੇ ਕਹਿਣ ਲੱਗਾ ਇਹ 5 ਸੇਰ ਹੈ। ਹੁਣ ਇੱਕ ਸੇਰ ਹੁੰਦਾ ਹੈ ਜਿਹੜਾ 933 ਗ੍ਰਾਮਸ, 933 ਗ੍ਰਾਮ ਦਾ ਇੱਕ ਸੇਰ ਬਣਦਾ ਹੈ। ਮਹਾਰਾਜ ਨੂੰ ਕਹਿੰਦਾ ਇਹ 5 ਸੇਰ ਹੈ। ਸੋ 5 ਸੇਰ ਇਹ ਭਾਰਾ ਜਿਹੜਾ ਹੈ 2 ਸੇਰ 1। ਕਹਿ ਲਗੇ ਇਹ 2 ਸੇਰ ਹੈ ਮਹਾਰਾਜ। ਸੋ 2 ਸੇਰ ਹੋਇਆ 1.8 ਜਿਹੜਾ ਹਨ 86 ਜਿਹੜਾ ਹਨ ਕਿਲੋਗ੍ਰਾਮਸ। ਮਹਾਰਾਜ ਇਹਦਾ weight ਹੈ ਤੇ ਇੱਕ ਕਹਿੰਦਾ ਇੱਕ ਸੇਰ ਹੈ, ਇਹ 0.933 ਗ੍ਰਾਮਸ ਦਾ ਕਿਲੋਗ੍ਰਾਮਸ ਦਾ ਇਹ ਪੱਥਰ ਹੈ। ਸੇਰ 1 ਇਹ ਆਹੇ। ਮਹਾਰਾਜ ਨੂੰ ਫਿਰ ਹੋਰ ਵੀ ਦਿਖਾਇਆ, ਕਹਿੰਦੇ ਦੇਖੋ ਮਹਾਰਾਜ ਇੱਥੇ ਜਿਹੜਾ ਹਨ ਇੱਕ ਪਾਈਆ ਦਾ ਇੱਕ ਹੋਰ ਵੀ ਹੈ, ਮਤਲਬ ਉਹਦੇ ਕੋਲ 2 ਸੇਰ ਦਾ ਇੱਕ ਪੱਥਰ ਸੀ, 1 ਸੇਰ ਦਾ ਇੱਕ ਪੱਥਰ ਸੀ। ਪਾਓ ਇੱਕ ਕੋ ਨਾਉ ਹੈ। ਓਕੇ, ਹੁਣ ਉੱਤੋਂ ਸਭ ਤੋਂ ਛੋਟਾ ਪੱਥਰ ਪਿਆ ਸੀ, ਸਭ ਤੋਂ ਛੋਟਾ ਪੱਥਰ ਨੂੰ ਪਾਓ ਕਹਿੰਦੇ ਹਾਂ। ਸੋ ਪਾਓ ਕਿਸ ਤਰ੍ਹਾਂ ਬਣਦਾ ਹੈ, ਸੇਰ ਦਾ ਚੌਥਾ ਹਿੱਸਾ। ਸੋ ਪਾਓ ਨਾ ਕਿਉਂ ਪਿਆ, ਕਿਉਂਕਿ ਮੰਜੇ ਦੇ 4 ਪਾਵੇ ਹੁੰਦੇ ਹਨ, 4 ਲਿਖਸ ਹੁੰਦੇ ਹਨ। ਸੋ ਇੱਕ ਪਾਓ ਜਿਹੜਾ ਹੈ ਉਹ ਹੋਇਆ ਜਿਹੜਾ ਹੈ ਡਿਵਾਈਡ ਬਾਈ 4। ਸੋ ਜਿਹੜਾ ਹੈ 933 ਗ੍ਰਾਮਸ ਨੂੰ ਡਿਵਾਈਡ ਬਾਈ 4 ਕਰ ਲਓ, ਇੱਕ ਪਾਓ ਬਣਿਆ। ਸੋ ਉਹ ਬਣਿਆ ਜੀ 232 ਜਿਹੜਾ ਹਨ ਗ੍ਰਾਮਸ ਬਣੇ, ਜਾਂ ਆਪਾਂ ਐਗਜ਼ੈਕਟਲੀ ਕਹਿ ਲਈਏ 232.5 ਗ੍ਰਾਮਸ ਬਣਿਆ ਜੀ। ਜੇ ਤੁਮਰੇ ਕਰ ਮਾਹੇ। ਤੇ ਉਹ ਮਹਾਰਾਜ ਦੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਸਭ ਤੋਂ ਛੋਟਾ ਪਾਓ ਸੀਗਾ, ਜਿਹੜਾ 232.5 ਗ੍ਰਾਮ ਸੀ ਨਾ, ਉਹ ਮਹਾਰਾਜ ਦੇ ਹੱਥ ਵਿੱਚ ਸੀ ਉਹ ਪੱਥਰ। ਤੇ ਉਹ ਵਪਾਰੀ ਕਹਿੰਦਾ ਮਹਾਰਾਜ ਜਿਹੜਾ ਤੁਹਾਡੇ ਹੱਥ ਵਿੱਚ ਫੜਿਆ ਉਹਦਾ ਇਹਨੂੰ ਪਾਓ ਕਹਿੰਦੇ ਹਾਂ। ਚੌਪਈ ਸੁਨ ਗੁਰ ਕਹੈ ਧਨ ਇਹ ਪਾਓ। ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਪੱਥਰ ਨੂੰ ਦੇਖ ਕੇ ਕਹਿਣ ਲੱਗੇ ਧਨ ਇਹ ਪਾਓ। ਕਹਿੰਦੇ ਇਹ ਪਾਓ ਜਿਹੜਾ ਧਨ ਹੈ, ਇਹ ਪੱਥਰ ਜਿਹੜਾ ਹੈ ਇਹ ਧਨ ਹੈ, ਇਹ ਗ੍ਰੇਟ ਹੈ। ਕਿਉਂ? ਜਿਨ ਆਪਣੋ ਲਗ ਨਾਮ ਧਰਾਓ। ਦੇਖੋ ਸਾਰੇ ਪੱਥਰਾਂ ਦਾ ਜਿਹੜਾ ਹਨ ਵੇ ਜਿਹੜਾ ਵੱਡਾ ਹੈ, ਇਹ ਇਕੱਲਾ ਹੀ ਆ ਵਿਚਾਰਾ ਸਭ ਤੋਂ ਛੋਟਾ।
ਕਹਿੰਦੇ ਇਹੀ ਨਿਮਰਤਾ ਵਾਲਾ ਹੈ, ਇਹਦੇ 'ਚ ਹੰਬਲਨੈਸ ਹੈ ਕਿ ਉਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਅਖਵਾਇਆ ਹੈ। ਸਭ ਤੋਂ ਛੋਟਾ ਜਿਹੜਾ ਹੈ ਕਹਿੰਦੇ ਜੀ ਇਹੀ ਹੈ, ਕਹਿੰਦੇ ਇਹ ਚੰਗਾ ਹੈ ਕਿਉਂਕਿ ਇਹਨੇ ਆਪਣੇ ਆਪ ਨੂੰ ਛੋਟਾ ਅਖਵਾਇਆ ਹੈ, ਇਹਨੇ ਵੱਡਾ ਨਹੀਂ ਇਹ ਬਣਿਆ, ਇਹਦੇ ਵਿੱਚ ਨਿਮਰਤਾ ਹੈ। ਪੂਜਨ ਜੋਗ ਇਹੀ ਹਮ ਜਾਣਾ। ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਜਿਹੜਾ ਪੱਥਰ ਆ ਨਾ ਪਾਓ, ਕਹਿੰਦੇ ਇਹ ਪੂਜਨ ਯੋਗ ਹੈ ਕਿਉਂਕਿ ਇਹਨੇ ਆਪਣੇ ਆਪ ਨੂੰ ਛੋਟਾ ਕੀਤਾ ਹੈ। ਗੱਲ ਤਾਂ ਸਾਰੀ ਇਹ ਹੈ ਨਾ, ਜੀਵਨ ਵਿੱਚ ਜਿਨ੍ਹਾਂ ਨੇ ਨਿਮਰਤਾ ਲੈ ਕੇ ਆਏ, ਜਿਹੜੇ ਬੰਦੇ ਛੋਟੇ ਬਣੇ ਹਨ, ਜੋ ਪਰਮਾਤਮਾ ਨੂੰ ਤਾਂ ਉਹੀ ਚੰਗੇ ਲੱਗਦੇ ਨਾ ਜੋ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਛੋਟਾ ਗਿਣਨ, ਛੋਟੇ ਬਣਨ, ਆਪਣੇ ਆਪ ਨੂੰ ਨਿਤਾਣੇ ਜਾਣ, ਉਹਨਾਂ ਦਾ ਹੀ ਤਾਣ ਫੇ ਪਰਮੇਸ਼ਰ ਬਣਦਾ ਹੈ। ਸੁਨੋ ਕਾਨ ਦੇ ਕਰ ਮਰਦਾਨਾ। ਸੋ ਉਸ ਵੇਲੇ ਕਹਿੰਦੇ ਭਾਈ ਮਰਦਾਨੇ ਵੱਲ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੁਣੋ ਕਾਨ, ਕਹਿਣਗੇ ਕੰਨ ਦੇ ਕੇ ਮਰਦਾਨਿਆਂ ਸੁਣ, ਇਹ ਜਿਹੜਾ ਪਾਓ ਪੱਥਰ ਆ ਇਹ ਸਭ ਤੋਂ ਚੰਗਾ ਹੈ ਜਿਨੇ ਨਿਮਰਤਾ ਧਾਰਨ ਕੀਤੀ ਹੈ। ਇਸ ਬਿਦ ਬਚਨ ਵਪਾਰੀ ਸੁਨੇ। ਸੋ ਇਸ ਤਰ੍ਹਾਂ ਦੇ ਜਦੋਂ ਬਚਨ ਵਪਾਰੀ ਨੇ ਸੁਣੇ, ਕੋਈ ਉਹ ਅਸਚਰਜ ਹੋਇਆ, ਕੁਝ ਹੈਰਾਨ ਹੋਇਆ, ਕਹਿੰਦੇ ਇਹ ਜਿਹੜਾ ਸੰਤ ਹੈ ਬੜੇ ਅਨੋਖੇ ਜਿਹੇ ਬਚਨ ਕਰਦਾ ਹੈ। ਸੋ ਇਹ ਬਚਨ ਸੁਣ ਕੇ ਉਸ ਵੇਲੇ ਪੂਰਨ ਸੰਤ ਹਿਰਦੇ ਮਹਿ ਗੁਨੇ, ਉਹਨੇ ਇੱਕ ਗੱਲ ਜਾਣ ਲਈ ਉਹ ਵਪਾਰੀ ਨੇ ਵੀ ਇਹ ਜਿਹੜਾ ਸੰਤ ਮੈਨੂੰ ਮਿਲਿਆ ਹੈ ਨਾ ਇਹ ਪੂਰਨ ਸੰਤ ਹੈ, ਇਹ ਪਰਫੈਕਟ ਸੇਂਟ ਹੈ, ਇਹ ਸੰਤ ਜਿਹੜਾ ਹੈ ਪੂਰਾ ਹੈ। ਆਪਾ ਖੋਏ ਪਰਿਓ ਸਰਨਾਈ। ਉਸਨੇ ਕੀ ਕੀਤਾ, ਵਪਾਰੀ ਨੇ ਉਹਦੇ ਭਾਗ ਜਾਗ ਪਏ, ਉਹਨੇ ਸਭ ਕੁਝ ਪਿੱਛੇ ਛੱਡ ਕੇ ਨਾ, ਉਹਨੇ ਆਪਣਾ ਹੰਕਾਰ ਪਿੱਛੇ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ ਜਾ ਕੇ। ਕਹਿੰਦੇ ਅੱਜ ਮੈਂ ਵੀ ਛੋਟਾ ਬਣ ਜਾਵਾਂ ਕਿਉਂਕਿ ਸਭ ਤੋਂ ਛੋਟਾ ਗੁਰੂ ਨਾਨਕ ਦੇ ਹੱਥ ਵਿੱਚ ਆਇਆ ਹੈ, ਵੱਡੇ ਨੂੰ ਗੁਰੂ ਨਾਨਕ ਨੇ ਹੱਥ ਨਹੀਂ ਲਾਇਆ, ਸਿਰਫ ਛੋਟੇ ਨੂੰ ਚੁੱਕ ਕੇ ਆਪਣੇ ਹੱਥ ਵਿੱਚ ਰੱਖਿਆ ਤੇ ਉਹਨੂੰ ਵਡਿਆਈ ਦਿੱਤੀ। ਵਪਾਰੀ ਕਹਿੰਦਾ ਮੈਂ ਵੀ ਅੱਜ ਛੋਟਾ ਹੀ ਬਣ ਜਾਵਾਂ, ਮੈਂ ਵੀ ਗੁਰੂ ਨਾਨਕ ਦੇ ਚਰਨੀ ਪੈ ਜਾਂਦਾ ਹਾਂ ਕਿਉਂਕਿ ਕਿਤੇ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਵੀ ਚੁੱਕ ਲੈਣ। ਸੋ ਇਹ ਜਿਹੜਾ ਹੈ ਉਹਦੇ ਮਨ ਵਿੱਚ ਖਿਆਲ ਆਇਆ ਤੇ ਸ਼ਰਨ ਵਿੱਚ ਪੈ ਗਿਆ ਆ ਕੇ। ਵਿਸ਼ੇ ਵਾਸਨਾ ਸਰਬ ਗਵਾਈ। ਦੇਖੋ ਉਹਦੇ ਅੰਦਰੋਂ ਵਿਸ਼ੇ ਵਾਸਨਾ ਜਿਹੜੀਆਂ ਹਨ, ਸੋ ਜਿਹੜਾ ਵਾਈਸਸ ਦਾ ਜਿਹੜਾ ਇੱਛਾ ਹੁੰਦੀ ਹੈ ਉਹ ਸਾਰੀ ਹੀ ਚਲੀ ਗਈ, ਵਿਸ਼ੇ ਦੀਆਂ ਵਾਸ਼ਨਾਵਾਂ ਸਾਰੀਆਂ ਦੂਰ ਹੋ ਗਈਆਂ, ਉਹਦਾ ਮਨ ਨਿਰਮਲ ਹੋ ਗਿਆ ਉਸ ਵਪਾਰੀ ਦਾ। ਧਰਿਓ ਚਰਨ ਪਰ ਸਿਰ ਹੋਏ ਦੀਨਾ। ਉਹਨੇ ਆਪਣਾ ਜਿਹੜਾ ਹਨ ਸਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਟਿਕਾ ਦਿੱਤਾ ਤੇ ਬਹੁਤ ਗਰੀਬ ਨਿਮਰਤਾ ਦੀ ਅਵਸਥਾ ਵਿੱਚ ਆਇਆ। ਭਰਿਓ ਰਹਿਓ ਨਾ ਉਠਾਵਨ ਕੀਨਾ। ਦੇਖੋ ਇੰਨਾ ਉਹਨੂੰ ਵਿਭਾਗ ਜਾਗੇ ਉਸ ਵਪਾਰੀ ਦੇ, ਉਹ ਆਪਣਾ ਸਿਰ ਨਹੀਂ ਹੁਣ ਚੁੱਕ ਰਿਹਾ, ਮਹਾਰਾਜ ਦੇ ਚਰਨਾਂ ਤੇ ਰੱਖ ਕੇ ਉੱਥੇ ਟਿਕਾ ਦਿੱਤਾ, ਚੁੱਕਦਾ ਨਹੀਂ ਹੁਣ, ਬਸ ਉੱਥੇ ਹੀ ਰਹਿ ਗਿਆ ਜੀ ਉਹਦਾ ਸਿਰ। ਦੇਖ ਦੀਨਤਾ ਤੇ ਜਗਨਾਥਾ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਜਗਤ ਦੇ ਨਾਥ ਸੁਆਮੀ ਹਨ, ਉਹਦੀ ਦੀਨਤਾ ਦੇਖੀ ਮਹਾਰਾਜ ਨੇ, ਉਹਦੀ ਨਿਮਰਤਾ ਨੂੰ ਦੇਖ ਕੇ ਮਹਾਰਾਜ ਜੀ ਖੁਸ਼ ਹੋਏ। ਸਿਰ ਪਰ ਧਰਿਓ ਕਮਲ ਸਮ ਹਾਥਾ। ਦੇਖੋ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਕਿਰਪਾ, ਆਪਣਾ ਹੱਥ ਉਸ ਵਪਾਰੀ ਦੇ ਸਿਰ ਤੇ ਰੱਖ ਦਿੱਤਾ, ਜਿਹੜਾ ਕਿ ਆਪਣਾ ਸਿਰ ਮਹਾਰਾਜ ਦੇ ਚਰਨਾਂ ਤੋਂ ਨਹੀਂ ਚੁੱਕ ਰਿਹਾ ਸੀ ਨਾ, ਮਹਾਰਾਜ ਨੇ ਆਪਣਾ ਹੱਥ ਉਸਦੇ ਸਿਰ ਉੱਤੇ ਰੱਖਣਾ ਕੀਤਾ। ਤੇ ਛਿਨ ਖੁੱਲ ਗਏ ਬਿਕਟ ਕਪਾਟਾ। ਦੇਖੋ ਕੀ ਹੋਇਆ, ਉਸ ਵਪਾਰੀ ਦੇ ਉਸ ਵੇਲੇ ਕਪਾਟ ਖੁੱਲ ਗਏ, ਸਾਰੇ ਅੰਦਰ ਅਗਿਆਨਤਾ ਦੇ ਜੋ ਦਰਵਾਜ਼ੇ ਸਨ ਉਹ ਸਾਰੇ ਖੁੱਲ ਗਏ, ਉਹਨੂੰ ਗਿਆਨ ਹੋ ਗਿਆ। ਸਾਰੇ ਜਿਹੜੇ ਹਨ ਦਰਵਾਜ਼ੇ ਜਿਹੜੇ ਜਨਮਾਂ ਜਨਮਾਂਤਰਾਂ ਤੋਂ ਪਰਮੇਸ਼ਰ ਨੂੰ ਨਹੀਂ ਦੇਖਣ ਦਿੰਦੇ ਸਨ, ਜਿਹਦੇ ਕਰਕੇ ਪਰਮੇਸ਼ਰ ਦਾ ਰੀਅਲਾਈਜੇਸ਼ਨ ਨਹੀਂ ਹੋ ਰਿਹਾ ਸੀਗਾ, ਉਹ ਦਰਵਾਜ਼ੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਹੱਥ ਲਾ ਕੇ ਉਹਦੇ ਸੀਸ ਤੇ ਉਹ ਸਾਰੇ ਖੋਲ ਦਿੱਤੇ। ਉਹਨੂੰ ਪ੍ਰਤੱਖ ਆਤਮਾ ਕਰਕੇ ਪਰਮਾਤਮਾ ਦਿਸਣ ਲੱਗ ਪਿਆ, ਉਹਨੂੰ ਆਪਣੇ ਆਪ ਦੇ ਵਿੱਚ ਵੀ ਦਿਸਿਆ ਤੇ ਸਾਰੀ ਕਾਇਨਾਤ ਵਿੱਚ ਉਹਨੂੰ ਪਰਮਾਤਮਾ ਦਿਸਣ ਲੱਗਿਆ। ਅਦਭੁਤ ਭਇਓ ਅਪਰ ਹੀ ਠਾਟਾ। ਅਦਭੁਤ ਉਹ ਹੈਰਾਨ ਹੋ ਗਿਆ, ਐਸੀ ਅਵਸਥਾ ਉਸਦੀ ਬਣੀ, ਕਹਿਣ ਲੱਗੇ ਅਪਰ ਹੀ ਠਾਠਾ, ਕਹਿੰਦਾ ਹੋਰ ਹੀ ਦੁਨੀਆ ਹੋ ਗਈ। ਆਪਾਂ ਤਾਂ ਇਸ ਦੁਨੀਆ ਨੂੰ ਸੱਚ ਕਰਕੇ ਦੇਖਦੇ ਹਾਂ, ਪਰਮੇਸ਼ਰ ਨੂੰ ਆਪਾਂ ਝੂਠ ਕਰਕੇ ਦੇਖਦੇ ਹਾਂ। ਅੱਜ ਉਹਦੀ ਜਿਹੜੀ ਹਨ ਇਹ ਨਜ਼ਰ ਪਲਟ ਗਈ, ਅੱਜ ਉਹਨੂੰ ਪਰਮੇਸ਼ਰ ਸੱਤ ਲੱਗਣ ਲੱਗ ਗਿਆ, ਦੁਨੀਆ ਝੂਠੀ ਲੱਗਣ ਲੱਗ ਗਈ। ਉਹ ਦੇਖ ਕੇ ਅਦਭੁਤ ਹੋ ਗਿਆ, ਹੈਰਾਨ ਹੋ ਗਿਆ। ਜਗਿਓ ਗਿਆਨ ਦੁਬਦਾ ਸਭ ਖੋਈ। ਦੇਖੋ ਗਿਆਨ ਜਾਗ ਪਿਆ ਉਸਦੇ ਵਿੱਚ, ਉਹਨੂੰ ਗਿਆਨ ਹੋ ਗਿਆ, ਜਿਹੜੀ ਦੁਬਦਾ ਡਾਊਟ ਸੀ ਉਹ ਸਾਰੀ ਉਹ ਦੂਰ ਹੋ ਗਈ। ਤਿੰਨ ਲੋਕ ਕੀ ਸੁਧ ਔਰ ਹੋਈ। ਤਿੰਨ ਲੋਕਾਂ ਦੀ ਉਹਨੂੰ ਸੋਝੀ ਹੋ ਗਈ, ਜਿਹੜਾ ਹਨ ਆਕਾਸ਼ ਲੋਕ, ਪਤਾਲ ਲੋਕ ਤੇ ਮੱਧ ਲੋਕ, ਜਿਹੜਾ ਇਹ ਹੈ ਮੱਤ ਲੋਕ ਵੀ ਕਹਿ ਦਿੰਦੇ ਹਾਂ। ਸੋ ਇਹ ਤਿੰਨ ਲੋਕਾਂ ਦੀ ਉਹਨੂੰ ਸੋਝੀ ਹੋ ਗਈ, ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਦੀ ਸਾਰੀ ਉਹਨੂੰ ਗਿਆਨ ਹੋ ਗਿਆ। ਉਹਦੇ ਵਾਸਤੇ ਸਮਾਂ ਹੁਣ ਕੋਈ ਮਾਇਨਾ ਨਹੀਂ ਰੱਖਦਾ, ਕੋਈ ਜਿਹੜਾ ਹਨ ਉਹਦੇ ਵਾਸਤੇ ਟਾਈਮ ਵਾਸ ਨਥਿੰਗ, ਉਹਦੇ ਵਾਸਤੇ ਟਾਈਮ ਜਿਹੜਾ ਹੈ ਕੁਝ ਵੀ ਨਾ ਰਿਹਾ, ਉਹਦੇ ਵਾਸਤੇ ਸਾਰੇ ਡਾਇਮੈਂਸ਼ਨ ਖੁੱਲ ਗਏ। ਉਹਨੂੰ ਸਾਰੀ ਦੁਨੀਆ ਦੇ ਵਿੱਚ ਪਰਮਾਤਮਾ
ਤੇ ਪਰਮਾਤਮਾ ਦੇ ਵਿੱਚ ਸਾਰੀ ਦੁਨੀਆ ਦਿਸਣ ਲੱਗ ਪਈ। ਦੋਹਰਾ ਜਬ ਬਾਲੇ ਨੇ ਅਸ ਕਹੀ ਵੈਪਾਰੀ ਕੀ ਗਾਥ। ਜਦੋਂ ਭਾਈ ਬਾਲਾ ਜੀ ਇਹ ਸਾਖੀ ਦੱਸੀ ਨਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਭਾਈ ਬਾਲਾ ਜੀ ਨੇ ਇਹ ਸਾਖੀ ਦੱਸੀ, ਜਦੋਂ ਇਹ ਸਾਖੀ ਦਾ ਉਚਾਰਨ ਕਰ ਰਿਹਾ ਸੀ ਭਾਈ ਬਾਲਾ ਜੀ, ਤਤ ਛਿਨ ਪ੍ਰਾਪਤ ਗਿਆਨ ਭਾ ਪਰਸੇ ਪ੍ਰਭ ਕੇ ਹਾਥ। ਤੇ ਵੀ ਇਹ ਸਾਖੀ ਵਿੱਚ ਸਭ ਤੋਂ ਵੱਡੀ ਗੱਲ ਕੀ ਆਈ ਕਿ ਤਤ ਛਿਨ ਪ੍ਰਾਪਤ ਗਿਆਨ ਭਾ, ਵੀ ਤਤ ਛਿਨ ਕਰਕੇ ਉਸੇ ਵੇਲੇ ਉਹ ਵਪਾਰੀ ਨੂੰ ਗੁਰੂ ਨਾਨਕ ਨੇ ਗਿਆਨ ਕਰਾ ਦਿੱਤਾ, ਸਿਰਫ ਹੱਥ ਲਾਉਣ ਕਰਕੇ। ਇੱਕ ਹੱਥ ਲਾਇਆ ਉਹਦੇ ਸੀਸ ਤੇ, ਉਹਨੂੰ ਗਿਆਨ ਕਰਾਤਾ। ਦੇਖੋ ਯੋਗੀ ਲੋਕ ਕਿੰਨੀਆਂ ਉਮਰਾਂ ਜਿਹੜੇ ਹਨ, ਤਪਸਵੀ ਲੋਕ ਕਿੰਨਾ ਤਪ ਕਰਦੇ ਹਨ ਗਿਆਨ ਲੈਣ ਵਾਸਤੇ। ਗੁਰੂ ਨਾਨਕ ਸਾਹਿਬ ਨੇ ਇਹ ਵਿਚਾਰਾ ਵਪਾਰੀ ਸੀ, ਤੇਲ ਵੇਚਣ ਵਾਲਾ ਗਰੀਬ ਵਿਚਾਰਾ, ਕਿਤੇ ਵੀ ਨਹੀਂ ਪੜਿਆ, ਇੱਕ ਅੱਖਰ ਨਹੀਂ ਪੜਿਆ। ਮਹਾਰਾਜ ਨੇ ਜੋ ਕੀਤੀ ਕਿਰਪਾ ਨਾ, ਹੱਥ ਲਾਤਾ ਉਹਦੇ ਸੀਸ ਤੇ, ਉਹਨੂੰ ਤਾਂ ਬ੍ਰਹਮ ਗਿਆਨੀ ਬਣਾਤਾ, ਉਹਨੂੰ ਤਾਂ ਪਰਮੇਸ਼ਰ ਦਾ ਰੂਪ ਬਣਾਤਾ ਗੁਰੂ ਨਾਨਕ ਨੇ। ਜਦੋਂ ਐਸੀ ਗੱਲ ਸੁਣੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਚੌਪੇ ਤਬ ਸ੍ਰੀ ਅੰਗਦ ਬੋਲੇ ਬਾਣੀ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਉਸ ਵੇਲੇ ਭਾਈ ਬਾਲੇ ਨੂੰ ਇਹ ਗੱਲ ਪੁੱਛੀ, ਹੇ ਬਾਲੇ ਇਹ ਕਹੋ ਕਹਾਣੀ। ਹੇ ਬਾਲੇ ਜਿਹੜੀ ਤੂੰ ਇਹ ਕਹਾਣੀ ਸਾਨੂੰ ਹੁਣ ਦੱਸੀ ਹੈ, ਇਨ ਵੈਪਾਰੀ ਤਤ ਛਿਨ ਪਾਏ। ਕਹਿਣ ਲੱਗੇ ਇਹ ਵਪਾਰੀ ਤਾਂ ਇੱਕ ਛਿਨ ਵਿੱਚ ਪਾ ਗਿਆ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਮੈਂ ਤਾਂ ਲੈਣਾ ਜਦੋਂ ਸੀਗਾ, ਮੈਂ ਤਾਂ ਕਿੰਨੀ ਸੇਵਾ ਕੀਤੀ, ਮੈਨੂੰ ਤਾਂ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਕਿੰਨੇ ਮੇਰੇ ਟੈਸਟ ਲਏ। ਹਾਂਜੀ ਭਾਈ ਜਿਹੜਾ ਹਨ ਬਾਬਾ ਸ੍ਰੀ ਚੰਦ ਦੇ ਲਏ, ਬਾਬਾ ਲਖਮੀ ਦਾਸ ਦੇ ਲਏ, ਬਾਬਾ ਬੁੱਢਾ ਜੀ ਦੇ ਲਏ, ਭਾਈ ਮਨਸੁਖ ਦੇ ਲਏ, ਭਾਈ ਭਗੀਰਥ ਦੇ ਲਏ, ਕਿੰਨੇ ਗੁਰਸਿੱਖਾਂ ਦੇ ਮਹਾਰਾਜ ਨੇ ਟੈਸਟ ਲਏ। ਕਹਿੰਦੇ ਫੇਰ ਕਿਤੇ ਜਾ ਕੇ ਕਿਰਪਾ ਕੀਤੀ, ਇਹ ਵਪਾਰੀ ਨੂੰ ਤਾਂ ਉਸੇ ਵੇਲੇ ਕਰ ਦਿੱਤੀ। ਇਹ ਕੀ ਗੱਲ ਹੋਈ? ਕਛ ਚਿਰ ਕਾਲ ਨਾ ਸੇਵ ਹਾਂ ਕਮਾਈ। ਦੇਖੋ ਇਹ ਵਪਾਰੀ ਨੇ ਤਾਂ ਇੱਕ ਸੇਵਾ ਵੀ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ, ਇੱਕ ਛਿਨ ਵਿੱਚ ਵੀ ਨਹੀਂ ਸੇਵਾ ਕੀਤੀ। ਉਹਨੇ ਤਾਂ ਸਿਰਫ ਗੱਲ ਮੰਨੀ ਆ, ਕਹਿੰਦੇ ਆ ਗੱਠੜੀ ਕੀ ਲਈ ਫਿਰਦਾ, ਖੋਲ ਦੇ, ਖੋਲ ਕੇ ਜਿਹੜਾ ਉਹਦੇ ਤੇ ਕਿਰਪਾ ਕਰਤੀ। ਕਹਿੰਦੇ ਇਹ ਕੀ ਗੱਲ ਹੋਈ, ਇਹ ਕਿਵੇਂ ਹੋ ਗਿਆ ਜੀ? ਜਿਹੜੀ ਵਸਤੂ ਸਾਨੂੰ ਇੰਨੀ ਜਿਹੜੀ ਹਨ ਸੇਵਾ ਕਰਕੇ ਪ੍ਰਾਪਤ ਹੋਈ, ਉਹਨਾਂ ਨੂੰ ਤਾਂ ਇਸੇ ਤਰ੍ਹਾਂ ਹੀ ਮਿਲ ਗਈ ਬਸ ਇੱਕ ਸੈਕਿੰਡ ਵਿੱਚ। ਹੋਰਨ ਕੀਨ ਸ਼ਬਦ ਅਭਿਆਸਾ। ਕਹਿਣ ਲੱਗੇ ਨਾ ਉਹਨੇ ਕੋਈ ਸ਼ਬਦ ਦਾ ਅਭਿਆਸ ਕੀਤਾ ਹੋਣਾ, ਉਹਨੂੰ ਤਾਂ ਵਾਹਿਗੁਰੂ ਨਹੀਂ ਕਹਿਣਾ ਹੁੰਦਾ ਹੋਣਾ, ਨਾ ਉਹਨੇ ਕਿਤੇ ਆਪਣੀ ਜ਼ਿੰਦਗੀ ਵਿੱਚ ਸਤਨਾਮ ਹੀ ਕਿਹਾ ਹੋਊਗਾ। ਗਿਆਨੀ ਭਇਓ ਪਾਏ ਸੁਖ ਰਾਸਾ। ਦੇਖੋ ਗਿਆਨੀ ਬਣ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਸੇ ਵੇਲੇ ਉਹਨੂੰ ਗਿਆਨੀ ਬਣਾਤਾ ਤੇ ਸੁੱਖਾਂ ਦੀ ਰਾਸ ਬਣਾਤਾ। ਉਹ ਦੂਜਿਆਂ ਨੂੰ ਸੁੱਖ ਦੇਣ ਵਾਲਾ ਬਣ ਗਿਆ, ਦੂਜਿਆਂ ਦੇ ਸੁੱਖ ਦਾ ਕਾਰਨ ਬਣ ਗਿਆ ਉਹ, ਗੁਰੂ ਨਾਨਕ ਦੀ ਸ਼ੋਅ ਪ੍ਰਾਪਤ ਕਰਕੇ। ਬਾਲੇ ਨੇ ਤਬ ਬਚਨ ਉਚਾਰੇ। ਭਾਈ ਬਾਲੇ ਨੇ ਜਦੋਂ ਇਹ ਸਵਾਲ ਸੁਣਿਆ ਨਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅੰਗਦ ਸਾਹਿਬ ਜੀ ਨੂੰ ਤਾਂ ਸਭ ਕੁਝ ਪਤਾ ਹੀ ਸੀਗਾ, ਮਹਾਰਾਜ ਕੀ ਨਹੀਂ ਜਾਣਦੇ, ਪਰ ਮਹਾਰਾਜ ਨੇ ਜਿਹੜੇ ਬੈਠੇ ਹੋਰ ਸਿੱਖਾਂ ਨਾ, ਉਹਨਾਂ ਵਾਸਤੇ ਗੁਰੂ ਅੰਗਦ ਦੇਵ ਜੀ ਨੇ ਸਵਾਲ ਭਾਈ ਬਾਲੇ ਨੂੰ ਪੁੱਛਿਆ ਵੀ ਭਾਈ ਬਾਲਾ ਇਹਦਾ ਖੁਲਾਸਾ ਕਰੇ, ਇਹਨੂੰ ਹੋਰ ਜਿਹੜਾ ਹੈ ਡਿਟੇਲ ਨਾਲ ਦੱਸੇ, ਤਾਂ ਕਰਕੇ ਸਿੱਖਾਂ ਨੂੰ ਸਮਝ ਪੈ ਜਾਵੇ। ਤੇ ਆਪਾਂ ਵੀ ਤਾਂ ਉਹਨਾਂ ਵਿੱਚੋਂ ਹੀ ਆ ਅੱਜ। ਹੁਣ ਭਾਈ ਬਾਲਾ ਦੱਸ ਰਿਹਾ, ਆਪਾਂ ਵੀ ਸੁਣ ਰਹੇ ਹਾਂ। ਹੁਣ ਇਹਦਾ ਕਾਰਨ ਕੀ ਬਣਿਆ? ਭਾਈ ਬਾਲਿਆਂ ਜਿਹੜਾ ਹੈ ਗੁਰੂ ਅੰਗਦ ਸਾਹਿਬ ਜੀ ਦਾ ਸੁਣ ਕੇ ਸਵਾਲ ਕਹਿਣ ਲੱਗਾ, ਸੁਣ ਅੰਗਦ ਸ੍ਰੀ ਨਾਨਕ ਪਿਆਰੇ। ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗਾ, ਸੁਣ ਅੰਗਦ ਜੀ, ਗੁਰੂ ਸ੍ਰੀ ਨਾਨਕ ਪਿਆਰੇ, ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ। ਹੇ ਅੰਗਦ, ਮੈਂ ਸਾਰੀ ਉਮਰ ਗੁਰੂ ਨਾਨਕ ਨਾਲ ਰਿਹਾ, ਪਰ ਗੁਰੂ ਨਾਨਕ ਦੇ ਪਿਆਰੇ ਤੁਸੀਂ ਹੋ। ਗੁਰੂ ਅੰਗਦ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਿਹਾ, ਮੈਂ ਬੂਝਨ ਕੀਨੇ ਪ੍ਰਭ ਤਬ ਹੀ। ਭਾਈ ਬਾਲਾ ਕਹਿੰਦਾ ਮੈਂ ਉਸੇ ਵੇਲੇ ਨਾ ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਿਆ, ਇਹੀ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛਿਆ ਹੈ ਨਾ, ਮੈਂ ਸਿੱਧਾ ਗੁਰੂ ਨਾਨਕ ਨੂੰ ਉਸੇ ਵੇਲੇ ਪੁੱਛਿਆ। ਤeh ਪੁਰ ਖੁਸ਼ੀ ਕੀਨ ਪ੍ਰਭ ਜਬ ਹੀ। ਤeh ਪੁਰ ਖੁਸ਼ੀ, ਜਦੋਂ ਮੈਂ ਦੇਖਿਆ ਵੀ ਇਹਦੇ ਤੇ ਤਾਂ ਇੰਨੀ ਖੁਸ਼ੀ ਕਰਤੀ, ਭਾਈ ਬਾਲਾ ਤੇ ਭਾਈ ਮਰਦਾਨ ਥੋੜੇ ਜੈਲਸ ਜਿਹੇ ਹੋ ਗਏ, ਕਹਿੰਦੇ ਵੀ ਸਾਡੇ ਤੇ ਤਾਂ ਕੀਤੀ ਨਹੀਂ ਅੱਜ ਤੱਕ, ਇਹਨੂੰ ਤਾਂ ਹੁਣ ਮਿਲਦਿਆਂ ਸਾਰ ਕਰ ਦਿੱਤੀ, ਇਹ ਕੀ ਗੱਲ ਹੋਈ? ਮੁਝ ਸੋ ਜੈਸੇ ਬਚਨ ਉਚਾਰੇ। ਤੇ ਉਸ ਵੇਲੇ ਜਿਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਸਾਨੂੰ ਉਸ ਵੇਲੇ ਦੱਸਿਆ, ਭਾਈ ਬਾਲਾ ਜੀ ਕਹਿੰਦੇ, ਸੋ ਮੈਂ ਕਹੇ ਹੋ ਪਾਸ ਹਾਂ ਤੁਮਾਰੇ। ਮੈਂ ਉਹੀ ਗੱਲ ਜਿਹੜੀ ਹੈ ਵਰਡ ਬਾਈ ਵਰਡ ਮੈਂ ਤੁਹਾਨੂੰ ਹੁਣ ਦੱਸਦਾ ਹਾਂ, ਜਿਵੇਂ ਗੁਰੂ ਨਾਨਕ ਨੇ ਸਮਝਾਇਆ ਮੈਂ ਤੁਹਾਨੂੰ ਦੱਸਦਾ ਹਾਂ। ਪੂਰਬ ਜਨਮ ਪੁੰਨ ਇਸ ਕੇਰੇ। ਦੇਖੋ ਕਹਿੰਦੇ ਇਹ ਵਪਾਰੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਵਪਾਰੀ ਜਿਹੜਾ ਹੈ, ਇਹਨੇ ਪਿਛਲੇ ਜਨਮਾਂ ਦੇ ਵਿੱਚ ਬਹੁਤ ਵੱਡੇ ਪੁੰਨ ਕੀਤੇ ਹਨ, ਇਹਨੇ ਬੜੀ ਜਿਹੜਾ ਹਨ ਪੁੰਨ ਕੀਤੇ, ਬੜੇ ਚੰਗੇ ਕਰਮ ਕੀਤੇ ਸਨ ਪਿਛਲੇ ਜਨਮਾਂ ਦੇ ਵਿੱਚ। ਮਿਲ ਸਤ ਸੰਗਤ ਕੀਨ ਕਨੇਰੇ। ਇਹੀ ਨਹੀਂ, ਇਹਨੇ ਸੰਗਤ ਵਿੱਚ ਮਿਲ ਕੇ ਬੜੀ ਸੰਗਤ ਕੀਤੀ, ਪਰਮੇਸ਼ਰ ਦਾ ਨਾਮ ਜਪਿਆ ਇਹਨੇ ਪਿਛਲੇ ਜਨਮਾਂ ਦੇ ਵਿੱਚ, ਬੜੀ ਸਾਧ ਸੰਗਤ ਕੀਤੀ, ਪਰਮੇਸ਼ਰ ਦੀ ਭਗਤੀ ਕੀਤੀ। ਕਾਰਜ ਭਇਓ ਸਿੱਧ ਸਭ ਆਗੂ। ਸਾਰੇ ਇਹਦੇ ਕਾਰਜ ਸਿੱਧ ਹੋ ਚੁੱਕੇ ਸਨ, ਸਾਰੇ ਕੰਮ ਇਹ ਕਰ ਚੁੱਕਿਆ ਸੀ, ਇਹ ਪਰਫੈਕਟ ਸੀਗਾ,
ਇਹ ਜਿਹੜਾ ਹਨ ਇਹਦੇ ਤੇ ਸਭ ਕੁਝ ਇਹਨੇ ਕਰ ਚੁੱਕਿਆ ਤੇ ਇਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਐਸੀ ਸੀ ਕਿ ਇਹਨੇ ਸਾਰੇ ਕਾਰਜ ਪੂਰੇ ਕੀਤੇ, ਚੰਗੀ ਜ਼ਿੰਦਗੀ ਵਿੱਚ ਇਹਨੇ ਨਾਮ ਕਮਾਇਆ ਸੀ। ਮਿਲਨੋ ਚਾਹਤ ਏਕ ਸੁਭਾਗੂ। ਬਸ ਇੱਕ ਇਹਦੇ ਵਿੱਚ ਊਣਤਾਈ ਰਹਿ ਗਈ ਸੀ। ਉਹ ਊਣਤਾਈ ਕਿਹੜੀ ਸੀਗੀ? ਕਹਿੰਦੇ ਬਸ ਇੱਕ ਵਾਰੀ ਅਸੀਂ ਇਹਨੂੰ ਮਿਲਣਾ ਸੀ। ਬਸ ਇਹਨੂੰ ਜਿਹੜਾ ਹੈ ਜਿਵੇਂ ਕੋਈ ਡਿਗਰੀ ਕਰਦਾ ਹੈ ਨਾ, ਉਹ 4-5 ਸਾਲ ਡਿਗਰੀ ਕਰਦਾ ਹੈ, ਫਿਰ ਇੱਕ ਦਿਨ ਹੁੰਦਾ ਹੈ ਜਦੋਂ ਉਹਨੂੰ ਗ੍ਰੈਜੂਏਟ ਕੀਤਾ ਜਾਂਦਾ ਹੈ, ਜਦੋਂ ਉਹਨੂੰ ਡਿਗਰੀ ਦਿੱਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਨੇ ਸਭ ਕੁਝ ਕਰ ਲਿਆ, ਪਰ ਅੱਜ ਉਹ ਦਿਨ ਸੀਗਾ ਇਹਦਾ ਗ੍ਰੈਜੂਏਸ਼ਨ। ਅੱਜ ਇਹਨੂੰ ਅਸੀਂ ਉਹਦਾ ਜਿਹੜਾ ਫਲ ਅਸੀਂ ਅੱਜ ਦੇਣਾ ਸੀ। ਪਰ ਇੱਕ ਗੱਲ ਸੀਗੀ, ਸਾਨੂੰ ਮਿਲਣ ਦਾ ਅੱਜ ਬਸ ਇੱਕ ਚੀਜ਼ ਇਹੀ ਰਹਿ ਗਈ ਸੀ, ਬਸ ਮਿਲਣਾ ਸੀ ਤੇ ਇਹਨੂੰ ਪਰਸਨਲੀ ਉਹ ਜਿਹੜੀ ਦਾਤ ਇਹਨੂੰ ਦੇਣੀ ਸੀ। ਦੋਹਰਾ ਦੀਪਕ ਬਾਤੀ ਤੇਲ ਯੁਤ ਪਾਵਕ ਲਾਵਨ ਦੇਰ। ਬਸ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਐਗਜ਼ਾਮਪਲ ਦਿੱਤਾ, ਕਹਿੰਦੇ ਇੱਕ ਬੱਤੀ, ਇੱਕ ਦੀਵਾ ਤਿਆਰ ਹੋਵੇ ਜਿਹਦੇ ਵਿੱਚ ਤੇਲ ਵੀ ਹੋਵੇ, ਬੱਤੀ ਵੀ ਹੋਵੇ, ਤੇ ਉਹ ਜਿਹੜਾ ਹੈ ਦੀਵਾ ਬਿਲਕੁਲ ਤਿਆਰ ਹੋਵੇ। ਸਿਰਫ ਉਹਨੂੰ ਇੱਕ ਚੰਗਿਆਰੀ ਦੀ ਲੋੜ ਹੈ, ਜੇ ਕਿਹੜੀ ਇੱਕ ਚੰਗਿਆਰੀ ਇਗਨਾਈਟ ਕਰਨ ਦੀ ਲੋੜ ਹੁੰਦੀ ਹੈ। ਬਸ ਇੱਕ ਇਗਨਾਈਟ ਕਰ ਦੋ, ਉਹ ਦੀਵੇ ਨੇ ਜਲ ਜਾਣਾ, ਬਿਕੋਜ਼ ਉਹ ਤਿਆਰ ਹੈ ਦੀਵਾ। ਇਸੇ ਪ੍ਰਕਾਰ ਕਹਿੰਦੇ ਇਹ ਵੀ ਤਿਆਰ ਹੀ ਸੀ, ਬਸ ਇਹਨੂੰ ਟੱਚ ਕਰਨ ਦੀ ਲੋੜ ਸੀ। ਹੋਏ ਰੋਸ਼ਨੀ ਤੁਰਤ ਮਿਲ ਤਿਉ ਇਸ ਕੋ ਤੂੰ ਹੇਰ। ਬਸ ਇਹ ਉਹੀ ਹੈ, ਉਹੀ ਦੀਵਾ ਹੈ। ਬਸ ਇਹੀ ਉਡੀਕ ਸੀਗੀ ਕਿ ਇਹਨੂੰ ਚੰਗਿਆਰੀ ਦੇਣੀ ਸੀ, ਅਸੀਂ ਦੇ ਦਿੱਤੀ ਤੇ ਹੁਣ ਇਹ ਰੋਸ਼ਨ ਹੋ ਗਿਆ। ਇਹਨੇ ਆਪਣੀ ਬ੍ਰਾਈਟਨੈਸ ਆਪ ਪੈਦਾ ਕਰਨੀ ਸ਼ੁਰੂ ਕਰਤੀ, ਇਹ ਇੱਕ ਲੈਂਪ ਬਣ ਗਿਆ। ਇਹਨੇ ਹੁਣ ਗਿਆਨ ਜਿਹੜਾ ਹੈ ਇਹਦੇ ਵਿੱਚ ਜਾਗ ਪਿਆ ਤੇ ਇਹਨੇ ਹੋਰਾਂ ਨੂੰ ਵੀ ਇਸ ਚਾਨਣ ਦੇ ਨਾਲ ਦੁਨੀਆ ਤੋਂ ਉਤਾਰਨਾ ਹੈ। ਕਿਉਂਕਿ ਦੀਵਾ ਜਿਹੜਾ ਹੈ, ਉਹ ਬੱਤੀ ਜਿਹੜੀ ਉਹਦੀ ਹੁੰਦੀ ਹੈ ਉਹ ਸੜਦੀ ਹੈ, ਉਹ ਤੇਲ ਸੜਦਾ ਹੈ, ਪਰ ਉਹ ਸਾਰੇ ਆਲੇ ਦੁਆਲੇ ਨੂੰ ਚਾਨਣ ਦਿੰਦਾ ਹੈ। ਕਹਿੰਦੇ ਭਗਤ ਲੋਕ ਵੀ ਤਾਂ ਐਸੇ ਹੀ ਹੁੰਦੇ ਨਾ, ਉਹ ਆਪਣੀ ਕਮਾਈ ਕਰਦੇ ਹਨ, ਬੜਾ ਆਪਣੇ ਸਰੀਰ ਨੂੰ ਦੁੱਖ ਦਿੰਦੇ ਹਨ, ਬੜਾ ਆਪਣੀਆਂ ਵਾਸ਼ਨਾਵਾਂ ਤੋਂ ਮਨ ਨੂੰ ਰੋਕਦੇ ਹਨ, ਬੜੀ ਹਿੰਮਤ ਕਰਦੇ ਹਨ, ਪਰ ਜਦੋਂ ਉਹਨਾਂ ਨੂੰ ਬਖਸ਼ਿਸ਼ ਹੁੰਦੀ ਹੈ ਉਹ ਦੁਨੀਆ ਦਾ ਭਲਾ ਕਰਦੇ ਹਨ, ਜਾ ਕੇ ਹੋਰਾਂ ਨੂੰ ਵੀ ਪਰਮੇਸ਼ਰ ਨਾਲ ਜੋੜਦੇ ਹਨ। ਚੌਪੇ ਸੁਨਤ ਯੁਕਤ ਹਿਰਦੇ ਹਰਖਾਨੀ। ਕਹਿਣ ਲੱਗੇ ਇਉਂ ਕਰਕੇ ਸੁਨਤ ਯੁਕਤ, ਜਦੋਂ ਐਸੀ ਜਿਹੜੀਆਂ ਯੁਕਤੀ ਵਾਲੀ ਗੱਲ ਸੁਣੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ। ਭਾਈ ਮਪਾਲੇ ਤੇ ਪੁਨਹ ਕਥਾ ਸੁਨਹੀ ਦੇ ਕਾਨੇ। ਫੇ ਕਹਿੰਦੇ ਹੁਣ ਅਗਲੀ ਕਥਾ ਜਿਹੜੀ ਹੈ ਸੁਣਨ ਵਾਸਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ। ਸ੍ਰੀ ਅੰਗਦ ਸੁਣੀਏ ਗੁਰ ਗਾਥਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਅਗਲੀ ਕਥਾ ਆਪ ਜੀ ਸਰਵਣ ਕਰੋ। ਦੇਖੋ ਐਸੇ ਕੀਨ ਸਨਾਥਾ। ਕਹਿਣਗੇ ਉਹਨੂੰ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਉਸ ਵਪਾਰੀ ਨੂੰ। ਗਮਨ ਕੀਨ ਪੁਨ ਗੁਣ ਖਨ ਖਾਨੀ। ਮਹਾਰਾਜ ਜਿਹੜੇ ਹਨ ਖਨ ਖਾਨੀ, ਕਹਿੰਦੇ ਸਾਰੀਆਂ ਖਾਣੀਆਂ ਨੂੰ ਭਰਨ ਵਾਲੇ, ਜੋ 4 ਖਾਣੀਆਂ ਹਨ, ਅੰਡਜ ਜੇਰਜ ਸੇਤਜ ਉਤਪਜ, ਇਹ ਸਾਰੀਆਂ ਹੀ ਖਾਣੀਆਂ ਨੂੰ ਭਰਨ ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਜੀਵਨ ਦੇਣ ਵਾਲੇ ਗਮਨ ਕੀਨ ਮਹਾਰਾਜ ਨੇ ਹੁਣ ਅੱਗੇ ਜਾਣਾ ਕੀਤਾ। ਆਈ ਤਬ ਹੈ ਉਜਾੜ ਮਹਾਨੀ। ਇੱਕ ਬਹੁਤ ਵੱਡੀ ਉਜਾੜ ਆਈ, ਬਿਆਬਾਨ ਜੰਗਲ ਆਇਆ, ਜਿਹਦੇ ਵਿੱਚ ਕੁਝ ਵੀ ਜਿਹੜਾ ਹੈ ਕੋਈ ਰਹਿਣ ਵਾਲੇ ਬੰਦੇ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀਗਾ। ਐਸਾ ਗਾੜੇ ਜੰਗਲ ਵਿੱਚ ਜਦੋਂ ਪਹੁੰਚੇ, ਕਿਤੇ ਕੋਸ ਲਓ ਗ੍ਰਾਮ ਨਾ ਆਇਓ। ਤੇ ਕਿੰਨੇ ਹੀ ਜਿਹੜਾ ਹਨ ਕੋਸ਼, ਕਿੰਨੇ ਹੀ ਮਾਈਲਸ, ਕਿੰਨੇ ਹੀ ਕਿਲੋਮੀਟਰ ਤੁਰਦੇ ਗਏ ਤੇ ਉੱਥੇ ਕੋਈ ਵੀ ਗ੍ਰਾਮ ਪਿੰਡ ਨਾ ਆਇਆ। ਨਹਿ ਮਾਨੁਖ ਤਨ ਕਹੂੰ ਦਿਸਾਇਓ। ਕਹਿਣਗੇ ਮਨੁੱਖ ਜਿਹੜਾ ਸੀ, ਬੰਦੇ ਤਾਂ ਕਿੱਥੇ ਦਿਸਨੇ ਸੀ, ਹਿਊਮਨ ਬੀਇੰਗਸ ਤਾਂ ਇੱਕ ਵੀ ਨਾ ਉੱਥੇ ਦਿਸਿਆ। ਅਵਲੋਕਤ ਬੋਲਿਓ ਮਰਦਾਨਾ। ਇਹ ਆਲੇ ਦੁਆਲੇ ਦੇਖ ਕੇ ਇੰਨਾ ਤੁਰਨ ਤੋਂ ਬਾਅਦ ਭਾਈ ਮਰਦਾਨਾ ਜੀ ਬੋਲੇ, ਸ੍ਰੀ ਪ੍ਰਭ ਇਹ ਉਦਿਆਨ ਮਹਾਨਾ। ਇਹ ਸ਼੍ਰੀ ਪ੍ਰਭੂ ਜੀ, ਕਹਿੰਦੇ ਇਹ ਉਦਿਆਨ, ਇਹ ਜੰਗਲ ਜਿਹੜਾ ਇਹ ਬਿਆਬਾਨ ਜੰਗਲ ਹੈ ਸਾਰਾ ਬਹੁਤ ਵੱਡਾ, ਜਿਸ ਕੋ ਦੇਖ ਮਹਾ ਭੈ ਆਵੈ। ਕਹਿਣਗੇ ਜੰਗਲ ਨੂੰ ਦੇਖ ਕੇ ਡਰ ਲੱਗਦਾ ਹੈ, ਕਿਉਂਕਿ ਜੰਗਲ ਵਿੱਚ ਹਨੇਰਾ ਹੁੰਦਾ ਹੈ ਤੇ ਜੰਗਲ ਦੇ ਵਿੱਚ ਜਿਹੜਾ ਰਸਤਾ ਹੁੰਦਾ ਉਹ ਰਸਤੇ ਦਾ ਵੀ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਆਏ ਆ ਤੇ ਕਿੱਧਰ ਨੂੰ ਜਾ ਰਹੇ ਹਾਂ। ਸੋ ਇਸ ਪ੍ਰਕਾਰ ਕਰਕੇ ਮਹਾਰਾਜ ਬੜਾ ਇਹ ਡਰ ਦੇਣ ਵਾਲਾ ਹੈ। ਨਹਿ ਮਾਨੁਖ ਤਨ ਕਹੂੰ ਦਿਸਾਵੈ। ਅੱਛਾ ਜੀ, ਇੱਥੇ ਤਾਂ ਕੋਈ ਬੰਦਾ ਹੀ ਨਹੀਂ ਦਿਸਦਾ, ਕੋਈ ਹਿਊਮਨ ਹੀ ਨਹੀਂ ਹੈਗਾ, ਇੱਥੇ ਕੋਈ ਨਹੀਂ ਦਿਸਦਾ, ਆਪਾਂ ਹੀ ਤਿੰਨੇ ਤੁਰੇ ਫਿਰਦੇ ਹਾਂ ਇੱਥੇ। ਸੁਣ ਕੇ ਬੋਲੇ ਕਿਰਪਾ ਨਿਧਾਨਾ। ਇਹ ਭਾਈ ਮਰਦਾਨੇ ਦੀ ਗੱਲ ਸੁਣ ਕਰਕੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਬੋਲੇ, ਇਹ ਨਹਿ ਲਖੋਂ ਉਜਾਰ ਮਹਾਨਾ। ਕਹਿੰਦੇ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਇਹਨੂੰ ਤੂੰ ਉਜਾੜ ਨਾ ਜਾਣ। ਕਹਿਣ ਲੱਗੇ ਇਹਨੂੰ ਤੂੰ ਉਜਾੜ ਨਾ ਕਹਿ, ਇਹਨੂੰ ਬਿਆਬਾਨ ਜੰਗਲ ਨਾ ਕਹਿ ਤੂੰ। ਵੱਡੋ ਨਗਰ ਬਸਦੀ ਅਬਰਾਮੂ। ਕਹਿਣ ਲੱਗੇ ਇਹ ਤਾਂ ਵੱਡਾ ਨਗਰ ਹੈ ਜੋ ਵਸਿਆ ਹੋਇਆ ਹੈ, ਇਹ ਤਾਂ ਵੱਡਾ ਨਗਰ ਜਾਣ ਇਸਨੂੰ, ਇਹਨੂੰ ਬਿਆਬਾਨ ਜੰਗਲ ਨਾ ਕਹਿ, ਇਹ ਤਾਂ ਵੱਡੀ ਸਿਟੀ ਹੈ,
ਇਹਨੂੰ ਸਿਟੀ ਜਾਣਨਾ ਕਰ। ਸਿਮਰਨ ਹੋਤ ਜਹਾਂ ਸਤਨਾਮੂ। ਦੇਖੋ ਮਰਦਾਨਿਆ, ਜਿੱਥੇ ਪਰਮੇਸ਼ਰ ਦਾ ਸਿਮਰਨ ਹੁੰਦਾ ਹੋਵੇ ਨਾ, ਜਿੱਥੇ ਕੋਈ ਬਹਿ ਕਰਕੇ ਪਰਮੇਸ਼ਰ ਨੂੰ ਯਾਦ ਕਰੇ, ਪਰਮਾਤਮਾ ਦੀ ਕੀਰਤੀ ਕਰੇ, ਪਰਮਾਤਮਾ ਦੀ ਭਗਤੀ ਕਰੇ, ਜਹ ਪਰਮੇਸ਼ਰ ਚਿਤ ਨਾ ਆਵੈ। ਦੇਖੋ ਉਹ ਬਿਆਬਾਨ ਜੰਗਲ ਵੀ ਇੱਕ ਸਿਟੀ ਹੈ ਜਿੱਥੇ ਕੋਈ ਬਹਿ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ। ਪਰ ਜਿਹੜੀ ਸਿਟੀ ਦੇ ਵਿੱਚ ਬਹਿ ਕੇ ਪਰਮਾਤਮਾ ਚਿਤ ਨਾ ਆਵੇ, ਸੋ ਵਸਦੇ ਉਦਿਆਨ ਹਾਂ, ਲਖਾਵੈ। ਉਹ ਵਸਦਾ ਹੋਇਆ ਸ਼ਹਿਰ ਵੀ ਉਦਿਆਨ ਜੰਗਲ ਹੈ। ਉਹਨੂੰ ਜੰਗਲ ਜਾਣੋ, ਜਿੱਥੇ ਸ਼ਹਿਰ ਭਾਵੇਂ ਕਿੱਡਾ ਵੀ ਵੱਡਾ ਕਿਉਂ ਨਾ ਆਪਾਂ ਨੂੰ ਦਿਸਦਾ ਹੋਵੇ, ਜੇ ਉਹਦੇ ਵਿੱਚ ਪਰਮਾਤਮਾ ਦਾ ਸਿਮਰਨ ਨਾ ਹੋਵੇ, ਉਹਨੂੰ ਉਦਿਆਨ ਜਾਣੋ, ਉਹਨੂੰ ਜੰਗਲ ਜਾਣੋ। ਉਹ ਜੰਗਲ ਵੀ ਸਿਟੀ ਹੈ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ। ਹਰਖ ਨਾ ਹੋਵੇ ਤਹਾਂ ਕਦਾਈ। ਕਹਿਣ ਲੱਗੇ ਦੇਖੋ, ਜਿੱਥੇ ਪਰਮੇਸ਼ਰ ਦਾ ਸਿਮਰਨ ਨਾ ਹੋਵੇ ਨਾ, ਉੱਥੇ ਕਿਤੇ ਖੁਸ਼ੀ ਨਹੀਂ ਹੁੰਦੀ, ਉੱਥੇ ਕਿਤੇ ਵੀ ਆਨੰਦ ਨਹੀਂ ਆਉਂਦਾ। ਜਹਾਂ ਨਾ ਕਬਹੂ ਪ੍ਰਭ ਗੁਣ ਗਾਈ। ਜਹਾਂ ਨਾ ਕਬਹੂ, ਕਹਿਣ ਲੱਗੇ ਜਹਾਂ ਨਾ ਕਬਹੂ ਪ੍ਰਭੂ ਗੁਣ ਗਾਏ। ਜਿੱਥੇ ਪਰਮਾਤਮਾ ਦੇ ਗੁਣ ਹੀ ਨਹੀਂ ਗਾਏ, ਉਹ ਸ਼ਹਿਰ ਵੱਡੇ ਵੱਡੇ ਕੀ ਕਰਨੇ ਹਨ, ਕਿਸ ਕੰਮ ਹਨ ਉਹ, ਜਿੱਥੇ ਪਰਮੇਸ਼ਰ ਹੀ ਨਾ ਚਿੱਤ ਆਵੇ, ਜਿਹਨੇ ਸਭ ਕੁਝ ਬਣਾਇਆ ਹੈ। ਦੋਹਰਾ ਸਿੱਧ ਸਾਧ ਜੋਗੀ ਜਤੀ ਤਪੀ ਚਹਿਤ ਸਭ ਨਾਮ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਪਰਸੈਪਸ਼ਨ ਸਮਝਾਇਆ ਹੈ, ਇੱਕ ਪੁਆਇੰਟ ਆਫ ਵਿਊ ਸਮਝਾਇਆ ਹੈ ਮਰਦਾਨੇ ਨੂੰ। ਕਹਿੰਦੇ ਮਰਦਾਨਿਆਂ, ਜੰਗਲ ਨੂੰ ਜੰਗਲ ਨਾ ਜਾਣੋ, ਪਰਮੇਸ਼ਰ ਦੀ ਭਗਤੀ ਹੁੰਦੀ ਹੋਵੇ ਉਹ ਵੱਡੀ ਸਿਟੀ ਜਾਣ। ਪਰ ਸਿਟੀ ਵਿੱਚ ਜੇ ਪਰਮੇਸ਼ਰ ਦਾ ਨਾਮ ਹੋਵੇ, ਪਰਮਾਤਮਾ ਦੀ ਕੀਰਤੀ ਨਾ ਗਾਈ ਹੋਵੇ, ਉਹ ਬਿਆਬਾਨ ਜੰਗਲ ਜਾਣ। ਸੋ ਹੁਣ ਉਹਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਧ ਜਿਹੜੇ ਸਿੱਧ ਲੋਕ ਹਨ, ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਹਨ ਭਗਤੀ ਕਰਕੇ, ਸਾਧ ਲੋਕ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ, ਜਿਨ੍ਹਾਂ ਨੇ ਮਨ ਨੂੰ ਕੌਂਕਰ ਕੀਤਾ ਹੈ, ਯੋਗੀ ਲੋਕ ਜਿਨ੍ਹਾਂ ਨੇ ਯੋਗ ਅਭਿਆਸਾਂ ਦੇ ਨਾਲ ਪਰਮਾਤਮਾ ਦੀ ਭਗਤੀ ਕਰਦੇ ਹਨ, ਜਤੀ ਜਿਨ੍ਹਾਂ ਨੇ ਸਾਰੀ ਉਮਰ ਜਤ ਧਾਰਨ ਕੀਤਾ ਹੈ, ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਰੋਕ ਕਰਕੇ ਪਰਮੇਸ਼ਰ ਦੀ ਭਗਤੀ ਵਿੱਚ ਲਾਇਆ ਹੈ, ਤਪੀ ਉਹ ਹਨ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਦੁੱਖ ਦੇ ਕੇ ਪਰਮਾਤਮਾ ਦੀ ਭਗਤੀ ਵਿੱਚ ਲਾਇਆ, ਜਿਨ੍ਹਾਂ ਨੇ ਆਪਣੇ ਸਰੀਰ ਦੇ ਆਨੰਦ ਖੁਸ਼ੀਆਂ ਨੂੰ, ਵਿਸ਼ੇ ਵਿਕਾਰਾਂ ਨੂੰ ਸੰਕੋਚ ਕੀਤਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਵਾਸਤੇ ਆਪਣੇ ਆਪ ਨੂੰ ਤਪਾਇਆ ਹੈ, ਦੁਖੀ ਕੀਤਾ ਹੈ। ਕਹਿੰਦੇ ਇਹ ਸਾਰੇ ਜਿਹੜੇ ਹਨ ਪਰਮਾਤਮਾ ਦੇ ਨਾਮ ਨੂੰ ਹੀ ਚਾਹੁੰਦੇ ਹਨ। ਇੰਨਾ ਕੁਝ ਇਹ ਕਰਦੇ ਹਨ, ਇੰਨੀ ਕਮਾਈ ਕਰਦੇ ਹਨ, ਚਾਹੁੰਦੇ ਕੀ ਹਨ? ਪਰਮਾਤਮਾ ਦਾ ਨਾਮ। ਇਹ ਆਪਣੀ ਜ਼ਿੰਦਗੀ ਸਭ ਦੇ ਦਿੰਦੇ ਹਨ, ਕੁਰਬਾਨ ਕਰ ਜਾਂਦੇ ਹਨ ਪਰਮਾਤਮਾ ਦੇ ਨਾਮ ਤੇ, ਕਿਉਂਕਿ ਇਹਨਾਂ ਨੂੰ ਨਾਮ ਦੀ ਲੋੜ ਹੈ। ਸੋ ਇਸ ਪ੍ਰਕਾਰ ਕਰਕੇ ਜਗ ਕੇ ਸਵਾਦ ਵਿਸਾਰ ਕੈ ਤਿਆਗ ਗਏ ਨਿਜ ਧਾਮ। ਦੇਖੋ ਉਹਨਾਂ ਨੇ ਜਗਤ ਦੇ ਸਵਾਦਾਂ ਨੂੰ ਤਿਆਗ ਕਰਕੇ ਉਹ ਚਲੇ ਗਏ ਹਨ ਪਰਮਾਤਮਾ ਦੇ ਧਾਮ, ਸੱਚਖੰਡ ਵਿੱਚ ਚਲੇ ਗਏ, ਉਹ ਪਰਮਾਤਮਾ ਨੂੰ ਮਿਲ ਗਏ, ਕਿਉਂਕਿ ਉਹਨਾਂ ਨੇ ਆਪਣੇ ਸਰੀਰ ਤੋਂ ਵੱਧ ਪਰਮਾਤਮਾ ਨੂੰ ਜਾਣਿਆ। ਉਹਨਾਂ ਨੇ ਆਪਣਾ ਸਰੀਰ ਨਹੀਂ ਰੱਖਿਆ, ਉਹਨਾਂ ਨੇ ਪਰਮਾਤਮਾ ਦੀ ਭਗਤੀ ਵਾਸਤੇ ਇਸ ਸਰੀਰ ਨੂੰ ਵਰਤਿਆ ਹੈ। ਗੱਲ ਤਾਂ ਇਹ ਹੈ ਜੀਵਨ ਦੀ, ਵੀ ਇਹ ਸਰੀਰ ਨੂੰ ਵਰਤਿਆ ਜਾਵੇ ਪਰਮਾਤਮਾ ਦੀ ਭਗਤੀ ਵਾਸਤੇ, ਨਾ ਕਿ ਇਸ ਸਰੀਰ ਨੂੰ ਰੱਖਿਆ ਜਾਵੇ ਵਿਸ਼ੇ ਵਿਕਾਰਾਂ ਨੂੰ ਕਮਾਉਣ ਵਾਸਤੇ, ਨਾ ਕਿ ਇਹਦੇ ਸਵਾਦਾਂ ਦੇ ਵਿੱਚ ਫਸਣ ਵਾਸਤੇ, ਨਾ ਕਿ ਇਹਦੇ ਆਨੰਦ ਵਿੱਚ ਇਹ ਸਰੀਰ ਨੂੰ ਖੁਸ਼ ਕਰਨ ਵਾਸਤੇ ਜਾਂ ਇਹ ਸਰੀਰ ਨੂੰ ਰਿਟੇਨ ਕਰਨ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਣ। ਉਹਨਾਂ ਨੇ ਆਪਣੇ ਸਰੀਰ ਨੂੰ ਵਰਤਿਆ ਪਰਮਾਤਮਾ ਦੀ ਭਗਤੀ ਵਾਸਤੇ, ਤੇ ਉਹਨਾਂ ਨੇ ਪਰਮਾਤਮਾ ਦੀ ਭਗਤੀ ਕਰਕੇ ਉਹਦੇ ਵਿੱਚ ਜਾ ਮਿਲੇ ਹਨ। ਸੋਰਠਾ ਹਿਰਦੈ ਨਾ ਪ੍ਰੇਮ ਸਮਾਏ, ਸ੍ਰੀ ਨਾਨਕ ਤਨ ਭਗਤ ਧਰ। ਬਸ ਉਸੇ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਬਚਨ ਕਰਦਿਆਂ ਹੋਇਆਂ ਨਾ, ਮਹਾਰਾਜ ਦੇ ਮਨ ਵਿੱਚ ਐਸਾ ਕਹਿੰਦੇ ਪ੍ਰੇਮ ਪਰਮੇਸ਼ਰ ਦਾ ਜਾਗਿਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਸ ਵੇਲੇ ਭਗਤੀ ਦਾ ਰੂਪ ਹੀ ਧਾਰਨ ਕਰ ਲਿਆ। ਮਹਾਰਾਜ ਦੀ ਸਮਾਧੀ ਜੁੜ ਗਈ ਉਸ ਵੇਲੇ, ਪਰਮਾਤਮਾ ਦੇ ਵਿੱਚ ਐਸੇ ਲੀਨ ਹੋ ਗਏ, ਉਹਨਾਂ ਨੇ ਆਪਣੇ ਨਿਰਗੁਣ ਸਰੂਪ ਵਿੱਚ ਲੀਨਤਾ ਪਾ ਲਈ। ਆਸਾ ਰਾਗ ਉਠਾਏ ਗਾਇਓ ਸ਼ਬਦ ਬਣਾਏ ਕੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਅਵਸਥਾ ਦੇ ਵਿੱਚ ਮਹਾਰਾਜ ਨੇ ਇਹ ਸ਼ਬਦ ਇੱਕ ਗਾਉਣਾ ਕੀਤਾ, ਬੜੀ ਜਿਹੜਾ ਹਨ ਇਹ ਸ਼ਬਦ ਨੂੰ ਬਣਾਏ ਕਿ ਪਾਤਸ਼ਾਹ ਜੀ ਨੇ ਜੋ ਆਸਾ ਰਾਗ ਦੇ ਵਿੱਚ ਮਹਾਰਾਜ ਨੇ ਇਹ ਸ਼ਬਦ ਦਾ ਉਚਾਰਨ ਕੀਤਾ। ਸਿਰੇ ਮੁਖ ਵਾਕ ਆਸਾ ਘਰ ਚੌਥਾ ਮਹੱਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੇਵਤਿਆ ਦਰਸ਼ਨ ਕਹਿ ਤਾਈ, ਦੁਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਤੇ, ਕਰ ਕਰ ਭਗਵੇ ਭੇਖ ਭਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਜੋ ਆਸਾ ਘਰ ਚੌਥਾ ਮਹੱਲਾ ਪਹਿਲਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਮਹਾਰਾਜ ਨੇ
ਚੌਥੇ ਸੁਰਤਾਲ ਦੇ ਘਰ ਵਿੱਚ ਇਹ ਸ਼ਬਦ ਨੂੰ ਆਸਾ ਰਾਗ ਵਿੱਚ ਉਚਾਰਨ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਪਰਮਾਤਮਾ ਹੈ ਜੋ ਸਾਰਿਆਂ ਦਾ ਪ੍ਰਕਾਸ਼ਕ, ਓਮ ਉਹ ਰੂਪ ਹੈ, ਕਾਰ ਸਾਰਿਆਂ ਦਾ ਕਰਤਾ ਹੈ, ਸਤ ਗੁਰ ਜੋ ਸੱਚਾ ਗੁਰੂ ਹੈ, ਪ੍ਰਸਾਦ ਜਿਹਦੀ ਕਿਰਪਾ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਦੇਵਤਿਆਂ ਦਰਸ਼ਨ ਕਹਿ ਤਾਈ। ਦੇਖੋ ਇਸ ਧਰਤੀ ਦੇ ਉੱਤੇ ਦੇਵਤਿਆਂ ਨੇ ਵੀ ਆ ਕੇ ਭਗਤੀ ਕੀਤੀ। ਉਹ ਦੇਵਤੇ ਵੀ ਆਪਣੇ ਸਵਰਗ ਲੋਕ ਨੂੰ ਛੱਡ ਕੇ ਮਾਤ ਲੋਕ ਵਿੱਚ ਆ ਕੇ ਉਹਨਾਂ ਨੇ ਵੀ ਭਗਤੀ ਕੀਤੀ। ਦੇਵਤਿਆਂ ਦਰਸ਼ਨ ਕਹਿ ਤਾਈ, ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਦੇਵਤੇ ਜਿਹੜੇ ਡੇਟੀਜ਼ ਹਨ, ਦੇਵਤੇ ਹਨ ਜਿਨ੍ਹਾਂ ਨੂੰ ਗੋਡ ਕਹਿੰਦੇ ਹਨ ਲੋਕ, ਉਹਨਾਂ ਨੇ ਵੀ ਧਰਤੀ ਤੇ ਆ ਕੇ ਭਗਤੀ ਕੀਤੀ। ਕਿਉਂ ਕੀਤੀ? ਕਿ ਪਰਮੇਸ਼ਰ ਦਾ ਦਰਸ਼ਨ ਸਾਨੂੰ ਹੋ ਜਾਵੇ। ਦੁਖ ਭੂਖ ਤੀਰਥ ਕੀਏ। ਦੇਖੋ ਦੇਵਤਿਆਂ ਨੇ ਜਦੋਂ ਭਗਤੀ ਕਰਦੇ ਹਨ, ਉਹਨਾਂ ਨੇ ਵੀ ਬੜੇ ਦੁੱਖ ਆਪਣੇ ਸਰੀਰ ਤੇ ਸਹਿਣਾ ਕੀਤੇ, ਉਹਨਾਂ ਨੇ ਵੀ ਭੁੱਖਾਂ ਸਹਿਣਾ ਕੀਤੀਆਂ, ਉਹਨਾਂ ਨੇ ਵੀ ਆਪਣੇ ਵਾਸ਼ਨਾਵਾਂ ਦਾ ਤਿਆਗ ਕੀਤਾ। ਭਾਵੇਂ ਉਹਨਾਂ ਵਿੱਚ ਸ਼ਕਤੀਆਂ ਸਨ, ਉਹਨਾਂ ਨੇ ਸ਼ਕਤੀਆਂ ਨੂੰ ਪਿੱਛੇ ਛੱਡ ਕੇ ਪਰਮਾਤਮਾ ਦੀ ਭਗਤੀ ਕੀਤੀ। ਤੀਰਥ ਕੀਏ, ਜਿਹਦੇ ਕਰਕੇ ਅੱਜ ਸੰਸਾਰ ਤੇ ਤੀਰਥ ਬਣੇ ਹੋਏ ਹਨ। ਜਿੰਨੇ ਵੀ ਤੀਰਥ ਹਨ, ਹਰ ਇੱਕ ਤੀਰਥ ਤੇ ਕੋਈ ਨਾ ਕੋਈ ਦੇਵਤੇ ਨੇ ਆ ਕੇ ਭਗਤੀ ਕੀਤੀ ਹੈ। ਉਹਦੀ ਭਗਤੀ ਦਾ ਸਦਕਾ ਹੀ ਉਹ ਤੀਰਥ ਬਣੇ ਹਨ। ਕਹਿੰਦੇ ਉਹ ਤੀਰਥ ਬਣੇ ਕਿਉਂ ਹਨ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰਮਾਤਮਾ ਦੀ ਭਗਤੀ ਕਰਕੇ। ਦੇਵਤੇ ਭਾਵੇਂ ਉਹਨਾਂ ਨੂੰ ਲੋਕ ਪੂਜਦੇ ਹਨ, ਪਰ ਉਹਨਾਂ ਦੇ ਤੀਰਥ ਉਦੋਂ ਧਰਤੀ ਤੇ ਬਣਦੇ ਹਨ, ਉਦੋਂ ਪੂਜਨੀਕ ਹੁੰਦੇ ਨੇ ਜਦੋਂ ਜਿਹੜੇ ਹਨ ਦੁੱਖ ਸੁੱਖ ਸਹਿ ਕਰਕੇ ਭਗਤੀ ਕਰਕੇ ਪਰਮਾਤਮਾ ਦੇ ਉਹ ਦਰਸ਼ਨ ਪਾਉਂਦੇ ਹਨ। ਉਹਨਾਂ ਚਿਰ ਤੱਕ ਜਿਹੜਾ ਹੈ ਉਹਨਾਂ ਦੀ ਵਡਿਆਈ ਪੂਰੀ ਨਹੀਂ ਹੁੰਦੀ। ਉਹ ਸਿਰਫ ਇੱਕ ਝੂਠੀ ਵਡਿਆਈ ਹੁੰਦੀ ਹੈ ਦੇਵਤੇ ਹੋਣ ਦੀ, ਪਰ ਅਸਲ ਵਡਿਆਈ ਉਹਨਾਂ ਨੂੰ ਉਦੋਂ ਪ੍ਰਾਪਤ ਹੁੰਦੀ ਹੈ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ, ਇਹ ਇੱਛਾ ਲੈ ਕੇ ਕਿ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣ। ਇਸ ਪ੍ਰਕਾਰ ਕਰਕੇ ਸਤਿਗੁਰੂ ਜੀ ਹੁਣ ਅੱਗੇ ਕਹਿੰਦੇ ਹਨ, ਜੋਗੀ ਜਤੀ ਜੁਗਤ ਮਹਿ ਰਹਤੇ। ਦੇਖੋ ਜੋਗੀ ਲੋਕ ਜਿਹੜੇ ਹਨ, ਗੋਰਖਨਾਥ ਵਰਗੇ, ਮਛੰਦਰਨਾਥ ਵਰਗੇ ਕਿੰਨੇ ਜੋਗੀ ਹਨ, ਜੋ ਕਿ ਜਿਹੜਾ ਹਨ 84 ਜੋਗੀ ਜਾਂ ਮੰਨੇ ਹਨ। ਉਹਨਾਂ ਦੇ ਜਿਹੜੇ ਹਨ ਕਿੰਨੇ ਹੀ ਪੰਥ ਹਨ। ਸੋ ਇਹ ਸਾਰੇ ਜਿਹੜੇ ਉਹਨਾਂ ਦੇ ਕਿੰਨੇ ਹੀ ਨਾਥ ਹਨ। ਸੋ ਇਹ ਸਾਰੇ ਜਿੰਨੇ ਜੋਗੀ ਹਨ, ਜਤੀ ਜਿਨ੍ਹਾਂ ਨੇ ਜਤ ਰੱਖਿਆ, ਜਿਸ ਤਰ੍ਹਾਂ ਕਿ ਹਨੂਮਾਨ ਹੈ, ਤੇਰਾ ਲਛਮਣ ਹੈ, ਭੈਰਵ ਹੈ, ਗੋਰਖ ਹੈ, ਦੱਤਾਤਰੇ, ਅਥਵਾ ਇਹ ਸਾਰੇ ਜਿਹੜੇ ਹਨ 6 ਜਿਹੜੇ ਹਨ ਜਤੀ ਮੰਨੇ ਹਨ, ਜਿਨ੍ਹਾਂ ਨੇ ਜੁਗਤਮੈ ਰਹਤੇ, ਜੁਗਤੀ ਵਿੱਚ ਜਿਹੜੇ ਹਨ ਰਹਿ ਕਰਕੇ ਉਹ ਪਰਮਾਤਮਾ ਦੀ ਪ੍ਰਾਪਤੀ ਦੀ ਜੁਗਤੀ ਮੈਥਡ, ਹੁਣ ਜੁਗਤੀ ਹੁੰਦੀ ਆ ਮੈਥਡ। ਸੋ ਇੱਕ ਮੈਥਡ ਨੂੰ, ਇੱਕ ਪ੍ਰੈਕਟਿਸ ਨੂੰ ਉਹਨਾਂ ਨੇ ਅਪਣਾ ਕੇ ਆਪਣੇ ਜੀਵਨ ਨੂੰ ਉਸ ਪ੍ਰੈਕਟਿਸ ਰਾਹੀਂ ਉਹਨਾਂ ਨੇ ਪਰਮਾਤਮਾ ਨੂੰ ਪਾਉਣਾ ਕੀਤਾ ਹੈ। ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ। ਕਰ ਕਰ ਭਗਵੇ ਭੇਖ ਭਏ। ਦੇਖੋ ਉਹ ਵੀ ਜਿਹੜਾ ਹਨ ਜੋਗੀ ਜਤੀ, ਜਿਹੜੇ ਜੁਗਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਭਗਤੀ ਕਰਦੇ ਹਨ, ਉਹਨਾਂ ਨੇ ਵੀ ਜਿਹੜੇ ਹਨ ਕਰ ਕਰਕੇ ਕਹਿੰਦੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਪਰਮਾਤਮਾ ਨਾਲ ਪ੍ਰੇਮ ਕਰਕੇ, ਪਰਮਾਤਮਾ ਨਾਲ ਜਿਹੜਾ ਪਿਆਰ ਕਰਕੇ, ਸਾਧਨਾ ਨੂੰ ਕਰਕੇ, ਉਹਨਾਂ ਨੇ ਸਾਧਨਾ ਨੂੰ ਸਾਧਨ ਕਰਕੇ ਉਹਨਾਂ ਨੇ ਭਗਵੇ ਭੇਖ, ਉਹਨਾਂ ਨੂੰ ਇੰਨਾ ਕੁਝ ਪ੍ਰਾਪਤ ਹੋ ਜਾਂਦਾ ਹੈ ਸ਼ਕਤੀਆਂ ਕਰਕੇ, ਪਰ ਫਿਰ ਵੀ ਉਹ ਭਗਵੇ ਭੇਖ, ਭਗਵੇ ਜਿਹੜੇ ਹਨ ਕੱਪੜੇ ਪਾ ਕੇ, ਸਿਰਫ ਇੱਕ ਕੱਪੜਾ ਤਨ ਤੇ ਲੈਣਾ, ਹੋਰ ਕੋਈ ਕੱਪੜਾ ਨਹੀਂ ਪਾਉਣਾ। ਭਾਵੇਂ ਉਹਨਾਂ ਵਿੱਚ ਸ਼ਕਤੀਆਂ ਇੰਨੀਆਂ, ਕੋਈ ਜਿਹੜੇ ਹਨ ਦੁਨੀਆ ਦੇ ਰਾਜਿਆਂ ਨਾਲੋਂ ਕਈ ਗੁਣਾ ਜ਼ਿਆਦੇ ਹਨ। ਜੇ ਉਹ ਜਿੱਤਣਾ ਚਾਹੇ ਤਾਂ ਦੁਨੀਆ ਨੂੰ ਜਿੱਤ ਸਕਦੇ ਨੇ, ਪਰ ਨਹੀਂ, ਉਹ ਭਗਵੇ ਭੇਖ ਪਾ ਲੈਂਦੇ ਹਨ, ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਤੋ ਕਾਰਨ ਸਾਹਿਬਾ ਰੰਗ ਰੱਤੇ। ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੋ ਕਾਰਨ ਸਾਹਿਬਾ, ਮਹਾਰਾਜ ਤੇਰੀ ਪ੍ਰਾਪਤੀ ਵਾਸਤੇ, ਤੇਰੇ ਪ੍ਰੇਮ ਕਰਕੇ, ਤੈਨੂੰ ਜਿਹੜਾ ਹਨ ਹੇ ਸਾਹਿਬਾ, ਹੇ ਮੇਰੇ ਮਾਲਕ, ਤੈਨੂੰ ਪਾਉਣ ਕਰਕੇ ਉਹ ਪ੍ਰੇਮ ਦੇ ਵਿੱਚ ਰਤੇ ਰਹਿੰਦੇ ਹਨ। ਉਹ ਪ੍ਰੇਮ ਵਿੱਚ ਰਤੇ ਰਹਿੰਦੇ ਹਨ। ਉਹਨਾਂ ਨੂੰ ਦੁਨੀਆ ਦੀਆਂ ਖੁਸ਼ੀਆਂ ਕੋਈ ਮਹਿਨਾ ਨਹੀਂ ਰੱਖਦੀਆਂ, ਉਹਨਾਂ ਨੂੰ ਥੋੜਾ ਪ੍ਰੇਮ ਹੀ ਵੱਡਾ ਹੁੰਦਾ ਹੈ। ਤੇਰੇ ਨਾਮ ਅਨੇਕਾ ਰੂਪ ਅਨੰਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਤੇਰੇ ਨਾਮ ਅਨੇਕਾਂ, ਮਹਾਰਾਜ ਤੇਰੇ ਅਨੇਕਾਂ ਹੀ ਬੇਅੰਤ ਹੀ ਨਾਮ ਹਨ। ਕਿਹੜੇ ਕਿਹੜੇ ਨਾਮ ਕਰਕੇ ਤੈਨੂੰ ਯਾਦ ਕਰੀਏ? ਸ਼ੇਸ਼ ਨਾਗ ਤਾਂ 2000 ਨਾਮ ਰੋਜ਼ ਲੰਦਾ ਹੈ ਨਵੇਂ, ਮਹਾਰਾਜ ਉਹ ਵੀ ਨਾ ਤਾਂ ਨਹੀਂ ਅੰਤ ਪਾ ਸਕਦਾ। ਕਹਿੰਦੇ ਰੂਪ ਅਨੰਤਾ, ਤੇਰੇ ਰੂਪ ਅਣਗਿਣਤ ਹਨ, ਤੇਰੇ ਰੂਪ ਜਿਹੜੇ ਹਨ ਕਹੇ ਨਹੀਂ ਜਾਂਦੇ ਵੀ ਕਿੰਨੇ ਕੁ ਹੋਣਗੇ ਤੇਰੇ ਰੂਪ। ਅਨੰਤਾ, ਅਨੰਤ ਹੁੰਦਾ ਹੈ ਵੀ ਜਿਹਦਾ ਕੋਈ ਅੰਤ ਨਾ ਹੋਵੇ, ਜਿਹਦੀ ਕੋਈ ਗਿਣਤੀ ਨਾ ਹੋਵੇ।
ਸੋ ਇਸ ਪ੍ਰਕਾਰ ਕਰਕੇ ਉਹ ਪਰਮਾਤਮਾ ਤੂੰ ਏਡਾ ਵੱਡਾ ਹੈ। ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਮਹਾਰਾਜ ਤੇਰੇ ਗੁਣ ਕਿੰਨੇ ਕੁ ਹਨ, ਕਹੇ ਨਹੀਂ ਜਾਂਦੇ। ਕਿੰਨੇ ਕੁ ਗੁਣ ਤੇਰੇ ਕਹਿ ਕੇ ਗਾਵਾਂ, ਤੂੰ ਤੇਰੇ ਹਨ, ਤੂੰ ਤਾਂ ਬੇਅੰਤ ਹੈ। ਕੋਈ ਵੀ ਗੁਣ ਤੇਰਾ ਕਹਿ ਲਈਏ ਉਹ 10 ਗੁਣ 12 ਜਿਹੜਾ ਹਨ 100 ਗੁਣ 1000 ਗੁਣ ਹੋਰ ਆ ਜਾਂਦੇ ਨੇ। ਮਹਾਰਾਜ ਤੇਰੇ ਕਿੰਨੇ ਕੁ ਗੁਣ ਹਨ ਜਿਹੜੇ ਕਹਿ ਕੇ ਗਾਈਏ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਹਨ, ਦਰ ਘਰ ਮਹਿਲਾ ਹਸਤੀ ਘੋੜੇ। ਦੇਖੋ ਹੁਣ ਦੁਨਿਆਵੀ ਬੰਦਿਆਂ ਦੀਆਂ ਗੱਲਾਂ ਕਰਦੇ ਹਨ, ਉਹ ਜਿਹੜੇ ਹਨ ਜਿਨ੍ਹਾਂ ਕੋਲ ਦਰ ਹੈ, ਜਿਨ੍ਹਾਂ ਦੇ ਦਰਵਾਜ਼ਿਆਂ ਵਿੱਚ, ਜਿਨ੍ਹਾਂ ਕੋਲ ਪੱਕੇ ਘਰ ਹਨ, ਜਿਨ੍ਹਾਂ ਦੇ ਮਹਿਲ ਹਨ, ਪੈਲਸ ਹਨ, ਮੈਂਸ਼ਨਸ ਹਨ, ਜਿਨ੍ਹਾਂ ਦੇ ਕੋਲ ਘੋੜੇ ਹਨ ਚੰਗੇ ਤੋਂ ਚੰਗੇ ਹਸਤੀ ਜਿਹੜੇ ਹਨ ਹਾਥੀ ਨੇ, ਜਿਹੜੇ ਹਨ ਵੱਡੇ ਉਹਨਾਂ ਕੋਲ ਸਵਾਰੀਆਂ ਵਾਸਤੇ ਜੋ ਵੀ ਚੀਜ਼ਾਂ ਸਾਰੀਆਂ ਹਨ। ਛੋੜ ਵਿਲਾਇਤ ਦੇਸ ਗਏ। ਉਹਨਾਂ ਨੇ ਆਪਣੀ ਸਾਰੀ ਕੰਫਰਟ ਉਹਨਾਂ ਦੇ ਕੋਲ ਹੈ, ਪਾਵਰ ਉਹਨਾਂ ਦੇ ਕੋਲ ਹੈ, ਮਾਇਆ ਉਹਨਾਂ ਦੇ ਕੋਲ ਹੈ, ਪਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਛੋੜ ਇਹ ਸਭ ਕੁਝ ਛੱਡ ਕੇ ਵਲਾਇਤ ਉਹ ਹੁੰਦਾ ਜਿੱਥੇ ਵਸਿਆ ਹੋਇਆ ਥਾਂ ਹੋਵੇ, ਜਿੱਥੇ ਜਿਹੜੇ ਥਾਂ ਦੇ ਉੱਤੇ ਸਾਰੀਆਂ ਸਹੂਲਤਾਂ ਬਣੀਆਂ ਹੋਣ, ਸਾਰੀਆਂ ਫੈਸਿਲਿਟੀਜ਼ ਬਣੀਆਂ ਹੋਣ। ਜਿਵੇਂ ਸਿਟੀ ਹੈ ਉਹਦੇ ਵਿੱਚ ਸਾਰੀਆਂ ਫੈਸਿਲਿਟੀਜ਼ ਹੁੰਦੀਆਂ ਹਨ, ਉਹਨੂੰ ਵਲਾਇਤ ਕਹਿੰਦੇ ਹਾਂ। ਉਹ ਵਲਾਇਤ ਨੂੰ ਛੱਡ ਕਰਕੇ ਕਹਿੰਦੇ ਦੇਸ਼ ਗਏ, ਉਹ ਉਜਾੜਾਂ ਵਿੱਚ ਚਲੇ ਜਾਂਦੇ ਹਨ ਪਰਮਾਤਮਾ ਦੀ ਭਗਤੀ ਵਾਸਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇਖੋ ਇਸ ਸ਼ਬਦ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਉਹ ਲੋਕ ਜਿਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਸਨ, ਕੋਈ ਵੀ ਜ਼ਿੰਦਗੀ ਵਿੱਚ ਕੋਈ ਘਾਟਾ ਨਹੀਂ ਸੀ, ਉਹਨਾਂ ਨੇ ਵੀ ਸਭ ਕੁਝ ਪਿੱਛੇ ਛੱਡ ਕੇ ਪਰਮਾਤਮਾ ਦੀ ਭਗਤੀ ਵਾਸਤੇ ਉਹ ਜੰਗਲਾਂ ਨੂੰ ਚਲੇ ਗਏ। ਪੀਰ ਪੇ ਕਾਂਬਰ ਸਾਲਿਕ ਸਾਧਕ। ਸਤਿਗੁਰੂ ਜੀ ਕਹਿੰਦੇ ਹਨ ਉਹ ਪੀਰ ਜੋ ਮੁਸਲਮਾਨਾਂ ਦੇ ਗੁਰੂ ਮੰਨੇ ਜਾਂਦੇ ਹਨ, ਜੋ ਉਹਨਾਂ ਨੂੰ ਉਹਨਾਂ ਦੇ ਰਿਲੀਜੀਅਸ ਲੀਡਰ ਮੰਨੇ ਜਾਂਦੇ ਹਨ, ਸਪਿਰਿਚੁਅਲ ਲੀਡਰਸ ਮੰਨੇ ਜਾਂਦੇ ਹਨ। ਉਹ ਪੀਰ ਫਿਰ ਪੈਗੰਬਰ ਉਹ ਹੁੰਦਾ ਹੈ ਜਿਹੜਾ ਕਿ ਪਰਮਾਤਮਾ ਦਾ ਪੈਗਾਮ ਲੈ ਕੇ ਧਰਤੀ ਤੇ ਆਉਂਦਾ ਹੈ। ਸੋ ਉਹ ਪੈਗੰਬਰ ਜਿਹੜੇ ਹਨ, ਸਾਲਕ ਜਿਹੜੇ ਪਰਮੇਸ਼ਰ ਦੇ ਵਿੱਚ ਰੱਤੇ ਹੋਏ ਹਨ, ਜੋ ਪਰਮੇਸ਼ਰ ਦੇ ਉੱਤੇ ਉਹਦੇ ਰਸਤੇ ਤੇ ਚੱਲਣ ਵਾਲੇ ਹਨ। ਸੋ ਫਿਰ ਸਾਧਕ ਜਿਹੜੇ ਕਿ ਸਿੱਧਕ ਰੱਖਣ ਵਾਲੇ, ਜੋ ਪਰਮਾਤਮਾ ਤੇ ਭਰੋਸਾ ਰੱਖਣ ਵਾਲੇ। ਛੋਡੀ ਦੁਨੀਆ ਥਾਏ ਪਏ। ਦੇਖੋ ਉਹਨਾਂ ਨੇ ਵੀ ਦੁਨੀਆ ਛੱਡ ਦਿੱਤੀ, ਦੁਨੀਆ ਛੱਡ ਕਰਕੇ ਥਾਏ ਪਏ। ਉਹਨਾਂ ਨੇ ਵੀ ਇਹ ਦੁਨੀਆ ਨੂੰ ਛੱਡ ਕਰਕੇ ਤੇ ਪਰਮਾਤਮਾ ਰੂਪੀ ਥਾਂ ਨੂੰ ਪ੍ਰਾਪਤ ਕੀਤਾ। ਕਹਿੰਦੇ ਉਹ ਵੀ ਹਨ ਜਿਨ੍ਹਾਂ ਨੂੰ ਪਰਮਾਤਮਾ ਦੇ ਸਦਕਾ ਵੱਡੇ ਤਗਮੇ ਮਿਲਦੇ ਹਨ, ਟਾਈਟਲਸ ਮਿਲਦੇ ਹਨ ਸੰਸਾਰ ਵਿੱਚ। ਪਰ ਜਿਹੜੇ ਉਹਨਾਂ ਵਿੱਚੋਂ ਸੱਚੇ ਹੁੰਦੇ ਆ ਨਾ, ਉਹ ਆਪਣੇ ਟਾਈਟਲਸ ਨੂੰ ਪਿੱਛੇ ਛੱਡ ਕੇ ਪਰਮਾਤਮਾ ਨੂੰ ਜਾ ਮਿਲਦੇ ਹਨ। ਉਹਨਾਂ ਨੂੰ ਪਰਮਾਤਮਾ ਦੇ ਨਾਮ ਕਰਕੇ ਇਹ ਵਡਿਆਈਆਂ ਮਿਲਦੀਆਂ ਹਨ। ਉਹਨਾਂ ਨੂੰ ਕੋਈ ਪੀਰ ਕਹਿੰਦਾ, ਕੋਈ ਪੈਗੰਬਰ ਕਹਿੰਦਾ, ਕੋਈ ਸਾਲਕ ਕਹਿੰਦਾ, ਕੋਈ ਸਿੱਧਕ ਕਹਿੰਦਾ ਹੈ, ਜਿਹਦੇ ਕਰਕੇ ਉਹਨਾਂ ਦੇ ਕਦਮਾਂ ਤੇ ਰਾਜੇ ਵੀ ਪੈਂਦੇ ਹਨ। ਜਿਵੇਂ ਸਾਈਂ ਮੀਆਂ ਮੀਰ ਜੀ ਹੋਏ, ਉਹਨਾਂ ਦੇ ਕਦਮਾਂ ਤੇ ਜਹਾਂਗੀਰ ਵਰਗਾ ਵੀ ਮੱਥਾ ਟੇਕਿਆ ਕਰਦਾ ਸੀ, ਸ਼ਾਹਜਹਾਨ ਵਰਗਾ ਵੀ ਮੱਥਾ ਟੇਕਿਆ ਕਰਦਾ ਸੀ। ਦੇਖੋ ਵੱਡੇ ਬਾਦਸ਼ਾਹ ਹਿੰਦੁਸਤਾਨ ਦੇ, ਉਹਨਾਂ ਨੇ ਵੀ ਜਾ ਕੇ ਉਹਨਾਂ ਨੂੰ ਮੱਥਾ ਟੇਕਿਆ ਕਰਦੇ ਸਨ, ਕਿਉਂਕਿ ਨਾਮ ਦਾ ਪ੍ਰਤਾਪ ਹੈ, ਇਹ ਨਾਮ ਦੀ ਵਡਿਆਈ ਹੈ। ਪਰ ਮੀਆਂ ਮੀਰ ਨੂੰ ਕੀ ਚਾਹੀਦਾ ਸੀ? ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦੀ ਜਾ ਕੇ ਚਰਨਾਂ ਤੇ ਪਿਆ ਕਰਦਾ ਸੀ, ਕਿਉਂਕਿ ਮੀਆਂ ਮੀਰ ਦਾ ਪੀਰ ਗੁਰੂ ਅਰਜਨ ਦੇਵ ਜੀ ਸਨ। ਮੀਆਂ ਮੀਰ ਸਾਰੀ ਮੁਗਲ ਹਕੂਮਤ ਦਾ ਪੀਰ ਸੀ, ਪਰ ਮੀਆਂ ਮੀਰ ਦਾ ਪੀਰ ਗੁਰੂ ਅਰਜਨ ਦੇਵ ਜੀ ਸਨ। ਦੇਖੋ ਐਸਾ ਹੈ, ਕਹਿੰਦੇ ਫਿਰ ਵੀ ਆਪਣਾ ਹੰਕਾਰ ਛੱਡ ਕੇ ਉਹ ਪਰਮਾਤਮਾ ਦੇ ਦਰ ਤੇ ਆ ਕੇ ਡਿੱਗਦੇ ਹਨ। ਸਾਧ ਸਹਿਜ ਸੁਖ ਰਸ ਕਸ ਤਜੀਅਲੇ। ਦੇਖੋ ਸਾਧ ਜਿਹੜੇ ਜੀਵ ਦੇ ਸਵਾਦ ਹਨ, ਉਹਨਾਂ ਨੇ ਜੋ ਸਹਿਜ ਹੈ, ਸਹਿਜ ਹੀ ਕਹਿੰਦੇ ਉਹਨਾਂ ਨੇ ਛੱਡ ਦਿੱਤੇ ਬਿਨਾਂ ਕੋਈ ਐਫਰਟ ਤੋਂ। ਜਿੰਨੇ ਸੰਸਾਰ ਦੇ ਸਵਾਦ ਉਹਨਾਂ ਨੇ ਪਿੱਛੇ ਛੱਡ ਕੇ, ਜਿੰਨੇ ਸੁੱਖ ਹਨ ਤੇ ਜਿੰਨੇ ਰਸ ਹਨ, ਰਸ ਜੀਵ ਦੇ ਹੋਏ, ਕਸ ਸ਼ਰਾਬਾਂ ਦੇ ਜਿਹੜੇ ਹੁੰਦੇ ਹਨ। ਕਸ ਕਿਉਂ ਕਹਿੰਦੇ ਹਨ? ਕਿ ਜਿਹੜਾ ਕਸੀਸ ਕਰਕੇ ਜੋ ਕੱਢੀ ਹੋਈ ਸ਼ਰਾਬ ਹੈ, ਕਸ ਜਿਹੜੇ ਕਸਣ ਵਾਲੇ, ਮਤਲਬ ਕਿ ਉਹ ਹਾਟ ਜਿਹੜੇ ਹੁੰਦੇ ਹਨ, ਜਿਵੇਂ ਸ਼ਰਾਬ ਇੱਕ ਹਾਟ ਚੀਜ਼ ਹੈ। ਸੋ ਐਸੀਆਂ ਜਿਹੜੀਆਂ ਰਸ ਤੇ ਕਸ, ਰਸ ਜਿਹੜੇ ਆਮ 6 ਪ੍ਰਕਾਰ ਦੇ ਰਸ ਹਨ, ਸੋ ਉਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਪਿੱਛੇ ਕਾਪੜ ਛੋਡੇ ਚਮੜ ਲੀਏ। ਦੇਖੋ ਉਹਨਾਂ ਨੇ ਕੱਪੜੇ ਛੱਡ ਦਿੱਤੇ ਤੇ ਚੰਮ ਦੇ ਜਿਹੜੀਆਂ ਹਨ ਇੱਕ ਉੱਤੇ ਸ਼ਾਲ ਲੈ ਲਿਆ। ਜਾਂ ਐਸਾ ਵੀ ਹੈ ਉਹਨਾਂ ਨੇ ਕੱਪੜੇ ਛੱਡ ਕੇ ਇਹ ਸਰੀਰ ਰੂਪੀ ਚੰਮ ਨੂੰ ਰੱਖ ਲਿਆ, ਮਤਲਬ ਕਿ ਨੰਗੇ ਹੋ ਗਏ।
ਉਹਨਾਂ ਨੇ ਨੰਗੇ ਰਹਿ ਕੇ ਜਿਹੜੇ ਹਨ ਜੰਗਲਾਂ ਵਿੱਚ ਫਿਰਦੇ ਤੁਰਦੇ ਰਹੇ, ਭਗਤੀ ਕਰਦੇ। ਉਹਨਾਂ ਨੇ ਕੱਪੜੇ ਵੀ ਛੱਡ ਦਿੱਤੇ, ਵੀ ਕੱਪੜੇ ਦੀ ਵੀ ਕੋਈ ਲੋੜ ਨਹੀਂ, ਪਰਮਾਤਮਾ ਦੀ ਭਗਤੀ ਕਰਕੇ ਨਾ ਉਹਨਾਂ ਨੇ ਛੱਡਿਆ ਨਾ, ਪਰਮਾਤਮਾ ਦਾ ਸਦਕਾ ਹੀ ਉਹਨਾਂ ਨੇ ਸਾਰੇ ਸੁੱਖ ਤਿਆਗ ਦਿੱਤੇ। ਦੁਖੀਏ ਦਰਦਵੰਦ ਦਰ ਤੇਰਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਰਦਾਸ ਵਿੱਚ ਕਹਿੰਦੇ ਹਨ, ਕਹਿੰਦੇ ਦੁਖੀਏ ਜਿਹੜੇ ਦੁਖੀ ਲੋਕ ਹਨ ਉਹ ਵੀ ਭਗਤੀ ਕਰਦੇ ਹਨ, ਕਿਉਂਕਿ ਦੁਖੀ ਹੋ ਜਾਂਦੇ ਹਨ, ਹੋਰ ਕੋਈ ਦਰ ਨਹੀਂ ਉਹਨਾਂ ਨੂੰ ਮਿਲਦਾ। ਉਹ ਜਦੋਂ ਜਿਹੜਾ ਖੁਸ਼ੀ ਹੁੰਦੀ ਹੈ ਉਦੋਂ ਰੱਬ ਭੁੱਲ ਜਾਂਦਾ ਹੈ, ਜਦੋਂ ਦੁਖੀ ਹੁੰਦੇ ਨੇ ਰੱਬ ਚੇਤੇ ਆ ਜਾਂਦਾ ਹੈ। ਕਹਿੰਦੇ ਐਸੇ ਜਿਹੜੇ ਦੁਖੀਏ ਹਨ ਫਿਰ ਉਹ ਦੂਜੇ ਦਰਦਵੰਦ ਜਿਨ੍ਹਾਂ ਦੇ ਅੰਦਰ ਪੀੜਾਂ ਹੁੰਦੀਆਂ ਨੇ, ਕੋਈ ਬਿਮਾਰੀ ਲੱਗ ਜਾਂਦੀ ਹੈ ਜਿਹਦਾ ਇਲਾਜ ਕੋਈ ਨਹੀਂ ਹੁੰਦਾ, ਉਹਨੂੰ ਜਿਹੜਾ ਦਰਦਵੰਦ ਜਿਹੜੇ ਹਨ ਉਹ ਸਾਰੇ ਹੀ ਪਰਮੇਸ਼ਰ ਫਿਰ ਵੀ ਤੇਰੇ ਦਰ ਤੇ ਆਉਂਦੇ ਹਨ। ਨਾਮ ਰੱਤੇ ਦਰਵੇਸ਼ ਭਏ। ਫਿਰ ਉਹ ਵੀ ਹਨ ਜਿਹੜੇ ਨਾਮ ਵਿੱਚ ਰੱਤੇ ਹੋਏ ਹਨ ਤੇ ਆਪ ਜੀ ਦੇ ਦਰਵਾਜ਼ੇ ਤੇ ਖੜ ਕੇ ਆਪ ਜੀ ਨੂੰ ਵਾਜਾਂ ਮਾਰਨ ਵਾਲੇ ਹਨ। ਐਸੇ ਦਰਵੇਸ਼ ਵੀ ਹਨ ਸਤਿਗੁਰੂ ਜੀ। ਖਲੜੀ ਖਪਰੀ ਲੱਕੜੀ ਚਮੜੀ। ਦੇਖੋ ਖਲੜੀ ਹੋਈ ਕਹਿਣ ਲਗੇ ਉਹਨਾਂ ਦਾ ਜਿਹੜੀ ਹਨ ਚਮੜੀ ਜਿਹੜੀ ਹੈ, ਖਪਰੀ ਜਿਹੜੀ ਹੈ, ਲੱਕੜੀ ਚਮੜੀ ਕਹਿਣ ਲਗੇ। ਦੇਖੋ ਉਹਨਾਂ ਦਾ ਜਿਹੜਾ ਹੈ ਉੱਤੇ ਕਪੜਾ ਸਿਰਫ ਖਲੜੀ ਹੋ ਰਹਿ ਗਿਆ। ਫਿਰ ਉਹਨਾਂ ਦੀ ਜਿਹੜਾ ਖਪਰੀ ਉਹ ਖੱਪਰ ਲੈ ਕੇ ਘਰ ਵਿੱਚ ਜਾ ਕੇ ਬੈਗਿੰਗ ਕਰਦੇ ਹਨ, ਮੰਗ ਕੇ ਖਾਣ ਵਾਲੇ ਹਨ। ਭਗੀਰਥ ਵਰਗੇ ਰਾਜੇ ਜਿਹੜਾ ਹਨ ਹਰਤ ਵਿੱਚ ਠੂਠਾ ਫੜ ਕੇ ਘਰ ਮੰਗਦੇ ਸਨ। ਸੋ ਇਉਂ ਕਰਕੇ ਜਿਹੜਾ ਲੱਕੜੀ ਜਿਨ੍ਹਾਂ ਨੇ ਜਿਹੜਾ ਲੱਕੜਾਂ ਨੂੰ ਜਿਹੜਾ ਹਨ ਜਿਵੇਂ ਫਰੀਦ ਜੀ ਲੱਕੜ ਨੂੰ ਚੱਬਿਆ ਕਰਦੇ ਸਨ, ਜਦੋਂ ਭੁੱਖ ਲੱਗਦੀ ਹੈ ਇੱਕ ਲੱਕੜ ਨੂੰ ਚੱਬ ਲੈਂਦੇ ਸਨ। ਸੋ ਉਹ ਜਿਹੜਾ ਹਨ ਚਮੜੀ ਜਿਨ੍ਹਾਂ ਦੀ ਚਮੜੀ ਵੀ ਜਿਹੜੀ ਸੁੱਕ ਗਈ ਹੈ। ਸਿੱਖਾ ਸੂਤ ਧੋਤੀ ਕੀਨੀ। ਕਹਿਣ ਲਗੇ ਦੇਖੋ ਸਿੱਖਾ, ਸੋ ਉਹਨਾਂ ਨੇ ਸਿੱਖਾ ਕੀ ਹੈ ਚੋਟੀ, ਕਹਿਣ ਲਗੇ ਬੋਦੀ ਬਣਾ ਲਈ, ਕੇਸਾਂ ਦੀ ਬੋਦੀ ਬਣਾ ਕੇ ਬਹਿ ਗਏ, ਜਟਾਂ ਸਵਾਰ ਲੀਆਂ ਉਹਨਾਂ ਨੇ ਜਿਹੜਾ ਹੈ। ਫਿਰ ਜਿਹੜਾ ਹੈ ਸੂਤ, ਸੋ ਅੱਗੇ ਜਿਹੜਾ ਜਨੇਊ, ਉਹਨਾਂ ਨੇ ਜਨੇਊ ਜਿਹੜਾ ਹੈ ਉਹ ਪਾ ਲਿਆ, ਕਿਸੇ ਨੇ ਧੋਤੀ ਬਣ ਲਈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਤੂੰ ਸਾਹਿਬ ਹਉ ਸਾਂਗੀ ਤੇਰਾ। ਮਹਾਰਾਜ ਜੀ ਕਹਿੰਦੇ ਹਨ, ਹੇ ਸਾਹਿਬ, ਹੇ ਪਰਮਾਤਮਾ, ਤੂੰ ਸਾਰਿਆਂ ਦਾ ਮਾਲਕ ਹੈ, ਤੂੰ ਸਾਹਿਬ ਹੈ, ਮੈਂ ਤੇਰਾ ਸੰਗੀ ਹਾਂ। ਮਹਾਰਾਜ ਮੈਂ ਤੇਰਾ ਚੇਲਾ ਹਾਂ, ਮੈਂ ਤੇਰਾ ਸੰਗ ਕਰਨ ਵਾਲਾ ਹਾਂ, ਮੈਂ ਤੇਰਾ ਨਾਮ ਜਪਣ ਵਾਲਾ ਹਾਂ। ਪ੍ਰਣਵੈ ਨਾਨਕ ਜਾਤ ਕੈਸੀ। ਮਹਾਰਾਜ ਕਹਿੰਦੇ, ਹੇ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਸਤਿਗੁਰੂ ਜੀ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਕਹਿੰਦੇ ਜਾਤ ਕੈਸੀ, ਕਹਿੰਦੇ ਤੇਰੀ ਜਾਤ ਕੀ ਹੈ? ਤੇਰੀ ਜਾਤ ਵੀ ਕੋਈ ਨਹੀਂ ਹੈ। ਕਹਿੰਦੇ ਸਾਰੀਆਂ ਹੀ ਜਾਤਾਂ ਤੇਰੇ ਨਾਲ ਮਿਲਦੀਆਂ ਹਨ, ਤੂੰ ਸਾਰੀਆਂ ਹੀ ਜਾਤਾਂ ਨੂੰ ਪੈਦਾ ਕਰਨ ਵਾਲਾ ਹਾਂ, ਪਰ ਤੇਰੀ ਜਾਤ ਕੋਈ ਨਹੀਂ ਹੈਗੀ। ਕਹਿੰਦੇ ਤੇਰੀ ਜਾਤ ਕੈਸੀ ਹੈ? ਨਹੀਂ ਹੈ। ਸੋ ਮਹਾਰਾਜ ਜੀ ਕਹਿੰਦੇ ਹਨ ਵੀ ਐਸਾ ਤੇਰਾ ਨਾਮ ਹੈ, ਤੇਰੇ ਨਾਮ ਵਿੱਚ ਰੰਗਣ ਵਾਲੇ, ਤੇਰੇ ਨਾਮ ਨੂੰ ਜਪਣ ਵਾਲੇ, ਉਹਨਾਂ ਦੀ ਜਾਤ ਵੀ ਕੀ ਜਾਤ ਰਹਿ ਜਾਂਦੀ ਹੈ? ਕਬੀਰ ਵਰਗਾ ਜੁਲਾਹਾ ਸੀ, ਲੋਕ ਉਹਨੂੰ ਠਿੱਕਾਰ ਕਰਦੇ ਸਨ, ਉਹਨੂੰ ਵੀ ਜਿਹੜਾ ਹੈ ਅੱਜ ਭਗਤਾਂ ਵਿੱਚ ਗਿਣਿਆ ਗਿਆ, ਘਰ ਵਿੱਚ ਕਬੀਰ ਨੂੰ ਗਾਇਆ ਜਾਂਦਾ। ਦੇਖੋ ਐਸਾ ਜਿਹੜਾ ਮਹਾਰਾਜ ਤੇਰੀ ਭਗਤੀ ਕਰਨ ਵਾਲਿਆਂ ਨੂੰ, ਉਹਨਾਂ ਦੀ ਜਾਤ ਕੋਈ ਵੀ ਹੋਵੇ ਉਹਨਾਂ ਨੂੰ ਭਗਤ ਕਰਕੇ ਜਾਣਿਆ ਜਾਂਦਾ ਹੈ, ਉਹਨੂੰ ਤੁਹਾਡੀ ਜਾਤ ਪ੍ਰਾਪਤ ਹੁੰਦੀ ਹੈ। ਐਸਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਜਿਹੜਾ ਹੈ 358 ਅੰਗ ਤੇ ਸਤਿਗੁਰਾਂ ਨੇ ਇਹ ਉਚਾਰਨ ਕੀਤਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਚੌਪੇ ਜਬ ਇਹ ਸ੍ਰੀ ਗੁਰ ਸ਼ਬਦ ਬਖਾਨਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਹੁਸਨ ਹੋਤ ਭਇਓ ਮਰਦਾਨਾ। ਭਾਈ ਮਰਦਾਨਾ ਤਾਂ ਚੁੱਪ ਕਰ ਗਿਆ। ਭਾਈ ਮਰਦਾਨੇ ਨੂੰ ਗਿਆਨ ਦੇ ਦਿੱਤਾ ਸਤਿਗੁਰਾਂ ਨੇ। ਨਿਕਸ ਉਜਾਰ ਵਹਿਰ ਜਬ ਗਏ। ਜਦੋਂ ਇਹ ਉਦਿਆਨ ਇਹ ਜੰਗਲ ਤੋਂ ਬਾਹਰ ਨਿਕਲ ਕੇ ਚਲੇ ਗਏ, ਰਾਮ ਏਕ ਤਬ ਦੇਖਤ ਭਏ। ਇੱਕ ਰਸਤੇ ਵਿੱਚ ਉਸ ਵੇਲੇ ਇੱਕ ਪਿੰਡ ਆਇਆ। ਉਹ ਉਦਿਆਨ ਜੰਗਲ ਤੋਂ ਬਾਅਦ ਇੱਕ ਪਿੰਡ ਦੇਖਿਆ। ਸਭ ਬੰਚਕ ਕੇ ਘਰ ਤੇ ਮਾਹੀ। ਉਹ ਪਿੰਡ ਜਿਹੜਾ ਸੀ ਨਾ ਐਸਾ ਸੀ ਕਿ ਉਹ ਇੱਕ ਸਪੈਸ਼ਲ ਪਿੰਡ ਸੀਗਾ, ਜਿਹਦੇ ਵਿੱਚ ਸਾਰੀ ਠੱਗ ਰਹਿੰਦੇ ਸਨ। ਸਾਰਾ ਹੀ ਪਿੰਡ ਚੋਰ ਸੀਗਾ, ਚੋਰਾਂ ਦਾ ਪਿੰਡ ਸੀ ਇਹ, ਸਾਰੇ ਚੋਰ, ਉਹਨਾਂ ਵਿੱਚੋਂ ਕੋਈ ਵੀ ਨਹੀਂ ਸੀ ਜਿਹੜਾ ਕੋਈ ਚੰਗਾ ਹੋਵੇ। ਸਾਰਾ ਪਿੰਡ ਦੇਖੋ ਇੱਕ ਏਕਤਾ ਸੀ ਉਹਨਾਂ ਦੇ ਵਿੱਚ ਕਿ ਸਾਰੇ ਠੱਗ ਸਨ, ਸਾਰੇ ਚੋਰ ਸਨ। ਹਾਂਜੀ, ਸੋ ਉਹ ਪਿੰਡ ਹੀ ਐਸਾ ਸੀ। ਮਾਰਹਿ ਨਰ ਧਨ ਲੇਵਹਿ। ਇਹ ਕੀ ਕਰਦੇ ਸਨ? ਜਿਹੜਾ ਵੀ ਕੋਈ ਇਹਨਾਂ ਦੇ ਪਿੰਡ ਵਿੱਚ ਆ ਜਾਵੇ ਜਾਂ ਨੇੜੇ ਤੇੜੇ ਲੰਘਦਾ ਹੋਵੇ, ਉਹਨੂੰ ਘਰ ਲੈ ਕੇ ਆ ਜਾਂਦੇ ਹਨ, ਉਹਨੂੰ ਲੁੱਟ ਕੇ ਉਹਨੂੰ ਮਾਰ ਦਿੰਦੇ ਹਨ। ਇਹਨਾਂ ਨੇ ਦੋ ਕੰਮ ਕਰਦੇ ਸਨ, ਲੁੱਟਦੇ ਤੇ ਮਾਰਦੇ। ਜਿਹਨੂੰ ਲੁੱਟ ਲਿਆ ਉਹਨੂੰ ਮਾਰਨਾ ਜ਼ਰੂਰ ਹੈ। ਤਿੰਨ ਕੋ ਸੁਮਤ ਦੇਣ ਕੇ ਹੇਤਾ। ਉਹਨਾਂ ਨੂੰ ਸੁਮਤ ਚੰਗੀ ਮਤ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਪਿੰਡ ਵਿੱਚ ਚਲੇ ਗਏ। ਮਹਾਰਾਜ ਨੇ ਅੱਜ ਠੱਗਾਂ ਨੂੰ ਤਾਰਨਾ ਹੈ,
ਜਿਹੜੇ ਠੱਗ ਪਾਪ ਕਰਨ ਵਾਲੇ ਹਨ ਉਹਨਾਂ ਤੇ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਜਾ ਕੇ ਉੱਥੇ। ਪ੍ਰਵਿਸੇ ਗ੍ਰਾਮ ਹੈ ਕਿਰਪਾ ਨਿਕੇਤਾ। ਮਹਾਰਾਜ ਜੀ ਉਹ ਗ੍ਰਾਮ ਵਿੱਚ ਪ੍ਰਵੇਸ਼ ਕਰ ਗਏ, ਮਹਾਰਾਜ ਉਹ ਗ੍ਰਾਮ ਪਿੰਡ ਵਿੱਚ ਜਾ ਵੜੇ। ਜਗਤੇਸ਼ਵਰ ਇੱਕ ਖੇਲ ਮਚਾਵਾ। ਜਗਤ ਦੇ ਈਸ਼ਵਰ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਇੱਕ ਖੇਡ ਵਰਤਾਇਆ, ਇੱਕ ਖੇਡ, ਇੱਕ ਗੇਮ ਬਣਾਇਆ ਜੀ, ਇੱਕ ਐਸਾ ਕੌਤਕ ਵਰਤਾਇਆ। ਬੰਚਕ ਕੁਮਤ ਹਰਨ ਹਿਤ ਠਾਵਾ। ਮਹਾਰਾਜ ਨੇ ਉਹਨਾਂ ਠੱਗਾਂ ਨੂੰ ਜਿਹੜਾ ਇੰਪ੍ਰੈਸ ਕਰਨ ਵਾਸਤੇ, ਉਹ ਠੱਗਾਂ ਨੂੰ ਜੋ ਉਹ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਦਿਖਾਉਣ ਵਾਸਤੇ, ਉਹ ਜਿਹੜਾ ਹਨ ਠੱਗਾਂ ਨੂੰ ਜਾਂ ਜਿਹੜਾ ਹੈ ਉਹਨਾਂ ਦਾ ਅਟੈਂਸ਼ਨ ਡਰਾਅ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸਾ ਕੀਤਾ। ਖੋੜਸ ਬਰਸ ਬੈਸ ਮੈਂ ਕਰਦੀ। ਕਿ ਕੀ ਹੋਇਆ? ਭਾਈ ਬਾਲਾ ਜੀ ਕਹਿੰਦਾ ਮੈਨੂੰ 16 ਬਰਸਾਂ ਦਾ ਕਰ ਦਿੱਤਾ, ਮੈਨੂੰ ਯੰਗ ਕਰ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਭਾਈ ਬਾਲਾ ਕਹਿੰਦਾ ਆਈ ਵਾਸ 16 years old। ਦੇਖੋ ਇਹ ਕਿੱਡੀ ਵੱਡੀ ਗੱਲ ਹੈ। ਅੱਜ ਕੱਲ੍ਹ ਜਿਹਨੂੰ ਪੁੱਛੀਏ ਜਿਹੜਾ 61 years old ਦਾ ਹੋਵੇ, ਉਹਨੂੰ ਪੁੱਛੇ ਤੇਰੀ ਉਮਰ ਕੀ, ਉਹ 16 ਦੱਸਦਾ ਹੈ। ਵੀ ਜਿਹੜਾ ਏਕਾ ਪਿੱਛੇ ਲੱਗਣਾ ਉਹਨੂੰ ਮੂਹਰੇ ਲਾ ਲਿਆ ਕਰੋ। ਹਾਂਜੀ, ਹਰ ਕੋਈ ਯੰਗ ਕਹਿੰਦਾ ਹੈ। ਭਾਈ ਬਾਲਾ ਕਹਿੰਦਾ ਮੇਰੀ ਵੀ ਉਮਰ ਗੁਰੂ ਨਾਨਕ ਸਾਹਿਬ ਜੀ ਨੇ 16 ਸਾਲ ਦੀ ਕਰ ਦਿੱਤੀ, ਮੈਨੂੰ ਐਨ ਗੱਭਰੂ ਜਵਾਨ ਬਣਾਤਾ ਸਤਿਗੁਰਾਂ ਨੇ। ਬਹੁਤ ਸੁੰਦਰ ਭੂਖਣ ਪਟ ਜਰਦੀ। ਦੇਖੋ ਇੰਨਾ ਨਹੀਂ, ਭਾਈ ਬਾਲਾ ਕਹਿੰਦਾ ਮੈਂ ਸਡਨਲੀ ਦੇਖਿਆ ਮੇਰੇ ਕੱਪੜੇ ਬੜੇ ਸੋਹਣੇ ਹੋ ਗਏ, ਜਿਵੇਂ ਕੋਈ ਵਿਆਹ ਦੇ ਨਹੀਂ ਕੋਈ ਪਾਉਂਦਾ ਹੁੰਦਾ, ਕੋਈ ਵਿਆਹ ਦਾ ਦੁੱਲਾ ਪਾਉਂਦਾ ਹੁੰਦਾ ਹੈ। ਹਾਂਜੀ, ਉਹ ਪਾ ਕੇ ਉੱਤੇ ਗਹਿਣੇ ਪਾਉਂਦਾ ਹੈ। ਕਹਿੰਦੇ ਇਸ ਤਰ੍ਹਾਂ ਦਾ ਮੇਰਾ ਜਿਹੜਾ ਹੈ ਪੱਕਾ ਮੇਰਾ ਜਿਹੜਾ ਹੈ ਮੈਨੂੰ ਸਜਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ। ਦੋਹਰਾ ਜਾਂਬੂ ਨਦ ਕਟ ਨਿਜ ਸੋ ਕਰ ਪੋਸਸ ਸੇਤ ਬਣਾਏ। ਕਹਿਣ ਲੱਗੇ ਇਉਂ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ? ਹੱਥਾਂ ਵਿੱਚ ਕੜੇ ਪਾ ਲਏ। ਗੁਰੂ ਨਾਨਕ ਸਾਹਿਬ ਜੀ ਦੇ ਹੱਥਾਂ ਵਿੱਚ ਸੋਨੇ ਦੇ ਕੜੇ ਹਨ, ਮੋਟੇ ਮੋਟੇ। ਹਾਂਜੀ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਹਨ ਪੋਸ਼ਸ਼ ਸੇਤ, ਆਪਣਾ ਚੋਲਾ ਚਿੱਟਾ ਪਾ ਲਿਆ। ਮਰਦਾਨਾ ਨਿਜ ਡੂਮ ਬੂ ਜਨ ਮੁਕਲਾਵਨ ਜਾਏ। ਤੇ ਕੀ ਹੋਇਆ? ਭਾਈ ਮਰਦਾਨੇ ਨੂੰ ਆਪਣਾ ਡੂਮ ਬਣਾ ਲਿਆ। ਮਰਾਸੀ, ਜਿਵੇਂ ਕੋਈ ਮਰਾਸੀ ਤੁਰਿਆ ਜਾਂਦਾ ਹੁੰਦਾ, ਉਹ ਭਾਈ ਮਰਦਾਨੇ ਦਾ ਰੋਲ ਸੀਗਾ, ਉਹਨੂੰ ਮਰਾਸੀ ਰੱਖਿਆ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਜਾ ਰਹੇ ਸਨ ਭਾਈ ਬਾਲੇ, ਜਿਵੇਂ ਮੁਕਲਾਵਾ ਲੈਣ ਵਾਸਤੇ ਜਾਂਦੇ ਨੇ। ਸੋ ਮੁਕਲਾਵਾ ਕੀ ਹੁੰਦਾ ਹੈ? ਅੱਗੇ ਪਿਛਲੇ ਸਮਿਆਂ 'ਚ ਜਦੋਂ ਯੰਗ ਜਿਹੜੇ ਹਨ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਸਨ, ਜਿਹੜਾ ਬੱਚੇ ਜਿਵੇਂ 8 ਸਾਲ ਦੇ ਕੇ 5 ਸਾਲਾਂ ਦੇ ਵਿਆਹ ਹੋ ਜਾਂਦੇ ਸਨ। ਸੋ ਉਹ ਜਿਹੜਾ ਵਿਆਹ ਕਰਨ ਤੋਂ ਬਾਅਦ ਉਹ ਜਿਹੜਾ ਲੜਕਾ ਤੇ ਲੜਕੀ ਆਪੋ ਆਪਣੇ ਘਰਾਂ ਵਿੱਚ ਰਹਿੰਦੇ ਸਨ। ਜਦੋਂ ਵੱਡੇ ਹੋ ਜਾਂਦੇ ਸਨ ਨਾ, ਫਿਰ ਲੜਕੇ ਵਾਲੇ ਮੁਕਲਾਵਾ ਲੈਣ ਵਾਸਤੇ ਜਾਂਦੇ ਸਨ। ਮੁਕਲਾਵਾ ਹੁੰਦਾ ਵੀ ਉਹ ਲੜਕੀ ਨੂੰ ਲੈ ਕੇ ਆਪਣੇ ਘਰ ਵਿੱਚ ਆਉਣਾ। ਸੋ ਜਦੋਂ ਐਸਾ, ਉਹਨੂੰ ਮੁਕਲਾਵਾ ਕਹਿੰਦੇ ਹਾਂ। ਸੋ ਐਸਾ ਉਹਨਾਂ ਨੂੰ ਦ੍ਰਿਸ਼ਟ ਦਿਖਾਇਆ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਪੁੱਤਰ ਭਾਈ ਬਾਲਾ ਜੀ ਹੈ, ਜਿਹਦਾ ਵਿਆਹ ਹੋ ਚੁੱਕਿਆ ਹੈ, ਇਹ ਮੁਕਲਾਵਾ ਲੈਣ ਚੱਲਿਆ ਹੈ। ਸੋ ਉਸ ਵੇਲੇ ਐਸਾ ਉਹਨਾਂ ਨੂੰ ਦਿਖਾਉਣ ਵਾਸਤੇ ਇਹ ਪ੍ਰਸੰਗ, ਇਹ ਸਾਂਗ ਗੁਰੂ ਨਾਨਕ ਸਾਹਿਬ ਨੇ ਵਰਤਾਇਆ। ਚੌਪਈ ਸੋ ਬੰਚਕ ਕੇ ਸਦਨ ਮਝਾਰੀ। ਮਹਾਰਾਜ ਸੋ ਬੰਚਕ ਕੇ, ਇੱਕ ਠੱਗ ਨੇ ਦੇਖ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਦੇਖ ਕਰਕੇ ਬੜੀ ਖੁਸ਼ੀ ਨਾਲ ਉਹ ਕਹਿੰਦਾ ਬਾਬਾ ਜੀ ਸੰਤ ਜੀ ਸਾਡੇ ਘਰ ਆਓ, ਸਾਡੇ ਘਰ ਆਓ। ਆਪਣੇ ਘਰ ਲੈ ਗਿਆ। ਬੈਠੇ ਜਾਏ ਜਹਾਂ ਅਗਹਾਰੀ। ਪਾਪਾ ਨੂੰ ਨਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਠੱਗ ਦੇ ਘਰ ਚਲੇ ਗਏ। ਇੱਕ ਬੰਚਕ ਬਹੁ ਔਰ ਹਰ ਖਾਨਾ। ਉਹ ਬੰਚਤ ਜਿਹੜਾ ਸੀ, ਉਹ ਜਿਹੜਾ ਠੱਗ ਸੀ, ਬੜਾ ਖੁਸ਼ ਹੋਇਆ ਵੀ ਮੈਨੂੰ ਅੱਜ ਚੰਗਾ ਜਿਹੜਾ ਕਸਟਮਰ ਮਿਲ ਗਿਆ। ਹਾਂਜੀ, ਵੀ ਸੋਹਣਾ ਜਿਹੜੇ ਕੜੇ ਸੋਹਣੇ ਪਾਏ ਹੋਏ ਹਨ, ਬੜੇ ਸਜੇ ਧਜੇ ਹਨ। ਭਾਈ ਬਾਲੇ ਨੂੰ ਤਾਂ ਮੁੜ ਕੇ ਦੇਖੀ ਜਾਂਦਾ ਸੀ ਵੀ ਇਹ ਮੁੰਡੇ ਜਿਹਨੂੰ ਆਪਾਂ ਕਿਡਨੈਪ ਕਰ ਲੈਣਾ ਹੈ। ਹਾਂ, ਵੀ ਇਹਨੂੰ ਛੱਡਣਾ ਕੋਈ ਨਹੀਂ ਹੈਗਾ ਆਪਾਂ। ਹਾਂਜੀ, ਇਹਨੂੰ ਤਾਂ ਚੁੱਕੇ ਹੀ ਲੈ ਜਾਣਾ ਹੈ। ਵੀ ਜੇ ਉਹਨਾਂ ਤਾਂ ਇਹਦਾ ਭਾਰ ਨਹੀਂ ਜਿੰਨਾ ਇਹ ਸੋਨਾ ਪਾਈ ਬੈਠਾ ਹੈ, ਵੀ ਇੰਨੇ ਸੋਹਣੇ ਕੱਪੜੇ ਪਾਏ ਹੋਏ ਹਨ। ਸੋ ਇਹ ਸਲਾਹ ਕਰਦੇ ਸੀ। ਭਾਈ ਬਾਲਾ ਕਹਿੰਦਾ ਮੇਰੇ ਵਾਲੇ ਘੂਰ ਕੇ ਦੇਖੀ ਜਾਂਦੇ ਸਨ ਵੀ ਇਹ ਮੁੰਡੇ ਨੂੰ ਚੱਕਣਾ ਸੀ। ਨਿੱਕੇ ਰੀਤ ਕੀਨ ਸਨਮਾਨਾ। ਕਹਿੰਦੇ ਨਿੱਕੀ ਰੀਤ ਹੈ, ਚੰਗੀ ਰੀਤੀ ਦੇ ਨਾਲ ਬੜਾ ਉਹਨਾਂ ਨੇ ਸਤਿਕਾਰ ਕੀਤਾ, ਬੜੀ ਸੇਵਾ ਕੀਤੀ। ਹਾਂਜੀ, ਹੱਦ ਤੋਂ ਵੱਧ ਜਾ ਕੇ ਉਹਨਾਂ ਨੇ ਸੇਵਾ ਕੀਤੀ। ਆਵੋ ਜੀ ਕਰੀਏ ਘਰ ਡੇਰਾ। ਕਹਿੰਦੇ ਆਵੋ ਜੀ, ਜੀ ਆਇਆਂ ਨੂੰ ਜੀ, ਸਾਡੇ ਘਰ ਕੇ ਡੇਰਾ ਕਰੋ ਜੀ, ਇੱਥੇ ਰਹੋ ਤੁਸੀਂ। ਆਛੇ ਬਿਦ ਸ਼ਰਮ ਹਰੋਂ ਸੋ ਤੇਰਾ। ਕਹਿੰਦੇ ਚੰਗੀ ਤਰ੍ਹਾਂ ਤੁਸੀਂ ਆ ਕੇ ਨਾ ਇੱਥੇ ਇੱਕ ਵਾਰੀ ਆਰਾਮ ਕਰ ਲਓ, ਰੈਸਟ ਕਰੋ। ਸਾਰੇ ਰਸਤੇ ਦਾ ਜਿਹੜਾ ਥਕੇਵਾਂ ਇੱਥੇ ਕੱਢ ਕੇ ਹੀ ਜਾਇਓ। ਸਾਡੇ ਘਰ ਵਿੱਚ ਕੱਢਣਾ, ਹੋਰ ਕਿਤੇ ਨਹੀਂ ਕੱਢਣਾ। ਹੈ ਸਾਰਾ ਥਕੇਵਾਂ ਇੱਥੇ ਹੀ ਲਾ ਕੇ ਜਾਣਾ ਹੈ, ਅਸੀਂ ਸੰਭਾਲ ਲਾਂਗੇ। ਹਾਂਜੀ, ਤੁਸੀਂ ਲਾ ਦਿਓ, ਅਸੀਂ ਸੰਭਾਲ ਲੈਣਾ ਥਕੇਵਾਂ, ਕੋਈ ਗੱਲ ਨਹੀਂ, ਤੁਸੀਂ ਇੱਥੇ ਰਹੋ ਸਾਡੇ ਨਾਲ। ਜੋ ਕੁਛ ਕਹੋ ਸੋ ਸੇਵਾ ਕਰੋ। ਹਾਂ, ਕਹਿੰਦੇ ਜੋ ਤੁਸੀਂ ਕਹੋਗੇ ਤੁਹਾਡੀ ਉਹੀ ਅਸੀਂ ਸੇਵਾ ਕਰਾਂਗੇ। ਹਾਂਜੀ, ਜੋ ਤੁਸੀਂ ਕਹੋਗੇ ਬਸ ਕਹਿ ਦਿਓ ਇੱਕ ਵਾਰੀ ਕੀ ਚਾਹੀਦਾ, ਅਸੀਂ ਬਣਾਵਾਂਗੇ, ਕਰਾਂਗੇ ਜੋ ਹੁੰਦਾ ਸਾਡੇ ਕੋਲੋਂ। ਪਾਉ ਚਾਪ ਸ਼ਰਮ ਮਗ ਕਾ ਹਰ ਹੋ। ਹਾਂ, ਕਹਿੰਦੇ ਇੱਥੋਂ ਤੱਕ ਤੁਸੀਂ ਲੰਮੇ ਪੈ ਜਾਓ, ਤੁਹਾਡੀ ਮਸਾਜ ਵੀ ਕਰਾਂਗੇ, ਤੁਹਾਡੇ ਜਿਹੜੇ ਹੱਥ ਪੈਰ ਮਲਾਂਗੇ, ਦੱਬਾਂਗੇ। ਹਾਂਜੀ, ਥੋੜਾ ਜਿਹੜਾ ਰਸਤੇ ਵਿੱਚ ਥੋੜੀਆਂ ਲੱਤਾਂ ਥੱਕ ਗਈਆਂ ਹੋਣੀਆਂ, ਹਾਂਜੀ ਅਸੀਂ ਪੂਰੀਆਂ ਐਨ ਮਸਾਜ ਕਰਾਂਗੇ, ਚੰਗੀ ਤਰ੍ਹਾਂ ਤੇਲ ਲਾ ਕੇ।
ਸਵਈਆ ਤਾਂ ਕੇ ਨਿਕੇਤ ਰਹੇ ਪ੍ਰਭ ਜੀ ਮਿਲ। ਮਹਾਰਾਜ ਜੀ ਉੱਥੇ ਉਹੀ ਠੱਗ ਦੇ ਘਰ ਵਿੱਚ ਮਹਾਰਾਜ ਜੀ ਰਹਿ ਪਏ। ਸਤਿਗੁਰੂ ਜੀ ਨੇ ਕਿਹਾ ਚੰਗਾ ਫੇ ਠੀਕ ਆ ਜੀ, ਕਰ ਲੋ ਸੇਵਾ ਹੁਣ। ਵੰਚਕ ਆਵਤ ਪੇ ਸਮੁਦਾਇ। ਕੀ ਹੋਇਆ ਜੀ, ਹੁਣ ਪਿੰਡ ਸਾਰਾ ਹੀ ਠੱਗਾਂ ਦਾ ਸੀ, ਚੋਰਾਂ ਦਾ ਸੀ। ਉਹ ਜਿਹੜੇ ਆਲੇ ਦੁਆਲੇ ਦੇ ਪਿੰਡ ਸੀ, ਕਿਉਂਕਿ ਉਹਨਾਂ ਦਾ ਇੱਕ ਅੰਡਰਸਟੈਂਡਿੰਗ ਸੀ। ਦੇਖੋ ਜਿਹੜੇ ਚੋਰਾਂ ਦੀ ਐਸੋਸੀਏਸ਼ਨ ਹੁੰਦੀ ਆ ਨਾ ਠੱਗਾਂ ਦੀ, ਇਹਨਾਂ ਦੇ ਵਿੱਚ ਕਾਫੀ ਏਕਤਾ ਹੁੰਦੀ ਹੈ ਤੇ ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਹਨ ਜੋ ਇਹ ਫੋਲੋ ਕਰਦੇ ਹਨ ਵੈਰੀ ਸਟ੍ਰਿਕਟਲੀ। ਹਾਂਜੀ, ਸੋ ਇਹਨਾਂ ਨੇ ਕੀ ਕੀਤਾ, ਸਾਰੇ ਜਿਹੜੇ ਠੱਗ ਸਨ ਇਹਨਾਂ ਨੇ ਦੇਖਿਆ ਵੀ ਇਹਨਾਂ ਦੇ ਘਰ ਵਿੱਚ ਇੱਕ ਆ ਗਿਆ ਜੀ ਆਪਣਾ ਕਸਟਮਰ। ਉਹ ਸਾਰੇ ਇਕੱਠੇ ਹੋ ਕੇ ਆ ਗਏ। ਧਾਮ ਹੋ ਤੋ ਜਿਹ ਕੋ ਤਬ ਹੀ। ਹਾਂ, ਕਹਿਣ ਲੱਗੇ ਉਹੀ ਘਰ ਵਿੱਚ ਆਏ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਧਾਮ ਹੁਤੋ ਜੇ ਜਿੰਨੇ ਘਰਾਂ ਵਿੱਚ ਜਿੰਨੇ ਘਰ ਸੀਗੇ ਪਿੰਡ ਦੇ ਸਾਰੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਪਹੁੰਚ ਗਏ ਜੀ ਉੱਥੇ ਆ ਕੇ। ਸਭ ਹੀ ਬਟ ਪਾਰ ਸੋਲੀਨ ਬੁਲਾਏ। ਸਾਰੇ ਬਟਪਾਰੀ ਜਿਹੜੇ ਠੱਗ ਲੋਕ ਸਨ, ਐਂ ਕਹਿ ਲੋ ਜੀ, ਉੱਥੇ ਕਾਨਫਰੰਸ ਲੱਗ ਗਈ ਜੀ ਠੱਗਾਂ ਦੀ। ਸਾਰੇ ਠੱਗ ਇਕੱਠੇ ਹੋ ਗਏ ਜੀ ਪਿੰਡ ਦੇ। ਹੁਣ ਦੇਖੋ ਇੱਕ ਠੱਗ ਨੂੰ ਸੰਭਾਲਣਾ ਔਖਾ ਹੁੰਦਾ ਤਾਂ ਪਿੰਡ ਸੀ ਠੱਗਾਂ ਦਾ। ਸਾਰੇ ਠੱਗ ਇਕੱਠੇ ਹੋ ਕੇ ਕਾਨਫਰੰਸ ਕਰਨ ਲੱਗੇ, ਮੀਟਿੰਗ ਕਰਨ ਲੱਗੇ ਜੀ। ਜੋਤ ਲਿਲਾਰ ਬੜੀ ਇਹ ਕੇ। ਹੁਣ ਉਹਨਾਂ ਨੇ ਦੇਖ ਕੇ ਗੁਰੂ ਨਾਨਕ ਸਾਹਿਬ ਸਾਰਿਆਂ ਨੇ ਜੋ ਦੇਖਿਆ ਨਾ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਉਹਨਾਂ ਨੇ ਦੇਖ ਕਰਕੇ ਗੁਰੂ ਨਾਨਕ ਸਾਹਿਬ ਜੀ ਵੱਲ ਕਹਿੰਦੇ ਉਹਨਾਂ ਨੇ ਨਿਰਣਾ ਕੱਢਿਆ। ਉਹਨਾਂ ਨੇ ਫੈਸਲਾ ਕੀਤਾ, ਕਹਿੰਦੇ ਦੇਖੋ ਇਹਦਾ ਮੱਥਾ ਜਿਹੜਾ ਹੈ ਸ਼ਾਈਨਿੰਗ ਹੈ, ਸ਼ਾਈਨਿੰਗ ਮੱਥਾ ਹੈ। ਕਹਿੰਦੇ ਜੋਤ ਲਿਲਾਰ ਵੱਡੀ ਇਹ, ਕਹਿੰਦਾ ਇਹਦਾ ਮੱਥਾ ਜਿਹੜਾ ਹੈ ਬਹੁਤ ਪ੍ਰਕਾਸ਼ ਕਰ ਰਿਹਾ ਹੈ। ਇਹਦੇ ਵਿੱਚੋਂ ਔਰਾ ਜਿਹੜਾ ਆ ਰਿਹਾ ਬੜਾ ਸਟਰੋਂਗ ਆ ਰਿਹਾ ਹੈ। ਧਨ ਹੈ ਬਹੁ ਪਾਸ ਚਲਿਓ ਕਿਹ ਥਾਈ। ਹਾਂ, ਮੈਨੂੰ ਕਹਿੰਦੇ ਸਾਨੂੰ ਇਹ ਨਿਰਣਾ ਹੈ ਇਹ ਕੋਈ ਰਾਜਾ ਹੋਵੇਗਾ, ਇਹਦੇ ਕੋਲ ਬਹੁਤ ਪੈਸਾ ਹੈ, ਤਾਂ ਹੀ ਤਾਂ ਇਹਦਾ ਮੱਥਾ ਚਮਕਦਾ ਹੈ। ਕਿਉਂਕਿ ਚੋਰਾਂ ਨੂੰ ਪਤਾ ਹੁੰਦਾ ਨਾ ਵੀ ਕਿਹੜੇ ਕੋਲ ਪੈਸਾ ਹੁੰਦਾ ਨਹੀਂ ਹੁੰਦਾ। ਦੇਖੋ ਆਪਾਂ ਨੂੰ ਨਹੀਂ ਪਤਾ ਲੱਗਦਾ, ਠੱਗਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਪੈਸਾ ਹੈ ਜਾਂ ਨਹੀਂ। ਉਹਨਾਂ ਨੇ ਕੱਢ ਲਈ ਜੀ ਗੱਲ, ਕਹਿੰਦੇ ਇਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ। ਉਹ ਸੱਚੇ ਵੀ ਸੀਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਨੇ, ਸਾਰੀ ਦੁਨੀਆ ਉਹਨਾਂ ਦੀ ਹੈ, ਉਹਨਾਂ ਵਰਗਾ ਧਨੀ ਕਿਹਨੇ ਹੋਣਾ ਸੀ ਉੱਥੇ। ਸਭ ਕੁਝ ਤਾਂ ਉਹਨਾਂ ਦਾ ਹੀ ਹੈ ਬਣਾਇਆ ਹੋਇਆ। ਤੇ ਕਹਿੰਦੇ ਵੀ ਚੱਲਿਓ ਕਿਹ ਥਾਈ, ਹੁਣ ਪਤਾ ਕਰੋ ਇਹ ਕਿੱਥੇ ਜਾ ਰਿਹਾ ਹੈ। ਲੇਹੋ ਸਬੈ ਨਾ ਦੁਰਾਵ ਹੈ ਸੋ। ਦੇਖੋ ਲੇਹੋ ਸਬੈ, ਹੁਣ ਉਹ ਘਰ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਰਹਿ ਰਹੇ ਸਨ ਨਾ, ਉਹਨੂੰ ਕਿਹਾ ਉਹਨਾਂ ਨੇ ਦੇਖੋ ਰੂਲਸ ਐਂਡ ਰੈਗੂਲੇਸ਼ਨ ਤੂੰ ਫੋਲੋ ਕਰਨਾ ਹੈ ਤੇ ਜਿਹੜਾ ਕੁਝ ਤੂੰ ਇੱਥੇ ਇਹਨਾਂ ਤੋਂ ਠੱਗਾਂਗਾ, ਤੂੰ ਜੋ ਇਹਨਾਂ ਤੋਂ ਚੋਰੀ ਕਰਨਾ ਹੈ ਲੁਕੋ ਕੇ ਨਹੀਂ ਰੱਖਣਾ, ਸਾਰਿਆਂ ਵਿੱਚ ਵੰਡਣਾ ਹੈ। ਉਹਨਾਂ ਦੀ ਐਕਸੀਬਿਸ਼ਨ ਕਰਕੇ ਸਾਰਿਆਂ ਨੂੰ ਦਿਖਾ ਕੇ ਫਿਰ ਤੂੰ ਆਪਾਂ ਸਾਰਿਆਂ ਨੂੰ ਵੰਡਣਾ ਹੈ। ਹਮ ਭੋਰ ਭਈ ਧਨ ਲੇਹੇ ਬਟਾਏ। ਹੁਣ ਉਹ ਚੋਰਾਂ ਨੇ ਕਿਹਾ ਭਾਈ ਹੁਣ ਰਾਤ ਵੇਲੇ ਇਹ ਤੇਰੇ ਘਰ 'ਚ ਰਹਿਣਗੇ, ਤੂੰ ਆਪਣਾ ਕੰਮ ਕਰਨਾ, ਰਾਤੋਂ ਰਾਤ ਇਹਨਾਂ ਨੂੰ ਲੁੱਟ ਕੇ ਮਾਰ ਦੀ। ਸਵੇਰ ਹੁੰਦਿਆਂ ਸਾਰ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਣਗੀਆਂ ਆਪਾਂ ਆਪਸ ਵਿੱਚ ਵੰਡ ਲਵਾਂਗੇ। ਹਾਂਜੀ, ਸੋ ਸੌਦਾ ਹੋ ਗਿਆ, ਵੈਰੀ ਗੁੱਡ, ਵੈਰੀ ਫੇਅਰ ਹੋ ਗਿਆ ਜੀ। ਸਾਰੇ ਕਹਿੰਦੇ ਯਾਦ ਰੱਖੀ ਤੂੰ ਲੁਕੋਈ ਨਾ ਕੋਈ ਚੀਜ਼। ਹਾਂਜੀ, ਸਾਰੀਆਂ ਦਿਖਾਉਣੀਆਂ ਹਨ। ਯੋ ਕਹਿ ਜਾਤ ਭਏ ਆਪਣੇ ਘਰ। ਜੋ ਇਹੋ ਕਹਿ ਕਰਕੇ ਸਾਰੇ ਬਾਕੀ ਦੇ ਠੱਗ ਆਪੋ ਆਪਣੇ ਘਰਾਂ ਨੂੰ ਮੁੜ ਗਏ। ਬਾਸੁਰ ਤੇ ਰਜਨੀ ਹੋਏ ਆਏ। ਸੋ ਰਾਤ ਤੋਂ ਹੁਣ ਜਿਹੜਾ ਸਵੇਰ ਤੋਂ ਹੁਣ ਰਾਤ ਪੈ ਗਈ ਜੀ, ਹਨੇਰਾ ਹੋ ਗਿਆ। ਖਾਏ ਆਹਾਰ ਕੋ ਸੋਏ ਰਹੇ ਸਭ। ਸੋ ਕੀ ਹੋਇਆ, ਠੱਗ ਜਿਹੜੇ ਬੜੇ ਖੁਸ਼ ਹੋਏ ਵਿਚਾਰੇ, ਵੱਧ 2-4 ਪਰੌਂਠੇ ਖਾ ਕੇ ਸੌਂ ਗਏ ਜੀ। ਹਾਂਜੀ, ਉਹਨਾਂ ਨੇ ਬੜੀ ਖੁਸ਼ੀ ਹੋਈ, ਵੱਡੀ ਸਾਮੀ ਮਿਲੀ ਹੈ, ਵੱਡਾ ਕਸਟਮਰ ਮਿਲ ਗਿਆ, ਬੜੇ ਪੈਸੇ ਮਿਲਨੇ ਆ। ਵਿਚਾਰੇ ਉਹ ਡ੍ਰੀਮ ਕਰਨ ਵਾਸਤੇ ਉਹ ਸੌਂ ਗਏ। ਹਾਂਜੀ, ਖਾ ਪੀ ਕੇ ਰੱਜ ਕੇ। ਕਾਹੂ ਨਾ ਜਾਗਨ ਕੀ ਸੁਧ ਪਾਈ। ਕੀ ਹੋਇਆ ਜੀ, ਜਾਗਣ ਦਾ ਵੇਲਾ ਕਿਸੇ ਨੂੰ ਚੇਤੇ ਹੀ ਨਹੀਂ ਆਇਆ। ਇਹ ਠੱਗ ਜਿਹੜੇ ਲੋਕ ਸਨ ਨਾ, ਇਹ ਵੀ ਅੰਮ੍ਰਿਤ ਵੇਲੇ ਉੱਠਦੇ ਸਨ, ਪਰ ਇਹ ਨਾਮ ਜਪਣ ਵਾਸਤੇ ਨਹੀਂ ਉੱਠਦੇ ਸਨ। ਇਹ ਉੱਠਦੇ ਸਨ ਲੋਕਾਂ ਨੂੰ ਮਾਰਨ ਵਾਸਤੇ, ਠੱਗਣ ਵਾਸਤੇ। ਸੋ ਇਉਂ ਕਰਕੇ ਇਹ ਵੀ ਜਿਹੜੇ ਹਨ ਸੁੱਤੇ ਹੀ ਰਹਿ ਗਏ, ਕਿਉਂਕਿ ਜਿਆਦੇ ਖਾ ਲਿਆ ਰਾਤ ਨੂੰ, ਜਿਆਦੇ ਖੁਸ਼ੀ ਹੋ ਗਈ, ਸੁੱਤੇ ਹੀ ਰਹਿ ਗਏ ਜੀ। ਅੰਮ੍ਰਿਤ ਵੇਲਾ ਲੰਘ ਗਿਆ। ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸਾ ਪ੍ਰੇਰਿਆ ਕਿ ਉਹਨਾਂ ਦੀ ਨੀਂਦ ਹੀ ਨਹੀਂ ਖੁੱਲੀ। ਜਿਹਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਸੀ ਉਹ ਵੀ ਸੌਂ ਗਿਆ, ਉਹਨੂੰ ਨਾ ਜਾਗ ਆਈ। ਸੈਨ ਕਰੇ ਸਭ ਰਹਿਣ ਬਿਤਾਏ। ਸਾਰਿਆਂ ਨੇ ਸੌਂ ਕੇ ਰਾਤ ਬਤੀਤ ਕਰਤੀ ਜੀ। ਸਾਰੀ ਰਾਤ ਬੀਤ ਗਈ, ਦਿਨ ਚੜ ਗਿਆ। ਭੋਰ ਭਈ ਜਬ ਜਾਗਿਓ ਨਾ ਕੋ। ਕਹਿੰਦੇ ਭੋਰ ਪਈ, ਸਵੇਰ ਹੋ ਗਈ, ਕੋਈ ਨਾ ਜਾਗਿਆ ਉਹਨਾਂ ਦੇ ਵਿੱਚੋਂ, ਕੋਈ ਪਿੰਡ ਦਾ ਬੰਦਾ ਨਾ ਜਾਗਿਆ। ਤਬ ਐਸੇ ਪਰੇ ਜਿਮ ਹੋਏ ਮੁਰਛਾਏ। ਇਸ ਤਰ੍ਹਾਂ ਪਏ ਸਨ ਆਪਣੇ ਮਿੰਜਾਂ ਤੇ ਲਿਟੇ ਹੋਏ, ਜਿਵੇਂ ਮਰੇ ਹੋਏ ਪਏ ਹੁੰਦੇ ਹਨ। ਸਾਰੇ ਐ ਲਿਟੇ ਪਏ ਉੱਥੇ, ਪੂਰੇ ਘੂਕ ਨਿੰਦ ਵਿੱਚ ਪਏ ਜੀ। ਸੂਰ ਚੜੇ ਗਮਨੇ ਗੁਰ ਨਾਨਕ। ਜਦੋਂ ਸੂਰਜ ਚੜਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਠੇ। ਹੁਣ ਉਹਨਾਂ ਨੇ ਲੁਕ ਤਾਂ ਲਾਏ ਹੋਏ ਸਨ ਵੀ ਕਿਤੇ ਭੱਜ ਨਾ ਜਾਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਸਾਰੇ ਜਿੰਦੇ ਕੁੰਡੇ ਖੁੱਲ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਵਿੱਚੋਂ ਨਿਕਲ ਕੇ ਤੁਰ ਪਏ, ਭਾਈ ਬਾਲਾ ਜੀ ਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ। ਸੋਵਤ ਛੋਰ ਤਲੇ ਤਹ ਥਾਈ। ਮਹਾਰਾਜ ਉਹਨਾਂ ਨੂੰ ਸੁੱਤਿਆਂ ਹੀ ਪਿੱਛੇ ਛੱਡ ਗਏ ਤੇ ਮਹਾਰਾਜ ਜੀ ਤੁਰ ਪਏ ਜੀ। ਜਾਗਤ ਪੇ ਪਸਚਾਤ ਸਬੈ। ਹੁਣ ਜਦੋਂ ਠੱਗਾਂ ਨੂੰ ਜਿਹੜਾ ਹੈ ਜਾਗ ਆਈ, ਉਹ ਜਾਗ ਪਏ ਜੀ।
ਜਾ ਕੇ ਉਹ ਅਚਾਨਕ ਉੱਠੇ ਵੀ ਇਹ ਕੀ ਹੋ ਗਿਆ ਸਾਡੇ ਨਾਲ ਹੁਣ। ਮਿਲ ਵੰਚਕ ਹੋਤ ਭਏ ਇੱਕ ਥਾਈ। ਹੁਣ ਫੇਰ ਜਿਹੜੇ ਹਨ ਇਹ ਜਿਹੜੇ ਠੱਗ ਫੇਰ ਇਕੱਠੇ ਹੋ ਗਏ। ਇਹਨਾਂ ਦੀ ਗੈਦਰਿੰਗ ਜਿਹੜੀ ਸੀ ਨਾ, ਜਿਵੇਂ ਰੋਲ ਕਾਲ ਨਹੀਂ ਹੁੰਦੀ ਪੁਲਿਸ ਵਾਲਿਆਂ ਦੀ, ਆਰਮੀ ਵਾਲਿਆਂ ਦੀ ਹੁੰਦੀ ਹੈ, ਜੋ ਸਾਰਿਆਂ ਨੂੰ ਇਕੱਠੇ ਕਰਕੇ ਪੁੱਛਦੇ ਹਨ ਵੀ ਸਾਰੇ ਹੈਗੇ ਨੇ, ਹਾਂਜੀ ਕੋਈ ਕਿਤੇ ਗੁਆਚ ਤਾਂ ਨਹੀਂ ਗਿਆ, ਕੋਈ ਭੱਜ ਤਾਂ ਨਹੀਂ ਗਿਆ। ਇਹਨਾਂ ਦੀ ਵੀ ਰੋਲ ਕਾਲ ਹੁੰਦੀ ਸੀਗੀ। ਇਹਨਾਂ ਨੇ ਸਾਰੇ ਠੱਗ ਉਸੇ ਵੇਲੇ ਜਿਹੜਾ ਹੈ, ਮੇਰੇ ਖਿਆਲ ਨਾਲ ਦਾ ਕੋਈ ਅਲਾਰਮ ਸਿਸਟਮ ਉਹਨਾਂ ਨੇ ਖੜਕਾਤਾ, ਸਾਰੇ ਇਕੱਠੇ ਹੋ ਗਏ ਜੀ ਇੱਕ ਥਾਂ ਤੇ। ਇਹੋ ਦਿਖਾਏ ਲਿਓ ਧਨ ਜੋ। ਉਹ ਸਾਰੇ ਕਹਿਣ ਲੱਗੇ ਜਿਹਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਰਹੇ ਸਨ, ਉਹਨੂੰ ਕਹਿੰਦੇ ਵੀ ਦੱਸ ਭਾਈ ਕਿੱਥੇ ਆ ਉਹ ਧਨ, ਤੂੰ ਜਿਹੜਾ ਹੁਣ ਲੁੱਟਿਆ ਸੀ ਰਾਤੋਂ ਰਾਤ, ਦਿਖਾ ਹੁਣ ਕਿੱਥੇ ਉਹ ਲੁੱਟਿਆ ਹੋਇਆ ਧਨ। ਬਹੁਤ ਜਾਚਤ ਹੈ ਤੁਮਰੇ ਢਿਗ ਭਾਈ। ਕਹਿਣਗੇ ਬਹੁਤ ਜਾਚਤ ਹੈ, ਕਹਿਣਗੇ ਅਸੀਂ ਬੜਾ ਤੇਰੇ ਤੋਂ ਮੰਗਦੇ ਹਾਂ, ਹੁਣ ਤੇਤੋਂ ਅਸੀਂ ਮੰਗਦੇ ਹਾਂ ਵੀ ਜਿਹੜਾ ਵੱਡਾ ਧਨ ਤੂੰ ਚੁਰਾਇਆ ਹੈ ਉਹ ਹੁਣ ਵੰਡ ਸਾਡੇ ਵਿੱਚ, ਆਪਾਂ ਇਹਦੀ ਵੰਡੀਆਂ ਪਾ ਲਈਏ। ਉਹ ਬਿਸਮਾਦ ਕਹਿਓ ਤਿਨ ਆਇਓ। ਉਹ ਵਿਚਾਰਾ ਜਿਹੜਾ ਸੀ ਹੁਣੇ ਉੱਠ ਕੇ ਆਇਆ, ਕੱਚੀ ਨੀਂਦ ਵਿੱਚ ਉੱਠਿਆ ਵਿਚਾਰਾ ਦਿਨ ਚੜੇ ਵਿੱਚ, ਉਹ ਵਿਚਾਰਾ ਗੁਆਚਿਆ ਜਿਹਾ, ਹਜੇ ਨਾ ਉਹਨੇ ਦਾਤਨ ਕੀਤੀ ਨਾ ਮੂੰਹ ਧੋਤਾ ਵਿਚਾਰੇ ਨੇ, ਉਹ ਗੁਆਚਿਆ ਜਿਹਾ ਵਿਚਾਰਾ ਉੱਥੇ ਖੜਾ ਤੇ ਹੈਰਾਨ ਹੋ ਗਿਆ। ਮੋਹੇ ਨਾਹੇ ਰਹੀ ਰਜਨੀ ਸੁਦਕਾਏ। ਕਹਿੰਦੇ ਭਾਈ ਮੈਂ ਕੀ ਲੁੱਟਣਾ ਸੀ ਉਹਨੂੰ, ਮੈਨੂੰ ਤਾਂ ਸਾਰੀ ਰਾਤ ਜਾਗੇ ਨਹੀਂ ਆਈ, ਮੈਂ ਤਾਂ ਉੱਠਿਆ ਹੀ ਨਹੀਂ ਉਹਨਾਂ ਨੂੰ ਲੁੱਟਣ ਮਾਰਨ ਵਾਸਤੇ। ਸੋਨ ਹੈ ਮਨ ਹੈ ਤਾਹੇ ਕਹਿਓ। ਪਰ ਹੁਣ ਉਹ ਦੂਜੇ ਠੱਗ ਕਹਿੰਦੇ ਉਹ ਨਹੀਂ ਮੰਨਦੇ, ਕਹਿੰਦੇ ਤੂੰ ਸਾਡੇ ਨਾਲ ਠੱਗੀ ਕੀਤੀ ਆ, ਕਿਉਂਕਿ ਠੱਗ ਹਮੇਸ਼ਾ ਹੀ ਉਹ ਇਹੀ ਉਹਨੂੰ ਡਰ ਰਹਿੰਦਾ ਵੀ ਮੈਨੂੰ ਨਾ ਕੋਈ ਠੱਗ ਲਵੇ। ਦੇਖੋ ਚੋਰ ਨੂੰ ਸਭ ਤੋਂ ਵੱਡਾ ਡਰ ਕੀ ਆ ਵੀ ਮੈਨੂੰ ਨਾ ਕੋਈ, ਮੇਰੇ ਤੋਂ ਨਾ ਕੋਈ ਚੋਰੀ ਕਰਕੇ ਲੈ ਜਾਵੇ, ਬਿਕੋਜ਼ ਇਹ ਬੇਇੱਜ਼ਤੀ ਹੁੰਦੀ ਹੈ ਨਾ, ਚੋਰ ਨੇ ਲੁੱਟ ਲਿਆ, ਫਿਰ ਉਹ ਵੱਡਾ ਚੋਰ ਹੋਇਆ ਨਾ। ਸੋ ਚੋਰਾਂ ਦੇ ਵਿੱਚ ਫਿਰ ਉਹਦਾ ਜਿਹੜਾ ਪੋਜੀਸ਼ਨ ਥੱਲੇ ਹੁੰਦਾ ਹੈ। ਸੋ ਕਹਿੰਦੇ ਉਹ ਵਿਚਾਰਾ ਕਹਿੰਦੇ ਭਾਈ ਸੋਨਾ, ਕਹਿੰਦੇ ਕਿ ਸਾਨੂੰ ਠੱਗੀ ਨਾ, ਕਿਉਂਕਿ ਆਪਾਂ ਸਾਰੇ ਠੱਗ ਲੋਕ ਹਾਂ, ਆਪਣੇ ਜਿਹੜੇ ਹਨ ਇਹ ਠੱਗ ਬਰਾਦਰੀ ਹੈ ਆਪਣੀ, ਹਾਂਜੀ। ਸੋ ਠੱਗ ਨੂੰ ਨਹੀਂ ਠੱਗਦੇ ਹੁੰਦੇ, ਇਸ ਕਰਕੇ ਝਗੜਾ ਬਹੁ ਗਾਰ ਕੋ ਦੇਹ ਲੜਾਈ। ਕੀ ਹੋਇਆ ਜੀ, ਉੱਥੇ ਝਗੜਾ ਪੈ ਗਿਆ ਜੀ, ਉਹਨੂੰ ਗਾਲਾਂ ਕੱਢਣ ਲੱਗ ਪਏ ਕਿ ਤੂੰ ਝੂਠ ਬੋਲਦਾ, ਤੂੰ ਇਹ ਕਰਦਾ ਜੀ। ਝਗੜਾ ਪੈ ਗਿਆ, ਉਹਦੇ ਘਸੁੰਨ ਮਾਰਨੇ ਸ਼ੁਰੂ ਕਰਤੇ ਜੀ, ਕੁੱਟਣ ਪੈ ਗਏ ਜੀ। ਉਹਨੂੰ ਲਾਈਆਂ ਵੀ 2-3 ਜੀ ਚਪੇੜਾਂ ਲਾਈਆਂ ਉਹਦੇ ਵਿਚਾਰੇ ਦੇ। ਹੱਥ ਲਗਾ ਬਹੁਤ ਧਨ ਕੋ। ਹਾਂ ਕਹਿੰਦੇ ਕਿ ਤੈਨੂੰ ਬਹੁਤਾ ਧਨ ਮਿਲ ਗਿਆ ਨਾ, ਤੂੰ ਲਾਲਚ ਕਰ ਗਿਆ, ਤੂੰ ਠੱਗਾਂ ਦੀ ਬਰਾਦਰੀ ਵਿੱਚ ਗਦਾਰੀ ਕਰ ਗਿਆ, ਲਾਲਚ ਧਾਰ ਕੇ ਲੀਨ ਛੁਪਾਈ। ਹਾਂ ਕਹਿੰਦੇ ਲਾਲਚ ਕਰਕੇ ਤੂੰ ਸਾਰਾ ਆਪਣੇ ਕੋਲ ਰੱਖ ਲਿਆ, ਲੁਕੋ ਲਿਆ ਤੂੰ ਆਪਣੇ ਕੋਲ, ਸਾਨੂੰ ਨਹੀਂ ਦੰਦਾ ਤੂੰ। ਸੋਨ ਹੈ ਛੁੱਡ ਹੈ ਕੈਸੇ ਕਰੋ। ਹਾਂ ਕਹਿਣ ਲੱਗੇ ਉਹ ਨਹੀਂ ਅਸੀਂ ਛੱਡਦੇ, ਬਾਕੀ ਦੇ ਠੱਗ ਕਹਿੰਦੇ ਤੇ ਤੂੰ ਲੈ ਕੇ ਹੀ ਛੱਡਾਂਗੇ ਅਸੀਂ। ਤੁਮ ਪਾਸ ਹਮਾਰੇ ਲੇਤ ਸਦਾਈ। ਹਾਂ ਕਹਿਣ ਲੱਗੇ ਤੂੰ ਹਮੇਸ਼ਾ ਸਾਡੇ ਕੋਲ ਲੰਨਾ ਹੈ, ਤੂੰ ਆਪਣਾ ਸ਼ਹਿ ਸਾਡੇ ਕੋਲ ਹਮੇਸ਼ਾ ਲੰਨਾ, ਜੋ ਅਸੀਂ ਠੱਗੀ ਕਰਦੇ ਆ ਤੇਰਾ ਸ਼ਹਿ ਤੂੰ ਲੈ ਕੇ ਜਾਣਾ। ਪਰ ਅੱਜ ਜੇ ਤੈਨੂੰ ਮਿਲਿਆ ਤੂੰ ਸਾਨੂੰ ਕਿਉਂ ਨਹੀਂ ਦੇ ਰਿਹਾ, ਕਿਉਂ ਨਹੀਂ ਸਾਨੂੰ ਸਾਡੇ ਨਾਲ ਵੰਡ ਕੇ ਜਿਹੜਾ ਹਨ ਲੈ ਰਿਹਾ, ਕਿਉਂ ਨਹੀਂ ਸਾਡੇ ਨਾਲ ਵੰਡ ਰਿਹਾ ਤੂੰ। ਸੋ ਇਉਂ ਕਰਕੇ ਜਿਹੜਾ ਉਹ ਠੱਗ ਪੈ ਗਏ ਜੀ, ਕਿਉਂਕਿ ਇਹ ਰੂਲਸ ਆ ਨਾ, ਉਹਨਾਂ ਦੇ ਵੀ ਐਥਿਕਸ ਹੁੰਦੇ ਨੇ ਠੱਗਾਂ ਦੇ। ਕਿਉਂ ਅਬ ਤੂਸਨ ਬੈਠ ਰਹਾ। ਹਾਂ ਕਿਉਂਕਿ ਹੁਣ ਤੂੰ ਕਿਉਂ ਟਿਊਸ਼ਨ ਕਰਕੇ ਚੁੱਪ ਕਰਕੇ ਬਹਿ ਗਿਆ ਹੁਣ। ਸਭ ਕਾਰਡ ਨਿਕੇਤ ਤੇ ਦੇਹੋ ਦਿਖਾਏ। ਹਾਂ ਕੱਢ ਕੇ ਲਿਆ ਆਪਣੇ ਘਰੋਂ, ਕਹਿੰਦੇ ਲਿਆ ਕੱਢ ਕੇ ਤੇ ਦਿਖਾ ਸਾਨੂੰ ਕਿਹੜਾ ਧਨ ਤੂੰ ਲੁੱਟਿਆ ਹੈ ਉਹਨਾਂ ਤੋਂ। ਸਵਈਆ ਆਨ ਕਰੀ ਨੇ ਜਪੀਰਨ ਕੀਤਨ। ਉਸ ਵੇਲੇ ਜਿਹੜਾ ਹੈ ਵਿਚਾਰਾ ਜਿਹੜਾ ਠੱਗ ਸੀ ਨਾ, ਜਿਹਦੇ ਘਰ ਗੁਰੂ ਨਾਨਕ ਸਾਹਿਬ ਜੀ ਰਹੇ, ਉਹ ਵਿਚਾਰਾ ਆਪਣੇ ਪੀਰਾਂ ਦੀ, ਉਹ ਵੀ ਵਿਚਾਰੇ ਉਹਨਾਂ ਦੇ ਵੀ ਪੀਰ ਹੁੰਦੇ ਹਨ, ਉਹ ਆਪਣੇ ਪੀਰਾਂ ਦੀਆਂ ਸੌਹਾਂ ਖਾਣ ਲੱਗਿਆ। ਮੈਨੂੰ ਸਹੁੰ ਹੈ ਆਪਣੀ ਪੀਰ ਦੀ, ਕਹਿੰਦਾ ਮੈਂ ਨਹੀਂ ਕੁਛ ਲਿਆ ਜੀ। ਸੱਚ ਪਛਾਨਤ ਭੇ ਤਬ ਹੀ। ਕਹਿਣਗੇ ਸੱਚ। ਫਿਰ ਉਹਨਾਂ ਨੇ ਠੱਗਾਂ ਨੇ ਮੰਨ ਲਿਆ ਵੀ ਚੱਲ ਇਹਨੇ ਆਪਣੀ ਪੀਰ ਦੀ ਸਹੁੰ ਖਾ ਲਈਏ, ਸੱਚੇ ਬੋਲਦਾ। ਦੇਖੋ ਠੱਗਾਂ ਨੂੰ ਵੀ ਇੱਕ ਪੀਰ ਦੀ ਲੋੜ ਪੈਂਦੀ, ਉਹਦੀ ਸਹੁੰ ਖਾਣ ਦੀ ਲੋੜ ਪੈਂਦੀ ਆ ਤਾਂ ਮੰਨਦੇ ਹਨ। ਦੇਖੋ ਚੋਰ ਵੀ ਰੱਬ ਨੂੰ ਮੰਨਦੇ ਨੇ, ਇਹ ਨਹੀਂ ਵੀ ਚੋਰ ਰੱਬ ਨੂੰ ਨਹੀਂ ਮੰਨਦੇ। ਦੇਖੋ ਉਹਨੇ ਪੀਰ ਦੀ ਜਿਹੜੀ ਹੈ ਸਹੁੰ ਖਾਧੀ ਤਾਂ ਬਾਕੀ ਦੇ ਠੱਗ ਮੰਨੇ ਵੀ ਇਹ ਸੱਚ ਬੋਲਦਾ ਹੈ। ਦੇਖੋ ਸੱਚ ਦੀ ਲੋੜ ਠੱਗਾਂ ਨੂੰ ਵੀ ਹੈ, ਚੋਰਾਂ ਨੂੰ ਵੀ ਹੈ, ਝੂਠਿਆਂ ਨੂੰ ਵੀ ਸੱਚ ਦੀ ਲੋੜ ਹੈ। ਸੋ ਝੂਠ ਜਿਹੜਾ ਹੈ ਦੇਖੋ ਉਹਦਾ ਕੋਈ ਚੀਜ਼ ਨਹੀਂ, ਝੂਠ ਯੂਸਲੈਸ ਹੈ। ਸੱਚ ਜਿਹੜਾ ਝੂਠ ਵਾਸਤੇ ਵੀ ਸੱਚ ਹੋਣਾ ਜ਼ਰੂਰੀ ਹੈ। ਇਸ ਕਰਕੇ ਕਹਿੰਦੇ ਸੱਚ ਪਛਾਣਤ, ਕਹਿੰਦੇ ਮੰਨ ਗਏ ਹੁਣ ਤੂੰ ਵੀ ਸਹੁੰ ਖਾਧੀ ਆ ਵੀ ਤੂੰ ਝੂਠ ਨਹੀਂ ਬੋਲਦਾ ਹੋਵੇਂਗਾ। ਕੌਣ ਸੇ ਪੰਥ ਗਏ ਉੱਠ ਤੂਰਨ। ਉਹਨਾਂ ਨੇ ਹੁਣ ਪੁੱਛਿਆ, ਕਹਿੰਦੇ ਦੱਸ ਭਾਈ ਕਿੱਧਰ ਨੂੰ ਗਏ, ਜੇ ਭੱਜ ਗਏ ਹਨ ਕਿੱਧਰ ਨੂੰ ਭੱਜੇ ਹਨ ਦੱਸੋ। ਯੋ ਮਿਲ ਸੋਚ ਕਰੀ ਸਭ ਹੀ। ਹੁਣ ਸਾਰਿਆਂ ਨੇ ਇਨਵੈਸਟੀਗੇਸ਼ਨ ਕੀਤਾ ਵੀ ਦੱਸੋ ਜੇ ਕਿਹੜੇ ਪਾਸੇ ਨੂੰ ਗਏ ਹੋਣਗੇ, ਕਿਹੜੇ ਪਾਸੇ ਨੂੰ ਉਹ ਐਸਕੇਪ ਹੋ ਕੇ ਲੰਘੇ ਗੁਰੂ ਨਾਨਕ ਸਾਹਿਬ ਜੀ। ਰਾਮ ਕੀ ਚਾਰ ਦਿਸ਼ਾ ਅਵਲੋਕ ਕੈ। ਹੁਣ ਇਹ ਜਿਹੜੇ ਹਨ ਚਾਰ ਦਿਸ਼ਾ, ਚਾਰ ਰਸਤੇ ਜਿਹੜੇ ਉਹ ਪਿੰਡ ਵਿੱਚੋਂ ਨਿਕਲਦੇ ਸਨ, ਉਹ ਚਾਰ ਰਸਤਿਆਂ ਨੂੰ ਜਾ ਕੇ ਚਾਰ ਟੀਮਾਂ ਬਣ ਗਈਆਂ ਠੱਗਾਂ ਦੀਆਂ, ਉਹ ਜਾ ਕੇ ਇਨਵੈਸਟੀਗੇਟ ਕਰਨ ਲੱਗੇ। ਪੈਰ ਕੋ ਖੋਜ ਪਿਖਿਓ ਜਬ ਹੀ। ਦੇਖੋ ਠੱਗ ਕਿੱਡੇ ਹੁਸ਼ਿਆਰ, ਉਹਨਾਂ ਨੇ ਪੈਰ ਦੇਖੇ ਜੀ, ਫੁੱਟਪ੍ਰਿੰਟਸ ਦੇਖਣ ਲੱਗੇ। ਫੁੱਟਪ੍ਰਿੰਟਸ ਉਹਨਾਂ ਨੂੰ ਦਿਸ ਪਏ ਜੀ ਇੱਕ ਪਾਸੇ ਨੂੰ ਜਾਂਦੇ। ਮਾਨਵ ਜਵਾਨ ਚਲੇ ਤਬ ਚਾਰ। ਸੋ ਉਸ ਵੇਲੇ ਉਹਨਾਂ ਠੱਗਾਂ ਦੇ ਵਿੱਚੋਂ ਚਾਰ ਬੰਦੇ ਜਵਾਨ ਜਿਹੜੇ ਤਕੜੇ ਸਨ, ਉਹ ਚਾਰ ਬੰਦਿਆਂ ਨੇ ਕੀ ਕੀਤਾ, ਇਕੱਠੇ ਹੋ ਕੇ ਚਾਰ ਠੱਗਾਂ ਨੇ ਉਹ ਫੁੱਟ ਸਟੈਪਸ ਜਿਹੜੇ ਹਨ
ਉਹਨਾਂ ਨੇ ਫੋਲੋ ਕੀਤੇ। ਕਹੈ ਕੇ ਗਹਿ ਹਮ ਜਾ ਅਬਹੀ। ਕਹਿੰਦੇ ਉਹ ਕਹਿ ਕੇ ਗਏ ਜੀ ਬਾਕੀ ਠੱਗਾਂ ਨੂੰ, ਤੁਸੀਂ ਡਿੱਕੋ ਇੱਥੇ, ਅਸੀਂ ਉਹਨਾਂ ਨੂੰ ਫੜ ਕੇ ਵਾਪਸ ਲੈ ਕੇ ਆਉਂਦੇ ਹਾਂ। ਸਵਈਆ ਪੰਚਵੇਂ ਕੋਸ ਮੈਂ ਜਾਏ ਮਿਲੇ। ਸੋ ਕਹਿੰਦੇ ਪੰਜਵੇਂ ਕੋਸ਼, ਕਹਿਣ ਲੱਗੇ ਇਹ ਹੋਇਆ ਕਿ ਪੰਜਵੇਂ ਕੋਸ਼ ਜਿਹੜਾ ਇੱਕ ਕੋਸ਼ ਹੋਇਆ 2.5 ਕਿਲੋਮੀਟਰ, ਸੋ ਪੰਜ ਕਿੰਨੇ ਹੋਏ 12.5 ਕਿਲੋਮੀਟਰ ਤੇ ਜਾ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੇਖ ਲਿਆ। ਇੱਕ ਬੰਚਕ ਊਚ ਸੋ ਵਾਕ ਅਲਾਇਓ। ਇੱਕ ਉਹ ਚਾਰਾਂ ਵਿੱਚੋਂ ਇੱਕ ਠੱਗ ਨੇ ਦੇਖ ਲਿਆ ਗੁਰੂ ਨਾਨਕ ਸਾਹਿਬ, ਭਾਈ ਬਾਲਾ ਤੇ ਭਾਈ ਮਰਦਾਨੇ ਨੂੰ। ਜਾਹੋ ਕਹਾ ਅਬ ਠਾਂਡ ਰਹੋ। ਦੂਰੋਂ ਉਹਨੇ ਆਵਾਜ਼ ਮਾਰੀ, ਕਹਿੰਦਾ ਕਿੱਥੇ ਜਾ ਰਹੇ ਹੋ, ਇੱਥੇ ਖੜ ਜਾਓ, ਹੁਣ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਅਸੀਂ। ਨਿਸ਼ਚੈ ਘਰ ਮੇਰੋ ਚੁਰਾਏ ਕੇ ਲਿਆਇਓ। ਦੇਖੋ ਉਹ ਠੱਗ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ, ਉਹ ਤੁਸੀਂ ਮੇਰੇ ਘਰ ਤੋਂ ਭੱਜ ਕੇ ਆਏ ਹੋ, ਮੇਰੇ ਘਰ ਤੋਂ ਤੁਸੀਂ ਚੋਰੀ ਕੀਤੀ ਹੋਣੀ ਹੈ, ਮੇਰੇ ਘਰ ਤੋਂ ਤੁਸੀਂ ਸਮਾਨ ਚੁੱਕ ਕੇ ਲਿਆਏ ਹੋ, ਚੋਰੀ ਕਰਕੇ ਮੇਰੇ ਘਰ ਨੂੰ ਲੁੱਟ ਕੇ ਤੁਸੀਂ ਤੁਰ ਪਏ ਹੋ। ਉਲਟਾ ਗੁਰੂ ਨਾਨਕ ਸਾਹਿਬ ਨੂੰ ਲੁਟੇਰਾ ਬਣਾਤਾ ਜੀ, ਚੋਰ ਕਹਿ ਦਿੱਤਾ ਉਹਨਾਂ ਨੇ। ਮਾਰਾਂਗੇ ਨਹੀਂ ਜੀਵਤ ਛੋੜ। ਦੇਖੋ ਕਹਿੰਦੇ ਤੁਹਾਨੂੰ ਅਸੀਂ ਮਾਰਾਂਗੇ, ਤੁਹਾਨੂੰ ਜਿਉਂਦਿਆਂ ਨਹੀਂ ਅਸੀਂ ਛੱਡਾਂਗੇ। ਦੂਰੋਂ ਹੀ ਵਾਰਨਿੰਗ ਦਿੰਦੇ, ਚੀਕਾਂ ਮਾਰਦੇ ਆਉਂਦੇ ਹਨ ਇਹ ਚਾਰ ਠੱਗ ਪਿੱਛੇ ਪਿੱਛੇ ਗੁਰੂ ਨਾਨਕ ਸਾਹਿਬ ਜੀ ਦੇ। ਇਹੋ ਸਭੈ ਧਨ ਜੇ ਤੋ ਚੁਰਾਇਓ। ਕਹਿਣਗੇ ਜਿੰਨਾ ਤੁਸੀਂ ਧਨ ਚੋਰੀ ਕਰਕੇ ਲਿਆਂਦਾ ਮੇਰੇ ਘਰੋਂ, ਮੈਨੂੰ ਹੁਣ ਵਾਪਸ ਦੇ ਦਿਓ ਹੁਣ, ਨਹੀਂ ਤਾਂ ਮੈਂ ਤੁਹਾਨੂੰ ਨਹੀਂ ਛੱਡਾਂਗਾ। ਸਿਰੇ ਗੁਰਹਾਕ ਸੁਣੀ ਜਬ ਸਰੋਣ ਮੈਂ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਉਹਨਾਂ ਦੀ ਹਾਕ, ਉਹਨਾਂ ਦਾ ਜਿਹੜੀ ਆਵਾਜ਼ ਗੁਰੂ ਨਾਨਕ ਸਾਹਿਬ ਦੇ ਕੰਨਾਂ ਵਿੱਚ ਪਈ, ਹਾਂਡ ਰਹੇ ਨਹਿ ਪੈਰ ਉਠਾਇਓ। ਬਸ ਗੁਰੂ ਨਾਨਕ ਸਾਹਿਬ ਜੀ ਉੱਥੇ ਖੜ ਗਏ, ਉਹਨਾਂ ਨੂੰ ਉਡੀਕਣ ਲੱਗੇ ਵੀ ਆ ਜਾਓ ਭਾਈ। ਮਹਾਰਾਜ ਨੇ ਉੱਥੇ ਹੀ ਖੜ ਕੇ ਭਾਈ ਬਾਲੇ ਤੇ ਮਰਦਾਨੇ ਨੂੰ ਕਹਿ ਲਗੇ ਇੱਥੇ ਖੜ ਜੀਏ ਹੁਣ। ਗੁਰ ਬੂਜਨ ਕੀਨ ਕਹੋ ਤੁਮ ਕਿਆ। ਉਸ ਵੇਲੇ ਜਦੋਂ ਨੇੜੇ ਆਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਠੱਗਾਂ ਨੂੰ ਕਿ ਤੁਸੀਂ ਕੀ ਕਹਿ ਰਹੇ ਸੀ। ਇਹ ਬੰਚਕ ਆਏ ਕੈ ਬਾਣੀ ਅਲਾਈ। ਇੱਕ ਬੰਚਕ, ਇੱਕ ਠੱਗ ਨੇ ਮੂਹਰੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਸਗਰੋ ਧਨ ਦੇਹੋ ਅਬੈ ਨਿਜ ਪਾਸ ਤੇ। ਦੇਖੋ ਕਹਿੰਦੇ ਜਿੰਨਾ ਵੀ ਤੁਹਾਡੇ ਕੋਲ ਪੈਸਾ ਹੈ, ਸੋਨਾ ਹੈ ਜਾਂ ਵੈਲਥ ਹੈ, ਉਹ ਸਾਰੀ ਜਿਹੜੀ ਇਕੱਠੀ ਕਰਕੇ ਸਾਨੂੰ ਦੇ ਦਿਓ ਹੁਣ। ਮਾਰਾਂਗੇ ਤੁਮਕੋ ਇਹ ਥਾਈ। ਅਸੀਂ ਤੁਹਾਨੂੰ ਮਾਰਨਾ ਹੈ, ਦੇਖ ਲਓ ਭਾਈ ਅਸੀਂ ਤੁਹਾਨੂੰ ਮਾਰਾਂਗੇ, ਤੁਹਾਡੇ ਤੋਂ ਜਿੰਨਾ ਸਮਾਨ ਹੈਗਾ ਅਸੀਂ ਲੈ ਲੈਣਾ, ਚਾਹੇ ਤਾਂ ਆਪਣੀ ਖੁਸ਼ੀ ਨਾਲ ਦੇ ਦਿਓ, ਚਾਹੇ ਮਾਰ ਕੇ ਅਸੀਂ ਆਪੇ ਹੀ ਲੈ ਲੈਣਾ, ਪਰ ਮਾਰਨਾ ਜ਼ਰੂਰ ਹੈ। ਤੁਹਾਨੂੰ ਮਾਰ ਕੇ ਇਹ ਥਾਂ ਤੇ ਅਸੀਂ ਇੱਥੇ ਸੱਟ ਜਾਣਾ ਹੈ। ਛਲ ਕੋ ਕਰਕੇ ਰਜਨੀ ਤੇ ਬਚਿਓ। ਹਾਂ ਕਹਿਣ ਲੱਗੇ ਛਲ ਕਰਕੇ ਤੁਸੀਂ ਧੋਖਾ ਕੀਤਾ ਸਾਡੇ ਨਾਲ, ਰਾਤ ਨੂੰ ਸਾਨੂੰ ਸੁਆ ਕੇ ਤੇ ਤੁਸੀਂ ਭੱਜ ਕੇ ਸਵੇਰੇ ਉੱਠਦਿਆਂ ਸਾਬਤ ਛੋੜ ਕੇ ਤੋਹੇ ਨਾ ਜਾਏ। ਕਹਿਣ ਲੱਗੇ ਹੁਣ ਤੁਹਾਨੂੰ ਸਾਬਤ ਜਿਉਂਦਿਆਂ ਨਹੀਂ ਛੱਡ ਕੇ ਜਾਵਾਂਗੇ। ਇਹ ਚਾਰ ਠੱਗ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ, ਹਮਰੀ ਇਹ ਰੀਤ ਸਦੀਵ ਹਾਂ ਹੈ। ਕਹਿਣ ਲੱਗੇ ਸਾਡੀ ਮਰਿਆਦਾ ਹੈ, ਵੀ ਫੋਲੋ ਦਾ ਮਰਿਆਦਾ। ਹਾਂਜੀ ਜਿਹੜਾ ਹਨ ਕਹਿੰਦੇ ਇਹ ਸਾਡੀ ਮਰਿਆਦਾ ਹੈ, ਅਸੀਂ ਫੋਲੋ ਕਰਦੇ ਹਾਂ, ਵੀ ਅਸੀਂ ਹਰ ਇੱਕ ਨੂੰ ਮਾਰਦੇ ਹਾਂ, ਕਿਸੇ ਨੂੰ ਵੀ ਜਿਉਂਦਾ ਨਹੀਂ ਅਸੀਂ ਜਾਣ ਦਿੰਦੇ। ਹਨ ਪੂਰਬ ਪਾਛੇ ਤੋ ਲੇਂਗ ਵਥ ਕਾਏ। ਹਾਂ ਕਹਿਣ ਲੱਗੇ ਤੁਹਾਨੂੰ ਮਾਰ ਕੇ ਪਹਿਲਾਂ ਤੁਹਾਨੂੰ ਮਾਰਨਾ ਹੈ, ਬਾਅਦ ਪਾਛੇ ਤੇ ਲੈ ਵਥ ਕਾਈ। ਸੋ ਸਾਰੀ ਤੁਹਾਡੀਆਂ ਵਸਤੂਆਂ ਅਸੀਂ ਨਾਲ ਲੈ ਕੇ, ਪਹਿਲਾਂ ਤੁਹਾਨੂੰ ਮਾਰ ਕੇ ਤੁਹਾਡੀਆਂ ਵਸਤੂਆਂ ਨਾਲ ਲੈ ਕੇ ਅਸੀਂ ਇੱਥੋਂ ਚਲੇ ਜਾਵਾਂਗੇ। ਸਵਈਆ ਜੇ ਤੁਮ ਮਾਰਨ ਆਏ ਹਮੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸੁਣੀ ਨਾ, ਉਹਨਾਂ ਦਾ ਸਾਰਾ ਹੀ ਪਲਾਨ ਉਹਨਾਂ ਨੇ ਪ੍ਰੋਗਰਾਮ ਦੱਸ ਦਿੱਤਾ। ਜਿਵੇਂ ਆਪਣੇ ਗੁਰਦੁਆਰੇ ਦੇ ਸਕੱਤਰ ਸੁਣਾਉਂਦੇ ਹੁੰਦੇ ਨੇ ਪ੍ਰੋਗਰਾਮ, ਇਹਨਾਂ ਨੇ ਚੋਰਾਂ ਨੇ ਠੱਗਾਂ ਨੇ ਵੀ ਆਪਣਾ ਪ੍ਰੋਗਰਾਮ ਸੁਣਾ ਦਿੱਤਾ ਵੀ ਤੁਹਾਡੇ ਨਾਲ ਅਸੀਂ ਇਹ ਕਰਨਾ ਹੈ। ਸੋ ਉਸ ਵੇਲੇ ਜਿਹੜਾ ਹੈ ਕਿ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜੇ ਤੁਮ ਮਾਰਨ ਆਏ ਹਮੈ, ਜੇ ਤੁਸੀਂ ਸਾਨੂੰ ਮਾਰਨ ਵਾਸਤੇ ਆਏ ਹੋ, ਇੱਕ ਵਾਕ ਸੁਨੋ ਸੋ ਕਰੋ ਮਨ ਲਾਈ। ਹਾਂ ਇੱਕ ਵਾਕ ਸੁਣੋ, ਮੇਰੀ ਇੱਕ ਗੱਲ ਸੁਣ ਲਓ ਤੁਸੀਂ ਤੇ ਫਿਰ ਆਪਣੀ ਮਨ ਮਰਜ਼ੀ ਕਰੋ, ਜਿਵੇਂ ਤੁਸੀਂ ਕਰਨਾ ਕਰੋ, ਪਰ ਇੱਕ ਗੱਲ ਸਾਡੀ ਸੁਣ ਲਓ ਹੁਣ। ਹਿੰਦੁਨ ਕੋ ਤਨ ਜਨ ਹੋ ਹਮਾਰ। ਕਹਿਣਗੇ ਦੇਖੋ ਸਾਡਾ ਜਨਮ ਹੋਇਆ ਹਿੰਦੂਆਂ ਦੇ ਘਰ ਵਿੱਚ, ਅਸੀਂ ਜਿਹੜਾ ਹਨ ਭਾਰਤ ਦੇਸ਼ ਤੋਂ ਆਏ ਹਾਂ, ਸੋ ਇਸ ਕਰਕੇ ਕਹਿੰਦੇ ਉੱਥੇ ਦੀ ਜਿਹੜੀ ਰੀਤੀ ਹੈ ਨਾ, ਉਹ ਰੀਤੀ ਨੂੰ ਤੁਸੀਂ ਸਮਝਣਾ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਐਸਾ ਕਿਉਂ ਕਿਹਾ? ਹਿੰਦੁਸਤਾਨ ਹਿੰਦੁਨ ਕੇ ਤਨ, ਮਹਾਰਾਜ ਕਹਿੰਦੇ ਹਿੰਦੁਸਤਾਨ ਤੋਂ ਅਸੀਂ ਆਏ ਹਾਂ, ਸੋ ਉਸ ਸਥਾਨ ਤੋਂ ਆਉਣ ਕਰਕੇ ਉੱਥੇ ਦੀ ਜਿਹੜੀ ਮਰਿਆਦਾ ਹੈ ਉਹ ਤੁਸੀਂ ਜਾਣਨਾ ਕਰੋ। ਜੇ ਮਾਰੋ ਐਸੇ ਨਾ ਗੇਰ ਕਹਿ ਜਾਏ। ਦੇਖੋ ਜੇ ਤੁਸੀਂ ਸਾਨੂੰ ਮਾਰਨਾ ਹੈ, ਸਾਨੂੰ ਕੋਈ ਕੰਪਲੇਨ ਨਹੀਂ, ਤੁਸੀਂ ਸਾਨੂੰ ਮਾਰ ਦਿਓ, ਖੁਸ਼ੀ ਨਾਲ ਮਾਰ ਦਿਓ, ਉਹ ਨਹੀਂ ਅਸੀਂ ਕਹਿੰਦੇ ਵੀ ਨਾ ਮਾਰਿਓ, ਪਰ ਇੱਥੇ ਸਿੱਟ ਕੇ ਨਾ ਜਾਇਓ, ਇਸੇ ਤਰ੍ਹਾਂ ਹੀ ਨਾ ਸਿੱਟ ਕੇ ਚਲੇ ਜਾਇਓ। ਪਾਵਕ ਲੈ ਕਰ ਦਾਹ ਕਰੋ। ਹਾਂ ਸਾਡਾ ਸੰਸਕਾਰ ਕਰ ਦਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡਾ ਸੰਸਕਾਰ ਜ਼ਰੂਰ ਕਰਨਾ, ਸਾਨੂੰ ਮਾਰਨਾ ਤੁਹਾਡੀ ਮਰਜ਼ੀ ਆ, ਮਾਰੋ ਜ਼ਰੂਰ, ਪਰ ਸਾਡੀ ਇੱਕ ਗੱਲ ਮੰਨ ਲਓ, ਸਾਡਾ ਸੰਸਕਾਰ ਕਰਕੇ ਜਾਇਓ, ਇਸ ਤਰ੍ਹਾਂ ਸਾਡੀ ਬਾਡੀ ਨੂੰ ਨਾ ਸਿੱਟ ਕੇ ਜਾਇਓ। ਕੋਨ ਜਾਵੋ ਧਾਮਨ ਕੋ ਧਨ ਪਾਏ। ਹਾਂ ਕਹਿਣ ਲੱਗੇ ਫੇਰ ਜਿੰਨਾ ਸਾਡੇ ਕੋਲ ਧਨ ਆ ਤੁਸੀਂ ਲੈ ਲਓ, ਲੈ ਕੇ ਆਪਣੇ ਘਰਾਂ ਨੂੰ ਜਾਓ ਖੁਸ਼ੀ ਨਾਲ। ਭਾਜ ਸਕੈ ਤੁਮ ਤੇ ਹਮ ਨਾ ਹੈ। ਕਹਿਣ ਲੱਗੇ ਤੁਹਾਡੋ ਅਸੀਂ ਭੱਜ ਕੇ ਕਿੱਥੇ ਜਾਣਾ ਹੈ, ਇੱਥੇ ਹੀ ਆ ਤੁਹਾਡੇ ਸਾਹਮਣੇ ਹੀ ਖੜੇ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲਿਏ ਹਥਿਆਰ ਮਿਲੇ ਅਬ ਆਏ। ਕਹਿਣ ਲੱਗੇ ਹੁਣ ਕਹਿੰਦੇ ਲਿਏ ਹਥਿਆਰ, ਚਲ ਹਥਿਆਰ ਚੱਕੋ ਤੇ ਆਓ
ਕਰੋ, ਜੇ ਤੁਸੀਂ ਮਾਰਨਾ ਸਾਨੂੰ ਮਾਰ ਦਿਓ। ਹੁਣ ਆਏ, ਜੇ ਤੁਸੀਂ ਹਥਿਆਰ ਲੈ ਕੇ ਆਈ ਗਏ ਹੋ ਤਾਂ ਮਾਰ ਦਿਓ, ਪਰ ਸੰਸਕਾਰ ਜ਼ਰੂਰ ਕਰ ਦਿਓ। ਦੋਹਰਾ ਗੁਰ ਕੋ ਦਰਸ ਬਿਲੋਕ ਕੈ ਬਚਨ ਸੁਨੇ ਜਬ ਕਾਨ। ਜਦੋਂ ਉਹ 4 ਠੱਗਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਬਚਨ ਸੁਣੇ, ਉਹਨਾਂ ਦੀਆਂ ਐਸੇ ਜਾਂ ਮਹਾਰਾਜ ਦੇ ਅਨੋਖੇ ਬਚਨ ਸੁਣੇ, ਕਿਉਂਕਿ ਉਹਨਾਂ ਨੇ ਬਹੁਤ ਲੋਕਾਂ ਨੂੰ ਮਾਰਿਆ ਹੈ। ਮਰਨ ਦਾ ਸੁਣ ਕੇ ਲੋਕ ਤਰਲੇ ਕੱਢਦੇ ਨੇ ਵੀ ਮੈਨੂੰ ਨਾ ਮਾਰੀ, ਮੈਂ ਇਹ ਦੇ ਦੂੰ, ਮੈਂ ਉਹ ਦੇ ਦੂੰ, ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਖੁਸ਼ੀ ਨਾਲ ਮਾਰੋ। ਤੇ ਗੁਰੂ ਨਾਨਕ ਨੇ ਜੋ ਮੰਗਿਆ ਅੱਜ ਤੱਕ ਕਿਸੇ ਨੇ ਨਹੀਂ ਮੰਗਿਆ ਵੀ ਸਾਡਾ ਸੰਸਕਾਰ ਕਰ ਦੇ। ਸੋ ਇਹ ਪਹਿਲੀ ਵਾਰੀ ਉਹਨਾਂ ਨੇ ਇਹ ਦੇਖਿਆ ਤੇ ਥੋੜੇ ਜਿਹੇ ਹੈਰਾਨ ਵੀ ਹਨ। ਕਛੁਕ ਦਇਆ ਉਪਜੇ ਹਿਰਦੇ ਕਹੈ ਕੇ ਲੇਹੋ ਬਚਮਾਨ। ਉਹਨਾਂ ਦੇ ਹਿਰਦੇ ਵਿੱਚ ਕੁਝ ਕੁ ਦਇਆ ਆ ਗਈ, ਤਰਸ ਆ ਗਿਆ, ਮਸੀ ਆ ਗਈ ਉਹ ਠੱਗਾਂ ਦੇ ਮਨ ਦੇ ਵਿੱਚ। ਗੁਰੂ ਨਾਨਕ ਮਹਾਰਾਜ ਦੀ ਬੇਨਤੀ ਜਿਹੜੀ ਹੈ ਉਹਨਾਂ ਨੂੰ ਕੀਤੀ ਹੋਈ ਸੁਣ ਕੇ ਕਹਿੰਦੇ ਇਹ ਲਿਹੋ ਬਚਮਾਨ। ਉਹਨਾਂ ਨੇ ਮੰਨ ਲਿਆ, ਕਹਿੰਦੇ ਠੱਗ ਇੱਕ ਦੂਜੇ ਨੂੰ ਕਹਿੰਦੇ ਚਲੋ ਮੰਨ ਲਈਏ ਇਹਨਾਂ ਦੀ ਗੱਲ, ਠੀਕ ਹੈ। ਇਹ ਕਹਿੰਦੇ ਸੰਸਕਾਰ ਆਪਾਂ ਸੰਸਕਾਰ ਕਰਦੇ, ਇੰਨਾ ਤਾਂ ਕੰਮ ਕਰ ਲਾਂਗੇ ਆਪਾਂ। ਹਾਂਜੀ। ਚੌਪੇ ਤੁਮਕੋ ਦੇਹੇ ਦਾਹੋ ਕਿਹ ਭਾਂਤੀ। ਹਾਂ, ਕਹਿਣ ਲੱਗੇ ਹੁਣ ਉਹ ਚੋਰ ਵੀ ਸਿਆਣੇ ਸੀਗੇ, ਉਹ ਕਹਿੰਦੇ ਵੀ ਠੀਕ ਹੈ ਜੀ, ਥੋੜਾ ਸੰਸਕਾਰ ਤਾਂ ਅਸੀਂ ਕਰ ਦਿਆਂਗੇ, ਪਰ ਇਹ ਦੱਸੋ ਕਿ ਇੱਥੇ ਤੁਹਾਨੂੰ ਜਿਹੜਾ ਹਨ ਤੁਹਾਡੇ ਵਾਸਤੇ ਤੁਹਾਡਾ ਸੰਸਕਾਰ ਕਰਨ ਵਾਸਤੇ ਲੱਕੜਾਂ ਤਾਂ ਸਾਨੂੰ ਜ਼ਰੂਰ ਮਿਲ ਜਾਣਗੀਆਂ ਇੱਥੇ, ਪਰ ਫਿਰ ਸੰਸਕਾਰ ਕਿਵੇਂ ਕਰਾਂਗੇ? ਅਗਨ ਸਮੀਪ ਨਾ ਕਹੂੰ ਦਿਸਾਤੇ। ਅੱਗ ਨਹੀਂ ਹੈ ਜੀ ਇੱਥੇ, ਅੱਗ ਅਸੀਂ ਕਿੱਥੋਂ ਲੈ ਕੇ ਆਵਾਂਗੇ? ਅੱਗ ਦੀ ਚੰਗਿਆਰੀ ਕਿੱਥੋਂ ਲੈ ਕੇ ਆਵਾਂਗੇ? ਕਿੱਥੋਂ ਅੱਗ ਨੂੰ ਲੱਭਾਂਗੇ? ਲੱਕੜੀਆਂ ਤਾਂ ਮਿਲ ਜਾਣਗੀਆਂ, ਕਰ ਦਾਂਗੇ, ਪਰ ਹੁਣ ਅੱਗ ਦਾ ਦੱਸੋ ਵੀ ਅੱਗ ਕਿੱਥੋਂ ਲੈ ਕੇ ਆਈਏ? ਜੇ ਜੀਵਤ ਛੋਰੈ ਤੁਮ ਤਾਈ। ਹਾਂ, ਕਹਿਣਗੇ ਜੇ ਜੀਵਤ, ਜੇ ਅਸੀਂ ਤੁਹਾਨੂੰ ਜਿਉਂਦਾ ਛੱਡ ਦਈਏ ਤਾਂ ਫਿਰ ਚੋਰ ਕਹਿੰਦੇ ਕਰਹੋ ਪੁਕਾਰ ਜਾਏ ਕਿਹ ਥਾਈ। ਹਾਂ, ਫਿਰ ਤੁਸੀਂ ਜ਼ਰੂਰ ਕੋਈ ਰਾਜੇ ਕੋਲ ਜਾਓਗੇ, ਕੋਈ ਕੰਪਲੇਨ ਲਿਖਾਓਗੇ, ਸਾਡੀ ਰਿਪੋਰਟ ਕਰੋਗੇ, ਤਾਂ ਕੀ ਹੋਏਗਾ? ਉਹ ਰਾਜਾ ਆਪਣੇ ਸਿਪਾਹੀ ਭੇਜੇਗਾ, ਸਾਡੇ ਪਿੰਡ ਨੂੰ ਮਾਰੇਗਾ, ਸਾਨੂੰ ਫੜੇਗਾ। ਇਸ ਕਰਕੇ ਨਹੀਂ ਅਸੀਂ ਕਿਸੇ ਨੂੰ ਜਿਉਂਦਾ ਛੱਡਦੇ। ਇਸ ਕਰਕੇ ਤੁਹਾਨੂੰ ਜਿਉਂਦਾ ਛੱਡਣਾ ਇਜ਼ ਨਾਟ ਦੀ ਆਪਸ਼ਨ, ਤੁਹਾਨੂੰ ਮਾਰਨਾ ਜ਼ਰੂਰ ਹੈ। ਤੇ ਫਿਰ ਸੁਣ ਬੋਲੇ ਬੇਦੀ ਕੁਲ ਦੀਪਾ। ਇਹ ਗੱਲ ਸੁਣ ਕੇ ਬੇਦੀ ਕੁਲ ਦੇ ਦੀਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੋਲੇ, ਇਸ ਦਿਸ ਦੇਖੋ ਧੂਪ ਸਬੀਪਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਖੜਿਆਂ ਮਹਾਰਾਜ ਨੇ ਆਪਣਾ ਸੀਸ ਜਿਹੜਾ ਸਿਰ ਹੈ ਨਾ ਘਮਾ ਕਰਕੇ ਮਹਾਰਾਜ ਨੇ ਦੇਖ ਕੇ ਕਹਿੰਦੇ ਉਹ ਦੇਖੋ ਧੂਆਂ ਉੱਡ ਰਿਹਾ ਹੈ। ਕਹਿੰਦੇ ਕਿ ਉਹ ਦੇਖੋ ਧੂਆਂ ਉੱਡ ਰਿਹਾ ਹੈ, ਆਕਾਸ਼ ਵੱਲ ਜਾ ਰਿਹਾ ਹੈ। ਸਮੋਕ ਜਿਹੜਾ ਹੈ ਉਹ ਜਿਹੜਾ ਹੈ ਰਾਈਸ ਹੋ ਰਿਹਾ ਹੈ, ਜਿਹੜਾ ਹੈ ਉਹ ਸਮੋਕ ਜਿਹੜਾ ਹੈ ਦੂਰੋਂ ਦੇਖ ਕੇ ਮਹਾਰਾਜ ਨੇ ਦੱਸਿਆ ਉਹ ਦੇਖੋ ਸਮੋਕ ਹੈ। ਜਿੱਥੇ ਸਮੋਕ, ਜਿੱਥੇ ਧੂਆਂ ਹੋਵੇ ਉੱਥੇ ਅੱਗ ਤਾਂ ਹੁੰਦੀ ਹੈ। ਹਮਰੇ ਜੀਵਤ ਅਗਨ ਅਨੀਜੈ। ਕਹਿਣ ਲੱਗੇ ਸਾਡੇ ਜਿਉਂਦਿਆਂ ਜੀ ਤੁਸੀਂ ਅੱਗ ਲੈ ਕੇ ਆ ਜਾਓ, ਉੱਥੇ ਅੱਗ ਲੱਗੀ ਹੋਈ ਹੈ ਤਾਂ ਧੂਆਂ ਉੱਠਦਾ ਹੈ, ਉੱਥੋਂ ਅੱਗ ਦੀ ਇੱਕ ਚੰਗਿਆਰੀ ਲੈ ਕੇ ਤੁਸੀਂ ਆ ਜਾਓ ਸਾਡੇ ਜਿਉਂਦਿਆਂ ਜੀ, ਫੇਰ ਤੁਹਾਨੂੰ ਸੌਖਾ ਹੋਗਾ, ਮਾਰ ਕੇ ਸਾਡਾ ਸਿੱਧਾ ਸੰਸਕਾਰ ਕਰ ਦਿਓ। ਮਾਰਨ ਬਹੁਰ ਖਸੋਟਨ ਕੀਜੈ। ਹਾਂ, ਕਹਿਣ ਲੱਗੇ ਫੇਰ ਮਾਰ ਕੇ ਸਾਨੂੰ ਇੱਥੇ ਕਸੋਟਨ ਕੀਜੇ, ਇੱਥੇ ਹੀ ਸੱਟ ਜਿਓ, ਇੱਥੇ ਜਿਹੜਾ ਹਨ ਉਹ ਜਿਹੜਾ ਹਨ ਜਾਂ ਲੱਕੜਾਂ ਦੇ ਵਿੱਚ ਸਾਨੂੰ ਘਸੋਟ ਦਿਓ, ਸਾਨੂੰ ਲੱਕੜਾਂ ਦੇ ਵਿੱਚ ਪਾ ਕੇ ਅੱਗ ਲਾ ਦਿਓ। ਫਿਰ ਦਵੈ ਜਾਵੋ ਲਿਆਵਨ ਕੇ ਹੇਤਾ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾਣਦੇ ਸਨ, ਕਹਿੰਦੇ ਵੀ ਇਹਨਾਂ ਨੇ ਜਾਣਾ ਨਹੀਂ ਤੇ ਇਹਨਾਂ ਨੂੰ ਲੱਗਣਾ ਵੀ ਅਸੀਂ ਇਹਦੇ ਨਾਲ ਧੋਖਾ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਉਹ ਵੀ ਆਈਡੀਆ ਦੇ ਦਿੱਤਾ, ਕਹਿੰਦੇ ਤੁਹਾਡੇ ਵਿੱਚੋਂ 2 ਬੰਦੇ ਜਾਓ, 2 ਬੰਦੇ ਸਾਡੇ ਨਾਲ ਇੱਥੇ ਖੜੋ ਤਾਂ ਕਿ ਅਸੀਂ ਭੱਜੀਏ ਨਾ, ਤੇ 2 ਜਾਣੇ ਜਾ ਕੇ ਅੱਗ ਲੈ ਕੇ ਆ ਜਾਓ। ਦਵੈ ਟਿਕ ਬੈਠੋ ਹੋਏ ਸੁਚੇਤਾ। ਹਾਂ, ਕਹਿਣਗੇ 2 ਬੰਦੇ ਸਾਡੇ ਕੋਲ ਬਹਿ ਜਾਓ, ਬੈਠ ਕੇ ਸੁਚੇਤ ਹੋ ਕੇ ਵੀ ਸਾਨੂੰ ਭੱਜਣ ਨਾ ਦਿਓ, ਤੁਸੀਂ ਸਾਨੂੰ ਫੜ ਕੇ ਰੱਖਿਓ। ਸ੍ਰੀ ਗੁਰ ਤਿੰਨ ਸੁਖ ਦੇਵਨ ਕਾਰਨ। ਮਹਾਰਾਜ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੁੱਖ ਦੇਣ ਵਾਸਤੇ ਠੱਗਾਂ ਨੂੰ ਇਸ ਵੇਦ ਕੀਨੇ ਬਚਨ ਉਚਾਰਨ। ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਉਹਨਾਂ ਠੱਗਾਂ ਨਾਲ ਕੀਤੇ, ਕਹਿਓ ਮਾਨ ਸੋਈ ਬਿਦ ਕੀਨੰ। ਉਹਨਾਂ ਨੇ ਮੰਨ ਲਿਆ, ਕਹਿੰਦੇ ਚੰਗਾ ਜੀ, ਇਹ ਤਾਂ ਤੁਹਾਡਾ ਆਈਡੀਆ ਬਹੁਤ ਠੀਕ ਹੈ, ਤੁਹਾਡੀ ਜਿਹੜੀ ਉਮੰਗ ਅਸੀਂ ਪੂਰੀ ਕਰਾਂਗੇ। ਠੱਗ ਮੰਨ ਗਏ ਜੀ ਅੱਜ। ਵੈ ਗਮਨੇ ਜਹ ਅਗਨੀ ਚੀਨੰ। ਹੁਣ 2 ਜਾਣੇ 2 ਠੱਗ ਜਿਹੜੇ ਹਨ ਅੱਗ ਲੈਣ ਵਾਸਤੇ ਤੁਰ ਪਏ ਜੀ, ਜਿੱਥੋਂ ਧੂਆਂ ਨਿਕਲਦਾ ਸੀ। ਵੈ ਬੈਠੇ ਹਥਿਆਰ ਉਗਾਰੇ। ਹਾਂ, 2 ਜਿਹੜੇ ਬੈਠੇ ਸਨ ਆਪਣੇ ਹਥਿਆਰ, ਆਪਣੇ ਜਿਹੜੇ ਹਨ ਉਹਨਾਂ ਦੇ ਹੱਥ ਵਿੱਚ ਕਰਦ ਸੀਗੀ, ਹਾਂਜੀ ਜਿਹੜੇ ਹਨ ਛੋਟੇ ਜਿਹੜੇ ਨਾਈਫ ਸੀਗੇ, ਉਹ ਤਲਵਾਰਾਂ ਲੈ ਕੇ ਕੋਲੇ ਬਹਿ ਗਏ, ਉਹ ਸੁਚੇਤ ਹੋ ਕੇ ਵੀ ਤੁਹਾਨੂੰ ਭੱਜਣ ਨਹੀਂ ਦੇਣਾ। ਹੋਏ ਸੁਚੇਤ ਢਿੱਗ ਮਾਰਨ ਹਾਰੇ। ਤੇ ਹੋਏ ਸੁਚੇਤ, ਉਹ ਤਾਂ ਇੰਨੇ ਸੁਚੇਤ ਬੈਠੇ ਸਨ, ਅਟੈਂਸ਼ਨ ਵਿੱਚ ਬੈਠੇ ਸਨ ਕਿ ਥੋੜਾ ਜਿਹਾ ਹਿੱਲੇ ਵੀ ਉਹਨਾਂ ਨੇ ਮਾਰਨਾ ਸੀ। ਸੋ ਇਸ ਪ੍ਰਕਾਰ ਕਰਕੇ ਬੜੇ ਅਲਰਟ ਹੋ ਕੇ ਬੈਠੇ ਜੀ ਉੱਥੇ। ਮਗ ਮਹਿ ਜਾਤ ਚਲੇ ਸੋ 2। ਉਹ 2 ਜਾਣੇ ਜਿਹੜੇ ਅੱਗ ਲੈਣ ਵਾਸਤੇ ਰਸਤੇ ਵਿੱਚ ਜਾ ਰਹੇ ਹਨ, ਦੇਖੇ ਨਰ ਕੋ ਮਾਰਤ ਕੋ। ਉਹਨਾਂ ਨੇ ਕੀ ਦੇਖਿਆ? ਕਹਿੰਦੇ ਵੀ ਇੱਕ ਕਾਲੇ ਫਿਗਰਸ ਹਨ, ਕਾਲੇ ਜਮਦੂਤ ਜਿਹੜੇ ਹਨ, ਉਹ ਕਾਲੇ ਰੰਗ ਦੇ ਜਿਹੜੇ ਬੰਦੇ ਹਨ ਜਿਨ੍ਹਾਂ ਦਾ ਮੂੰਹ ਨਹੀਂ ਚੰਗੀ ਤਰ੍ਹਾਂ ਦਿਸਦਾ, ਕਾਲੇ ਫਿਗਰਸ, ਕਾਲਾ ਜਿਹੜਾ ਉਹਨਾਂ ਦਾ ਸਰੂਪ ਹੈ, ਉਹ ਇੱਕ ਬੰਦੇ ਨੂੰ ਮਾਰਦੇ ਹਨ, ਕੁੱਟਦੇ ਹਨ, ਕੁੱਟੀ ਜਾਂਦੇ ਹਨ। ਉਹ ਬੰਦਾ ਚੀਕਾ ਮਾਰ ਰਿਹਾ ਹੈ, ਦੁੱਖ ਨਾਲ ਰੋ ਰਿਹਾ ਹੈ,
ਤੇ ਉਹਨੂੰ ਬੜਾ ਮਾਰ ਰਹੇ ਹਨ, ਕੁੱਟ ਰਹੇ ਹਨ। ਬਾਂਧਿਓ ਲੀਨੇ ਜਾਤ ਅਗਾਰੇ। ਤੇ ਫੇਰ ਉਹਨੂੰ ਜਿਹੜਾ ਹੈ ਬੰਨ ਕੇ, ਉਹ ਬੰਦੇ ਨੂੰ ਬੰਨ ਕੇ ਰੱਸਿਆਂ ਦੇ ਨਾਲ ਉਹਨੂੰ ਅੱਗੇ ਅੱਗੇ ਤੋਰ ਰਹੇ ਹਨ, ਤੇ ਪਿੱਛੇ ਉਹ ਜਮਦੂਤ ਕੁੱਟਦੇ ਕੁੱਟਦੇ ਮਾਰਦੇ ਜਾ ਰਹੇ ਹਨ। ਇਹ ਦੇਖਦੇ ਹਨ, ਦੋ ਚੋਰਾਂ ਨੇ ਇਹ ਦ੍ਰਿਸ਼ਟ ਦੇਖਿਆ ਆਪਣੇ ਅੱਖਾਂ ਦੇ ਸਾਹਮਣੇ। ਮਾਰ ਮਾਰ ਪੀੜਾ ਦੇ ਭਾਰੀ। ਉਹਨਾਂ ਨੂੰ ਉਹ ਮਾਰ ਮਾਰ ਕਰਦੇ ਹਨ। ਜਮਦੂਤ ਜਿਹੜਾ ਕਿ ਉਹ ਬੰਦਾ ਸੀਗਾ ਜਿਹੜਾ ਕੁੱਟ ਖਾ ਰਿਹਾ ਹੈ, ਉਹ ਪੀੜਾ ਦੇ ਵਿੱਚ ਬਹੁਤ ਭਾਰੀ ਦੁੱਖ ਮੰਨ ਰਿਹਾ ਹੈ। ਉਹਨੂੰ ਦੁੱਖ ਹੋ ਰਿਹਾ, ਉਹ ਚੀਕਾਂ ਮਾਰ ਰਿਹਾ, ਤੇ ਪਿੱਛੋਂ ਮਾਰ ਮਾਰ ਉਹ ਕਰ ਰਹੇ ਹਨ ਜਮਦੂਤ। ਤਿੰਨ ਤੇ ਦੁਰ ਕਹਿ ਲੰਗੇ ਧਾਈ। ਇਹ ਦੋ ਚੋਰ ਡਰ ਗਏ ਜੀ ਦੇਖ ਕੇ ਵੀ ਇੰਨੀ ਕੁੱਟ ਪੈ ਰਹੀ ਹੈ ਬੰਦੇ ਦੇ, ਤਾਂ ਇਹਨੂੰ ਤਾਂ ਐਨ ਤੁੰਬਾ ਬਣਾਤਾ ਕੁੱਟ ਕੁੱਟ ਕੇ। ਸੋ ਇਹ ਜਿਹੜੇ ਹਨ ਡਰਦੇ ਹੋਏ ਲੁਕ ਲੁਕ ਕੇ ਪਾਸੇ ਦੀ ਲੰਘ ਗਏ ਵੀ ਇਹ ਤਾਂ ਹੁਣ ਝਗੜੇ 'ਚ ਨਾ ਹੀ ਪਈਏ, ਇੱਥੇ ਮਾਮਲਾ ਜਿਹੜਾ ਕਾਫੀ ਗੰਭੀਰ ਹੈ, ਕਾਫੀ ਸੀਰੀਅਸ ਮਾਮਲਾ ਚੱਲ ਰਿਹਾ ਹੈ। ਉਹ ਕਹਿੰਦੇ ਆਪਾਂ ਆਪਣੀ ਜਾਨ ਬਚਾਈਏ, ਕਿਤੇ ਸਾਨੂੰ ਨਾ ਕੁੱਟਣਾ ਸ਼ੁਰੂ ਕਰ ਦੇਣ। ਕਿਉਂਕਿ ਕਈ ਵਾਰੀ ਐਸਾ ਵੀ ਹੁੰਦਾ ਹੈ ਨਾ, ਜੋ ਦੋ ਬੰਦੇ ਲੜਦੇ ਹੋਣ, ਤੁਸੀਂ ਜਾ ਕੇ ਉਹਨਾਂ ਨੂੰ ਹਟਾਓ, ਉਹ ਹਟ ਕੇ ਜਿਹੜਾ ਹੈ ਤੁਹਾਡੇ ਨਾਲ ਲੜਨ ਲੱਗ ਜਾਣਗੇ। ਕਿਉਂਕਿ ਉਹ ਕਹਿੰਦੇ ਜੀ ਅਸੀਂ ਆਪਣੇ ਆਪਸ 'ਚ ਤਾਂ ਅਸੀਂ ਰੋਜ਼ ਉਹ ਲੜਨਾ ਹੈ, ਤੂੰ ਕਿਤੇ ਕਿਤੇ ਆਉਣਾ ਹੈ। ਹਾਂਜੀ, ਸੋ ਦੋਵੇਂ ਹਟ ਕੇ ਤੀਜੇ ਬੰਦੇ ਨੂੰ ਫੜ ਲੈਂਦੇ ਨੇ। ਸੋ ਇਸ ਤਰ੍ਹਾਂ ਕਰਕੇ ਚੋਰ ਵੀ ਸਿਆਣੇ ਸੀ, ਇਹ ਪਿੱਛੇ ਦੀ ਲੰਘ ਗਏ ਜੀ ਲੁਕ ਕੇ। ਦੇਖੀ ਚਿਖਾ ਬਰੀ ਤਹ ਥਾਈ। ਜਿੱਥੇ ਉਹ ਬਲਦੀ ਹੋਈ ਇੱਕ ਚਿੱਖਾ ਸੀ, ਉਹ ਧੂਆਂ ਕਿੱਥੋਂ ਆਉਂਦਾ ਸੀ? ਇੱਕ ਬੋਡੀ ਸੜ ਰਹੀ ਸੀ, ਇੱਕ ਬੋਡੀ ਦਾ ਸੰਸਕਾਰ ਹੋ ਰਿਹਾ ਸੀ ਉੱਥੇ। ਉਹ ਚਿੱਖਾ ਵਿੱਚੋਂ ਜੋ ਅੱਗ ਲੱਗੀ ਹੋਈ ਸੀ, ਉਹਦਾ ਧੂਆਂ ਉੱਤੇ ਨੂੰ ਉੱਡ ਰਿਹਾ ਸੀ। ਅਗਨ ਨਿਕਾਸ ਲੀਨ ਨਿਜ ਹੱਥ। ਇਹਨਾਂ ਨੇ ਕੀ ਕੀਤਾ, ਜਿਹੜਾ ਹੈ ਮਲਕ ਜਾ ਕੇ ਬਹੁਤ ਸ਼ਕਤੀ ਦੇ ਨਾਲ, ਫੁਰਤੀ ਦੇ ਨਾਲ ਇੱਕ ਲੱਕੜ ਵਿੱਚੋਂ ਕੱਢ ਲਈ ਜਿਹੜੀ ਬਲੀ ਹੋਈ ਸੀ, ਜਿਹਨੂੰ ਅੱਗ ਲੱਗੀ ਹੋਈ ਸੀ। ਉਹ ਲੱਕੜੀ ਵਿੱਚੋਂ ਖਿੱਚ ਲਈ ਚਿਖਾ ਦੇ। ਹਟ ਗਮਨੇ ਜਿਤ ਦਿਸ ਜਗਨਾਥਾ। ਉਹ ਅੱਗ ਲੈ ਕੇ ਇਹ ਵਾਪਸ ਆ ਰਹੇ ਸਨ, ਉਹੀ ਰਸਤੇ ਜਿੱਧਰ ਨੂੰ ਇਹ ਆਏ ਸਨ, ਉਹੀ ਰਸਤੇ ਨੂੰ ਵਾਪਸ ਜਦੋਂ ਜਾਣ ਲੱਗੇ ਅੱਗ ਲੈ ਕੇ। ਬਾਹਰ ਆਏ ਕਰ ਦੇਖਿਓ ਦੋ। ਹੁਣ ਇਹਨਾਂ ਨੇ ਦੇਖਿਆ ਜਿਹੜੇ ਬੰਦੇ ਜਮਦੂਤ ਜਿਹਨੂੰ ਕੁੱਟ ਕੇ ਲਿਜਾ ਰਹੇ ਸਨ, ਉਹੀ ਦੋ ਬੰਦੇ ਦੇਖੇ ਉੱਥੇ ਖੜੇ। ਚੱਲਿਓ ਜਾਤ ਸਿਵਕਾ ਨਰ ਸੋ। ਤੇ ਜਿਹਨੂੰ ਕੁੱਟ ਰਹੇ ਸਨ ਬੰਨਿਆ ਹੋਇਆ ਸੀਗਾ, ਜਿਹੜਾ ਚੀਕਾਂ ਮਾਰਦਾ ਸੀ, ਦੁਖੀ ਹੋਇਆ ਸੀ, ਤੇ ਉਹ ਹੁਣ ਇੱਕ ਪਾਲਕੀ ਵਿੱਚ ਬੈਠਾ, ਇੱਕ ਚੈਰੀਅਟ ਵਿੱਚ ਬੈਠਾ, ਬਹੁਤ ਸੁੰਦਰ ਚੈਰੀਅਟ ਹੈ, ਉਹਦੇ ਵਿੱਚ ਉਹ ਬੈਠਾ। ਤੇ ਇਹ ਜਮਦੂਤ ਉਹਨੂੰ ਮੱਥਾ ਟੇਕਣ ਲੱਗੇ ਹੋਏ, ਜਿਹੜੇ ਉਹਨੂੰ ਪਹਿਲਾਂ ਕੁੱਟ ਰਹੇ ਸੀਗੇ। ਉਹ ਜਮਦੂਤ ਹੁਣ ਉਹਦੇ ਗੱਠ ਬਣੇ ਹੋਏ ਹਨ, ਉਹਨੂੰ ਮੱਥਾ ਟੇਕ ਰਹੇ ਹਨ। ਤੇ ਇਹ ਦੇਖਿਆ ਜੀ, ਉਹ ਕਹਿੰਦੇ ਇਹ ਕੀ ਹੋ ਗਿਆ ਹੁਣ? ਗਾਵਤ ਗਾਇਕ ਰਾਗ ਅਗਾਰੇ। ਤੇ ਕੀ ਹੋਇਆ, ਉਸ ਚੈਰੀਅਟ ਦੇ ਅੱਗੇ ਰਾਗੀ ਲੋਕ, ਇੱਕ ਜਿਵੇਂ ਆਪਾਂ ਕਹਿੰਦੇ ਬੈਂਡ ਹੈ ਨਾ, ਅੱਜ ਕੱਲ੍ਹ ਬੈਂਡ ਹੁੰਦਾ ਹੈ, ਅੱਗੇ ਰਾਗੀ ਜਿਹੜੇ ਹਨ ਉਹ ਜਿਹੜੇ ਰਾਗ ਗਾਉਂਦੇ ਜਾਂਦੇ ਹਨ, ਜਿਵੇਂ ਕੋਈ ਰਾਜਾ ਜਾਂਦਾ ਨਾ। ਇਹ ਜਿਹੜੇ ਬੰਦੇ ਨੂੰ ਕੁੱਟ ਪੈ ਰਹੀ ਸੀ, ਇਹਨੂੰ ਬਿਠਾ ਕੇ ਚੈਰੀਅਟ 'ਚ ਰਾਜੇ ਦਾ ਜਿਹੜਾ ਹੈ, ਰਾਜੇ ਵਰਗਾ ਇਸ ਨੂੰ ਸਤਿਕਾਰ ਦੇ ਕੇ ਇਹਦੇ ਮੂਹਰੇ ਰਾਗੀ ਗੀਤ ਗਾਉਂਦੇ ਜਾਂਦੇ ਹਨ। ਅਸ ਬਿਲੋਕ ਭਾ ਅਚਰਜ ਭਾਰੀ। ਇਹ ਬੜੇ ਹੈਰਾਨ ਹੋਏ ਕਿ ਬੰਦੇ ਨੂੰ ਕੁੱਟਣ ਗਏ ਹੋਏ, ਆਪਾਂ ਇੱਥੇ ਜਾ ਕੇ ਅੱਗ ਲੈ ਕੇ ਆਏ, ਇਹਨੂੰ ਕੀ ਹੋ ਗਿਆ ਹੁਣ? ਇਹਨੂੰ ਤਾਂ ਦੇਵਤਾ ਬਣਾਤਾ ਇਹਨਾਂ ਨੇ, ਇਹਨਾਂ ਦਾ ਤਾਂ ਸਤਿਕਾਰ ਕਰਨ ਲੱਗ ਪਏ ਹੁਣ। ਮੈਨ ਪੁੱਛੇ ਤੇ ਜਾਏ ਨਾ ਜਾਣਾ। ਹੁਣ ਇਹ ਦੋਵਾਂ ਨੂੰ ਜਿਹੜਾ ਰਿਹਾ ਨਾ ਗਿਆ, ਕਹਿੰਦੇ ਪੁੱਛੇ ਲਈਏ ਵੀ ਇਹ ਗੱਲ ਕੀ ਹੈ। ਬੜੇ ਹੈਰਾਨ ਹੋਏ ਤੇ ਉਹਨਾਂ ਨੂੰ ਪੁੱਛਣ ਵਾਸਤੇ ਇਹਨਾਂ ਤੋਂ ਰਿਹਾ ਨਾ ਗਿਆ। ਪੂਰਬ ਸੰਕਟ ਦੇਤ ਮਹਾਨਾ। ਹਾਂ, ਇਹਨਾਂ ਨੇ ਪੁੱਛਿਆ ਵੀ ਕਿ ਜਿਹੜੇ ਬੰਦੇ ਨੂੰ ਪਹਿਲਾਂ ਇੰਨਾ ਸੰਕਟ ਦੁੱਖ ਦਿੱਤਾ ਜਾ ਰਿਹਾ ਸੀ, ਕੁੱਟਿਆ ਜਾ ਰਿਹਾ ਸੀ, ਕੁੱਤਿਆਂ ਵਾਂਗੂ ਮਾਰਦੇ ਜਾਂਦੇ ਸਨ, ਅਬ ਆਨੰਦ ਸੋ ਮਾਰ ਗਜਾਏ। ਹੁਣ ਤਾਂ ਬੜੇ ਆਨੰਦ ਵਿੱਚ ਜਾ ਰਿਹਾ ਹੈ, ਬੜੀ ਖੁਸ਼ੀ ਨਾਲ ਜਾ ਰਿਹਾ, ਸਤਿਕਾਰ ਕੀਤਾ ਜਾ ਰਿਹਾ, ਮੱਥੇ ਟੇਕੇ ਜਾ ਰਹੇ ਆ, ਫੁੱਲਾਂ ਦੀ ਵਰਖਾ ਹੋ ਰਹੀ ਹੈ। ਕਰ ਵਿਚਾਰ ਇਉਂ ਤਿਹ ਢਿਗ ਆਏ। ਇਹਨਾਂ ਨੇ ਵਿਚਾਰ ਆਪਸ ਵਿੱਚ ਕਰਕੇ ਉਹ ਜਿਹੜੇ ਹਨ ਦੋ ਫਿਗਰਸ ਜਮਦੂਤ ਜਿਹੜੇ ਖੜੇ ਸਨ, ਉਹਨਾਂ ਕੋਲ ਚਲੇ ਗਏ। ਸਵਈਆ ਕੌਣ ਹੈ ਸਿਵਕਾ ਪਰ ਜਾਵਤ। ਇਹਨਾਂ ਨੇ ਪੁੱਛਿਆ, ਕਹਿੰਦਾ ਇਹ ਬੰਦਾ ਜਿਹੜਾ ਪਾਲਕੀ ਤੇ ਚੜ ਕੇ ਜਾ ਰਿਹਾ, ਇਹ ਕੌਣ ਹੈ? ਪੂਰਬ ਸਾਸਨ ਦੇਵਤ ਯਾਹੀ। ਹਾਂ, ਕਹਿਣ ਲੱਗੇ ਇਹੀ ਤਾਂ ਉਹੀ ਬੰਦਾ ਹੈ ਜਿਹਨੂੰ ਤੁਸੀਂ ਕੁੱਟਦੇ ਜਾ ਰਹੇ ਸੀ, ਪਹਿਲਾਂ ਸਜ਼ਾ ਦਿੰਦੇ ਜਾ ਰਹੇ ਸੀ। ਦੂਤਨ ਬੈਨ ਭਨੇ ਇਹ ਪਾਪੀ ਥੋ। ਉਹ ਜਿਹੜੇ ਜਮਦੂਤ ਸਨ ਉਹ ਕਹਿੰਦੇ ਇਹ ਪਾਪੀ ਥੋ, ਕਹਿਣ ਲੱਗੇ ਇਹ ਵੱਡਾ ਪਾਪੀ ਹੈ, ਇਸ ਕਰਕੇ ਅਸੀਂ ਨੂੰ ਕੁੱਟਦੇ ਜਾ ਰਹੇ ਸਨ। ਇਹਨੇ ਸਾਰੀ ਉਮਰ ਕੋਈ ਚੰਗਾ ਕਰਮ ਨਹੀਂ ਕੀਤਾ, ਸਾਰੀ ਉਮਰ ਇਹਨੇ ਪਾਪ ਕਮਾਏ, ਇਹਨੇ ਜਿਹੜਾ ਹੈ ਧੋਖਾ ਕੀਤਾ, ਲੋਕਾਂ ਨੂੰ ਠੱਗਿਆ, ਮਾਰਿਆ, ਝੂਠ ਬੋਲਿਆ, ਕਿਤੇ ਪਰਮੇਸ਼ਰ ਦਾ ਨਾਮ ਨਹੀਂ ਇਹਨੇ ਜਪਿਆ। ਇਹ ਤਾਂ ਪੱਕਾ ਨਾਸਤਕ ਸੀਗਾ, ਮਨਮਤੀਆ ਸੀਗਾ, ਬਹੁਤ ਪਾਪ ਕੀਤੇ ਇਸਨੇ। ਦੇਨ ਬੜੋ ਦੁੱਖ ਲਾਇਕ ਆਹੀ। ਦੇਨ ਵੱਡੋ, ਇਸ ਕਰਕੇ ਜਦੋਂ ਇਹਦੀ ਮੌਤ ਹੋਈ, ਸਾਨੂੰ ਧਰਮਰਾਜ ਨੇ ਇੱਥੇ ਭੇਜਿਆ ਕਿ ਇਹਨੂੰ ਹੁਣ ਜਾ ਕੇ ਕੁੱਟ-ਕੁੱਟ ਕੇ ਲੈ ਕੇ ਆਓ ਵਾਪਸ, ਇਹਨੂੰ ਸਜ਼ਾ ਦਿਓ, ਕਿਉਂਕਿ ਇਹਨੂੰ ਨਰਕ ਨੂੰ ਭੇਜਣਾ ਹੈ, ਇਹਨੂੰ ਹੈਲ ਵਿੱਚ ਪਾਉਣਾ ਹੈ। ਧੂਮ ਚਿਖਾ ਪਿਖਿਓ ਗੁਰ ਨਾਨਕ। ਪਰ ਕੀ ਹੋਇਆ, ਕਹਿੰਦੇ ਅਚਾਨਕ ਐਸਾ ਜਿਹੜਾ ਹੈ ਕੌਤਕ ਵਰਤਿਆ ਉਹ ਜਮਦੂਤ। ਕਹਿੰਦੇ ਇਹਦਾ ਜਿਹੜਾ ਧੂਆਂ ਸੀ ਨਾ, ਕਹਿੰਦੇ ਗੁਰੂ ਨਾਨਕ ਨੇ ਅੱਖਾਂ ਦੇ ਨਾਲ ਉਹ ਧੂਆਂ ਦੇਖ ਲਿਆ। ਗੁਰੂ ਨਾਨਕ just saw that smoke with his eyes। ਬਸ ਉਹ ਇੰਨੀ ਉਹ ਗੱਲ ਹੈ, ਗੁਰੂ ਨਾਨਕ ਨੇ ਆਪਣੇ ਅੱਖਾਂ ਦੇ ਨਾਲ ਇਹਦਾ ਧੂਆਂ ਦੇਖ ਲਿਆ, ਬਸ ਇੰਨਾ ਹੀ ਹੋਇਆ। ਹੋਏ ਪੁਨੀਤ ਗਇਓ ਛਿਨ ਮਾਹੀ। ਇਹਦੇ ਸਾਰੇ ਪਾਪ ਕੱਟੇ ਗਏ,
ਦੇਖੋ, ਨਾ ਗੁਰੂ ਨਾਨਕ ਨੇ ਉਹ ਬੰਦੇ ਨੂੰ ਦੇਖਿਆ, ਨਾ ਉਹ ਬੰਦੇ ਨੇ ਗੁਰੂ ਨਾਨਕ ਨੂੰ ਦੇਖਿਆ, ਨਾ ਕਿਤੇ ਉਹਨੇ ਨਾਮ ਜਪਿਆ, ਨਾ ਗੁਰੂ ਨਾਨਕ ਦਾ ਉਪਦੇਸ਼ ਲਿਆ, ਨਾ ਗੁਰੂ ਨਾਨਕ ਨੂੰ ਗੁਰੂ ਧਾਰਨ ਕੀਤਾ। ਉਹਦੇ ਧੂਏ ਦੇ ਉੱਤੇ ਮਰੇ ਹੋਏ ਸਰੀਰ ਦੇ ਸੰਸਕਾਰ ਹੁੰਦਿਆਂ ਜਿਹੜਾ ਸਮੁੱਖ ਉੱਤੇ ਨੂੰ ਜਾ ਰਿਹਾ, ਉਹਦੇ ਵੱਲ ਗੁਰੂ ਨਾਨਕ ਨੇ ਦੇਖ ਲਿਆ। ਉਹਦੇ ਦੇਖਣ ਕਰਕੇ ਦੇ ਸਾਰੇ ਪਾਪ ਧੋਤੇ ਗਏ। ਹੁਣ ਸਿਰਫ ਪਾਪ ਨਹੀਂ ਧੋਤੇ ਗਏ, ਇਹਨੂੰ ਪੁੰਨ ਮਿਲ ਗਏ, ਇਹ ਪੁਨੀਤ ਹੋ ਗਿਆ, ਇਹ ਤਾਂ ਦੇਵਤਾ ਬਣ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਧੂਏ ਵੱਲ ਦੇਖ ਕੇ ਇਹਨੂੰ ਦੇਵਤਾ ਬਣਾ ਦਿੱਤਾ। ਇਹ ਹੁਣ ਦੇਵਤਾ ਬਣ ਗਿਆ। ਆਸਨ ਤੇ ਛੁੱਟ ਪ੍ਰਾਪਤ ਭਾਸ। ਇਸ ਕਰਕੇ ਇਹ ਜਿਹੜਾ ਹਨ ਸਜ਼ਾ ਤੋਂ ਛੁੱਟ ਕੇ ਇਹ ਤਾਂ ਚੱਲਿਆ ਜੀ ਸਵਰਗਾਂ ਨੂੰ। ਹੁਣ ਇਹ ਤਾਂ ਦੇਵਤਾ ਬਣ ਗਿਆ। ਹੁਣ ਇਹਨੂੰ ਤਾਂ ਸਾਰੇ ਸੁੱਖ ਮਿਲ ਗਏ। ਹੁਣ ਇਹਨੂੰ ਤਾਂ ਅਨਲਿਮਿਟਡ ਪਾਸ ਮਿਲ ਗਿਆ ਜੀ ਹੈਵਨ ਵਿੱਚ। ਕੀਨ ਜੇ ਪਾਪ ਰਹਿਓ ਇੱਕ ਨਾਹੀ। ਕਹਿਣ ਲੱਗੇ ਜਿੰਨੇ ਇਹਨੇ ਪਾਪ ਕੀਤੇ ਸੀ ਨਾ, ਇੱਕ ਵੀ ਨਹੀਂ ਰਹਿ ਗਿਆ, ਕਿਉਂਕਿ ਗੁਰੂ ਨਾਨਕ ਨੇ ਇੱਕ ਨਿਗਾਹ ਦੇ ਨਾਲ ਇਹਦੇ ਵੱਲ ਦੇਖ ਲਿਆ, ਇਹਦੇ ਧੂਏ ਵੱਲ ਦੇਖਿਆ, ਇਹਦੇ ਸਮੋਕ ਵੱਲ ਦੇਖ ਲਿਆ। ਸਵਈਆ ਨਾਨਕ ਕੌਣ ਬਤਾਏ ਹਮੈ। ਹੁਣ ਇਹ ਚੋਰ ਦੋ ਪੁੱਛਣ ਲੱਗੇ, ਵਾਓ, ਕਹਿੰਦਾ ਗੁਰੂ ਨਾਨਕ ਨੇ ਦੇਖਿਆ ਤੇ ਉਹਦੇ ਸਾਰੇ ਪਾਪ ਧੋਤੇ ਗਏ। ਪੁੱਛਣ ਲੱਗੇ ਨਾਨਕ ਕੌਣ ਹੈ? ਕੌਣ ਹੈ ਨਾਨਕ? ਕਹਿੰਦੇ ਸਾਨੂੰ ਦੱਸੋ ਜੀ, ਇਹ ਨਾਨਕ ਕਿੱਥੇ ਹੈ ਤੇ ਕੌਣ ਹੈ? ਸੁਨ ਦੂਤ ਕਹੈ ਤੁਮਰੇ ਢਿਗ ਜੋ। ਉਹ ਜਮਦੂਤ ਕਹਿੰਦੇ ਜਿਹਨੂੰ ਤੁਸੀਂ ਫੜੀ ਬੈਠੇ ਹੋ ਤਾਂ ਗੁਰੂ ਨਾਨਕ ਹੈ। ਜਿਹਨੂੰ ਤੁਸੀਂ ਮਾਰਨ ਵਾਸਤੇ ਚੰਗਿਆਰੀ ਲੈ ਕੇ ਚੱਲੇ ਅੱਗ ਦੀ, ਜਿਹਨੂੰ ਮਾਰਨ ਵਾਸਤੇ ਤੁਸੀਂ ਤਿਆਰ ਹੋਏ, ਉਹੀ ਤਾਂ ਗੁਰੂ ਨਾਨਕ ਹੈ। ਤੁਸੀਂ ਤਾਂ ਉਹਨੂੰ ਮਾਰਨ ਵਾਸਤੇ ਚੱਲੇ ਹੋ। ਫਿਰ ਮਾਰਨ ਹਿਤ ਖਸੋਟਣ ਕੇ। ਹਾਂ, ਤੁਸੀਂ ਤਾਂ ਉਹਨੂੰ ਮਾਰ ਕੇ ਲੱਕੜਾਂ ਵਿੱਚ ਘਸੋਟਣ ਵਾਸਤੇ ਚੱਲੇ ਹੋ। ਉਹਦਾ ਸਰੀਰ ਤੁਸੀਂ ਉਹਨਾਂ ਦਾ ਸੰਸਕਾਰ ਕਰਨ ਚੱਲੇ ਸੋ, ਉਹਨੂੰ ਮਾਰ ਕੇ। ਕਹਿੰਦੇ ਉਹੀ ਤਾਂ ਗੁਰੂ ਨਾਨਕ ਹੈ। ਜਾ ਕੇ ਆਏ ਗੁਰੂ ਨਾਨਕ ਸੋ। ਜਾ ਕੇ ਇਹ ਕਹਿਣਗੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੇਖਿਆ, ਉਹੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਗੁਰੂ ਨਾਨਕ ਸਾਹਿਬ ਤੁਹਾਡੇ ਕੋਲ ਹੈ ਤੇ ਉਹੀ ਤਾਂ ਹੈ ਗੁਰੂ ਨਾਨਕ, ਜਿਹਦੀ ਨਿਗਾਹ ਇਸ ਪਾਪੀ ਦੇ ਸੜੇ ਹੋਏ ਸਰੀਰ ਦੇ ਸੰਸਕਾਰ ਹੁੰਦਿਆਂ ਸਰੀਰ ਦੇ ਅੱਗ ਦੇ ਧੂਏ ਤੇ ਪਈ ਹੈ। ਯੋ ਸੁਣ ਕੇ ਬਿਸਮਾਦ ਹਿਰਦੇ। ਉਹ ਬਹੁਤ ਹੈਰਾਨ ਹੋਏ ਜੀ, ਚੋਰ ਬੜੇ ਹੈਰਾਨ ਹੋਏ, ਹੈਰਾਨਗੀ ਹੋ ਗਈ ਜੀ ਉਹਨਾਂ ਨੂੰ। ਹਮ ਕੋ ਧ੍ਰਿਕ ਧਾਏ ਚਲੇ ਤਬ ਦੋ। ਤੂੰ ਦੋਵੇਂ ਤੁਰੇ ਆਉਂਦੇ ਹਨ ਤੇ ਕਹਿੰਦੇ ਸਾਨੂੰ ਤਿਰਕਾਰ ਹੈ, ਕਰਸ ਇਜ਼ ਆਵਰ ਲਾਈਫ, ਸਾਨੂੰ ਕਰਸ ਹੈ। ਦੇਖੋ ਸਾਡੇ ਕੋਲ ਗੁਰੂ ਨਾਨਕ ਖੜਾ ਹੈ ਤੇ ਅਸੀਂ ਉਹਨੂੰ ਮਾਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਗੱਲਾਂ ਕਰਦੇ ਜਾਂਦੇ ਹਨ। ਆਨ ਗਹੇ ਪਦ ਪੰਕਜ ਪਾਨ ਸੋ। ਆਉਂਦਿਆਂ ਸਾਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ, ਮਹਾਰਾਜ ਦੇ ਚਰਨੀ ਪੈ ਗਏ, ਮੱਥਾ ਟੇਕਤਾ ਜੀ। ਇਹ ਦੋਵੇਂ ਠੱਗਾਂ ਨੇ ਬੈਨ ਭਨੇ ਤੁਮ ਹੋ ਦੁਖ ਖੋ। ਤੇ ਆਪਣੇ ਮੂੰਹ ਤੋਂ ਮਹਾਰਾਜ ਦੇ ਉਸਤਤ ਕੀਤੀ ਕਿ ਤੁਸੀਂ ਹੋ ਜੋ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ। ਦੋਹਰਾ ਸਰਬ ਬ੍ਰਿਤਾਂਤ ਦਿਖਾਏ ਕੈ ਸਰਦਾ ਆਪਣੀ ਦੀਨ। ਦੇਖੋ ਮਹਾਰਾਜ ਨੇ ਉਹਨਾਂ ਨੂੰ ਆਪਣਾ ਬ੍ਰਿਤਾਂਤ ਦਿਖਾਇਆ। ਇਹ ਬ੍ਰਿਤਾਂਤ ਉਹਨਾਂ ਨੇ ਕਿਉਂ ਦੇਖਿਆ? ਗੁਰੂ ਦੀ ਕਿਰਪਾ ਨਾਲ ਦੇਖਿਆ ਨਾ। ਗੁਰੂ ਮਹਾਰਾਜ ਨੇ ਇਹਨਾਂ ਨੂੰ ਦਿਖਾਇਆ ਤੇ ਇਹਨਾਂ ਨੇ ਦੇਖਿਆ। ਮਹਾਰਾਜ ਨੇ ਐਸਾ ਕਿਉਂ ਕੀਤਾ? ਸ਼ਰਧਾ ਆਪਣੀ ਦੀਨ। ਮਹਾਰਾਜ ਨੇ ਆਪਣੀ ਸ਼ਰਧਾ ਦੀ ਬਖਸ਼ਿਸ਼ ਕੀਤੀ ਇਹਨਾਂ ਤੇ। ਇਹਨਾਂ ਚੋਰਾਂ ਨੂੰ ਬਖਸ਼ਿਸ਼ ਕੀਤੀ ਕਿ ਇਹਨਾਂ ਦਾ ਮਨ ਵੀ ਜਿਹੜਾ ਪਲਟ ਜਾਵੇ, ਪਾਪਾਂ ਤੋਂ ਪਲਟ ਜਾਵੇ। ਇਹਨਾਂ ਦਾ ਮਨ ਜਿਹੜਾ ਹੈ ਪਾਪਾਂ ਦੇ ਜਿਹੜੇ ਹਨ ਕਰਮਾਂ ਤੋਂ ਦੂਰ ਹੋ ਜਾਵੇ, ਇਹ ਵੀ ਭਗਤੀ ਵਿੱਚ ਲੱਗ ਜਾਣ। ਕਰਤ ਕੁਕਰਮ ਬਹੋਰ ਨੇ ਸ੍ਰੀ ਗੁਰ ਪਰਮ ਪ੍ਰਬੀਨ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੰਨੇ ਪ੍ਰਬੀਨ ਸਿਆਣੇ ਹਨ, ਜਿਨ੍ਹਾਂ ਨੇ ਪਾਪ ਕਰਦਿਆਂ ਹੋਇਆਂ ਨੂੰ ਮੋੜ ਲਿਆ। ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲ ਕਰਨ ਵਾਸਤੇ ਉਹਨਾਂ ਨੂੰ ਪਾਪਾਂ ਤੋਂ ਮੋੜ ਦਿੱਤਾ। ਚੌਪੇ ਸਰਬ ਪੰਥ ਕੀ ਕਥਾ ਸੁਣਾਈ। ਤੇ ਇਹ ਦੋ ਚੋਰਾਂ ਨੇ ਉਹ ਸਾਰੀ ਜਿਹੜੇ ਹਨ ਰਸਤੇ ਦੀ ਗੱਲ ਸੁਣਾਈ ਤੇ ਉਹ ਬਾਕੀ ਦੇ ਦੋ ਚੋਰ ਉੱਥੇ ਬੈਠੇ ਸਨ ਉਹਨਾਂ ਨੂੰ ਸੁਣਾਈ ਵੀ ਭਾਈ ਸਾਡੇ ਨਾਲ ਤਾਂ ਐਸਾ ਹੋਇਆ ਰਸਤੇ ਵਿੱਚ। ਚਾਰੋਂ ਚਰਨ ਰਹੇ ਲਪਟਾਏ। ਹੁਣ ਚਾਰੇ ਚੋਰ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਏ, ਮੁਆਫੀਆਂ ਮੰਗਣ ਲੱਗੇ। ਨਿੰਦ ਜੀਵਕਾ ਹੁਤੀ ਹਮਾਰੀ। ਕਹਿਣ ਲੱਗੇ ਮਹਾਰਾਜ ਇਹ ਨਿੰਦ ਯੋਗ, ਨਿੰਦਿਆ ਯੋਗ ਸਾਡੀ ਜੀਵਕਾ ਹੈ। ਸਾਡੀ ਜਿਹੜਾ ਹਨ ਅਰਨ ਆਫ ਲਿਵਿੰਗ ਜਿਹੜੀ ਐਸੀ ਭੈੜੀ ਹੈ, ਜਿਹੜੀ ਨਿੰਦਿਆ ਜਿਹੜੀਆਂ ਹਨ ਉਹ ਨਿੰਦਿਆ ਵਤ ਹੈ, ਜਿਹੜੀ ਬਹੁਤ ਭੈੜੀ ਹੈ ਸਾਡੀ। ਮਾਰ ਹੈ ਜੀਵਨ ਬਿਨਾ ਵਿਚਾਰੇ। ਦੇਖੋ ਅਸੀਂ ਹਰ ਇੱਕ ਜੀਵ ਨੂੰ ਮਾਰਦੇ ਹਾਂ ਤੇ ਵਿਚਾਰ ਨਹੀਂ ਕਰਦੇ ਵੀ ਅਸੀਂ ਮਾਰਦੇ ਹਾਂ। ਕਿਸੇ ਨੂੰ ਦੁੱਖ ਦੇ ਕੇ ਉਹਨੂੰ ਲੁੱਟ ਕੇ ਆਪਣਾ ਸੁੱਖ ਪਾਲਦੇ ਹਾਂ, ਕਿਸੇ ਦੇ ਦੁੱਖ ਵਿੱਚੋਂ ਅਸੀਂ ਸੁੱਖ ਪਾਲਦੇ ਹਾਂ। ਕਹਿੰਦੇ ਸਾਡੀ ਤਾਂ ਐਸੇ ਨਿੰਦਿਆ ਰੂਪੀ ਕਰਮ ਹਨ ਸਾਡੇ। ਤੁਮ ਸਮਰੱਥ ਸੰਤ ਸੁਖਦਾਈ। ਪਾਤਸ਼ਾਹ ਜੀ ਤੁਸੀਂ ਸਮਰੱਥ ਹੋ, ਆਲ ਕੈਪੇਬਲ ਹੋ ਪਾਤਸ਼ਾਹ ਜੀ, ਸੁੱਖਾਂ ਨੂੰ ਦੇਣ ਵਾਲੇ ਹੋ ਸੰਤ। ਆਪਣੀ ਕਲਾ ਨਾ ਹਮ ਹੈ ਦਿਖਾਏ। ਮਹਾਰਾਜ ਜੇ ਤੁਸੀਂ ਆਪਣੀ ਕਲਾ ਨਾ ਸਾਨੂੰ ਦਿਖਾਉਂਦੇ, ਬਖਸ਼ ਹੋ ਬੜੇ ਕਰੇ ਅਪਰਾਧੂ। ਮਹਾਰਾਜ ਫੇਰ ਅਸੀਂ ਕਿਵੇਂ ਬਖਸ਼ੇ ਜਾਣਾ ਸੀ? ਸਾਨੂੰ ਬਖਸ਼ਣ ਵਾਸਤੇ ਤਾਂ ਸਾਨੂੰ ਕੌਤਕ ਦਿਖਾਇਆ ਇਹ। ਪਰ ਉਪਕਾਰੀ ਹੋਏ ਜਗ ਸਾਧੂ। ਮਹਾਰਾਜ ਤੁਸੀਂ ਸਾਧੂ ਰੂਪ ਹੋ ਜੋ ਸੰਸਾਰ ਵਿੱਚ ਪਰ ਉਪਕਾਰ ਕਰਨ ਵਾਸਤੇ ਆਏ ਹੋ, ਦੁਨੀਆ ਦਾ ਭਲਾ ਕਰਨ ਵਾਸਤੇ ਆਏ ਹੋ। ਚਲੋ ਗ੍ਰਾਮ ਸ੍ਰੀ ਪ੍ਰਭੂ ਬਹੋਰੀ। ਮਹਾਰਾਜ ਚਲੋ ਹੁਣ ਵਾਪਸ ਸਾਡੇ ਪਿੰਡ ਚਲੋ, ਹੁਣ ਸੱਚਮੁੱਚ ਅਸੀਂ ਸੇਵਾ ਕਰਦੇ ਹਾਂ। ਪਹਿਲਾਂ ਤਾਂ ਝੂਠੀ ਸੇਵਾ ਕੀਤੀ ਸੀ,
ਹੁਣ ਅਸੀਂ ਸੱਚੀ ਸੇਵਾ ਕਰਦੇ ਹਾਂ। ਬਿਨਤੀ ਸਰਬ ਕਰਹਿ ਕਰ ਜੋਰੀ। ਕਹਿੰਦੇ ਸਾਰੇ ਪਿੰਡ ਨੂੰ ਅਸੀਂ ਇੱਕ ਸਾਖੀ ਦੱਸਾਂਗੇ, ਸਾਰੇ ਪਿੰਡ ਨੂੰ ਬਖਸ਼ਾਵਾਂਗੇ। ਸਾਰੇ ਜਿਹੜਾ ਹਨ ਇਹ ਅਵਸਰ, ਇਹ ਮੌਕਾ ਦਿਓ ਕਿ ਤੁਹਾਡੋਂ ਮਾਫੀ ਮੰਗ ਲੈਣ ਸਾਰੇ ਹੱਥ ਜੋੜ ਕੇ। ਅਗ ਓਗਨ ਮਹਿ ਹਮ ਗਲਤਾਨਾ। ਮਹਾਰਾਜ ਬਹੁਤੀਆਂ ਪਾਪਾਂ ਵਿੱਚ ਅਸੀਂ ਫਸੇ ਹੋਏ ਹਾਂ। ਹਿੰਸਾ ਮਹਿ ਦਿਨ ਰਹਿਣ ਬਿਤਾਨਾ। ਅਸੀਂ ਤਾਂ ਮਾਰਨ ਮਰਨ ਦੇ ਵਿੱਚ ਹੀ ਰਾਤ ਦਿਨ ਬਤੀਤ ਕਰਦੇ ਹਾਂ। ਦੀਨ ਭਏ ਅਵਲੋਕ ਗੁਸਾਈ। ਉਹਨਾਂ ਨੂੰ ਜਦੋਂ ਦੇਖਿਆ ਵੀ ਹੁਣ ਨਿਮਰਤਾ ਵਿੱਚ ਆ ਗਏ, ਇਹਨਾਂ ਨੂੰ ਅਹਿਸਾਸ ਹੋ ਗਿਆ, ਰੀਅਲਾਈਜੇਸ਼ਨ ਹੋ ਗਿਆ, ਤਾਂ ਮਹਾਰਾਜ ਨੇ ਗੁਸਾਈ ਇਸ ਸੰਸਾਰ ਦੇ ਮਾਲਿਕ ਗੁਰੂ ਨਾਨਕ ਸਾਹਿਬ ਜੀ ਨੇ ਅਦੇ ਗ੍ਰਾਮ ਕੀ ਦਿਸ ਤਿਸ ਥਾਈ। ਮਹਾਰਾਜ ਉਹਨਾਂ ਦੇ ਨਾਲ ਵਾਪਸ ਉਹਨਾਂ ਦੇ ਪਿੰਡ ਨੂੰ ਜਾ ਰਹੇ ਹਨ। ਸ੍ਰੀ ਗੁਰੂ ਕੋ ਲੈ ਸੰਗ ਸੋ ਆਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ 4 ਠੱਗ ਆ ਰਹੇ ਹਨ। ਭਾਈ ਬਾਲਾ ਤੇ ਭਾਈ ਮਰਦਾਨਾ ਜੀ ਵੀ ਨਾਲ ਹਨ। ਸਰਬ ਪ੍ਰਸੰਗ ਹੈ ਗ੍ਰਾਮ ਸੁਨਾਏ। ਸਾਰਾ ਪ੍ਰਸੰਗ ਜਾ ਕੇ ਗ੍ਰਾਮ ਪਿੰਡ ਦੇ ਲੋਕਾਂ ਨੂੰ ਸੁਣਾਇਆ ਉਹਨਾਂ ਨੇ। ਤੋ ਸਥਾਨ ਜਹਾਂ ਤਿਨ ਨੀਕਾ। ਕਹਿਣਗੇ ਜਿੱਥੇ ਸੋਹਣਾ ਚੰਗਾ ਥਾਂ ਸੀ, ਉੱਤਮ ਥਾਂ ਸੀਗਾ, ਜਿੱਥੇ ਤਹਿ ਬਿਠਾਏ ਬੇਦੀ ਕੁਲ ਟੀਕਾ। ਬੇਦੀ ਕੁਲ ਦੇ ਟੀਕਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਬਿਠਾਇਆ ਸਤਕਾਰ ਦੇ ਨਾਲ। ਧਰਹਿ ਉਪਾਇ ਨ ਬੰਧਨ ਕਰਹੀ। ਮਹਾਰਾਜ ਦੇ ਅੱਗੇ ਭੇਟਾਵਾਂ ਰੱਖ ਕੇ ਮੱਥਾ ਟੇਕਿਆ ਸਾਰੇ ਠੱਗਾਂ ਨੇ ਆ ਕੇ। ਉਸਤਤ ਬਾਰੰਬਾਰ ਉਚਰਹੀ। ਮਹਾਰਾਜ ਦੀ ਉਸਤਤ ਕਰਦੇ ਹਨ, ਵਾਰ-ਵਾਰ ਸਤਿਗੁਰਾਂ ਦੀ ਉਸਤਤ ਕਰਦੇ ਹਨ। ਜਿਸ ਪ੍ਰਕਾਰ ਹੋਇ ਭਲਾ ਹਮਾਰਾ। ਹੁਣ ਬੇਨਤੀ ਕੀਤੀ ਸਾਰਿਆਂ ਨੇ ਇਕੱਠੇ ਹੋ ਕੇ, ਸਤਿਗੁਰੂ ਜੀ ਉਹ ਸਾਨੂੰ ਰਸਤਾ ਦੱਸੋ, ਉਹ ਸਾਨੂੰ ਹੁਣ ਮਾਰਗ ਉੱਤੇ ਪਾਓ ਜਿਹਦੇ ਕਰਕੇ ਸਾਡਾ ਭਲਾ ਹੋ ਜਾਵੇ। ਸਿਖਵਨ ਸੋ ਸਿਖਾਏ ਉਧਾਰਾ। ਮਹਾਰਾਜ ਉਹ ਉਪਦੇਸ਼ ਸਾਨੂੰ ਸਿਖਾਉਣਾ ਕਰੋ ਜਿਹਦੇ ਕਰਕੇ ਸਾਡਾ ਉਧਾਰ, ਅਸੀਂ ਲਿਬਰੇਟ ਹੋ ਜਾਈਏ। ਮਾਨਵ ਸਰਬ ਕੁਕਰਮਨ ਲਾਗੇ। ਮਹਾਰਾਜ ਅਸੀਂ ਮਨੁੱਖਾ ਜਨਮ ਪਾ ਕੇ ਸਾਰੀ ਪਾਪਾਂ ਵਿੱਚ ਹੀ ਫਸੇ ਰਹੇ ਹੁਣ ਤੱਕ। ਸਮਝ ਪਰੇ ਤੁਮ ਦਰਸ਼ਨ ਪਾਗੇ। ਤੁਹਾਡੇ ਦਰਸ਼ਨ ਕਰਕੇ ਸਾਨੂੰ ਸਮਝ ਪਈ ਹੈ ਕਿ ਜੀਵਨ ਦਾ ਲਕਸ਼ ਕੀ ਹੈ। ਜੀਵਨ ਝੂਠਾ ਹੈ। ਮਰਨ ਵੇਲੇ ਕਿੰਨਾ ਦੁੱਖ ਪ੍ਰਾਣੀ ਨੂੰ ਸਹਿਣਾ ਪੈਂਦਾ ਆਪਣੇ ਪਾਪਾਂ ਕਰਕੇ, ਤੇ ਬਾਅਦ ਵਿੱਚ ਨਰਕਾਂ ਦਾ ਦੁੱਖ ਸਹਿਣਾ ਪੈਂਦਾ ਹੈ। ਬਿਨੈ ਸੁਣੀ ਤਿਨ ਕੀ ਗੁਣ ਖਾਨੀ। ਗੁਨਾਹ ਦੀ ਖਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦੀ ਬੇਨਤੀ ਸੁਣੀ। ਸੁਖਦ ਮੁਕਤ ਦਾ ਬੋਲੇ ਬਾਣੀ। ਸੁੱਖਾਂ ਦੇ ਦਾਤੇ ਤੇ ਮੁਕਤੀ ਦੇ ਦਾਤੇ ਸਤਿਗੁਰੂ ਜੀ ਬੋਲੇ। ਨਿੰਦ ਜੀਵ ਕਾ ਪਾਛਲ ਤਿਆਗ ਹੋ। ਕਹਿਣ ਲੱਗੇ ਪਹਿਲੀ ਗੱਲ ਹੈ ਇਹ ਨਿੰਦਿਆ ਰੂਪੀ ਜਿਹੜੀ ਜੀਵਕਾ ਹੈ, ਇਹ ਜਿਹੜੀ ਭੈੜੀ ਤੁਹਾਡੀ ਜੀਵਕਾ ਹੈ, ਅਰਨ ਆਫ ਲਿਵਿੰਗ ਦਾ ਮੈਥਡ ਜਿਹੜਾ ਭੈੜਾ ਹੈ ਤੁਹਾਡਾ, ਇਹਨੂੰ ਤਿਆਗ ਦਿਓ, ਇਹਨੂੰ ਛੱਡ ਦਿਓ। ਹੁਣ ਕਿਰਖੀ ਕਰਨ ਭਲੇ ਮਗ ਲਾਗੋ। ਦੇਖੋ ਤੁਸੀਂ ਹੁਣ ਖੇਤੀ ਕਰਿਆ ਕਰੋ, ਖੇਤੀਬਾੜੀ ਕਰੋ, ਖੇਤ ਲਾਓ ਤੇ ਉਹ ਖੇਤਾਂ ਵਿੱਚੋਂ ਹੀ ਆਪਣੀ ਉਪਜੀਵਕਾ ਬਣਾਓ। ਅਬ ਜੇ ਤੋ ਘਰ ਮਹਿ ਹੋ ਦਰਬਾਰ। ਮਹਾਰਾਜ ਨੇ ਦੇਖੋ ਕੈਸਾ ਉਹਨਾਂ ਨੂੰ ਕੰਡੀਸ਼ਨ ਦਿੱਤੀ। ਮਹਾਰਾਜ ਕਹਿੰਦੇ ਜਿੰਨਾ ਵੀ ਤੁਹਾਡੇ ਘਰ ਵਿੱਚ ਹੁਣ ਮਾਇਆ ਪਈ ਹੈ, ਵੈਲਥ, ਸੋਨਾ ਜਿਹੜਾ ਤੁਸੀਂ ਲੁੱਟਿਆ ਹੋਇਆ ਘਰ ਵਿੱਚ ਪਿਆ ਹੈ, ਪਾਪਨ ਕਾ ਸੋ ਲੁਟਾਵ ਹੋ ਸਰਬਾ। ਉਹ ਪਾਪਾਂ ਵਾਲਾ ਹੈ, ਉਹਨੂੰ ਤੁਸੀਂ ਨਹੀਂ ਵਰਤਣਾ ਕਿਉਂਕਿ ਪਾਪ ਨਾਲ ਕਮਾਇਆ ਹੋਇਆ ਹੈ। ਕਿਸੇ ਲੋਕਾਂ ਨੂੰ ਮਾਰ ਕੇ ਕਮਾਇਆ ਹੋਇਆ, ਲੁੱਟਿਆ ਹੋਇਆ ਜਿਹੜਾ ਸਮਾਨ ਉਹ ਪਾਪਾਂ ਦਾ ਹੁੰਦਾ ਹੈ। ਸੋ ਇਹ ਪਾਪਾਂ ਦਾ ਜਿੰਨਾ ਵੀ ਤੁਹਾਡੇ ਕੋਲ ਵੈਲਥ ਹੈ ਇਹਨੂੰ ਲੁਟਾ ਦਿਓ, ਵੰਡ ਦਿਓ ਲੋਕਾਂ ਵਿੱਚ, ਗਰੀਬਾਂ ਨੂੰ ਦੇ ਦਿਓ, ਕਿਤੇ ਲਟਾ ਦਿਓ ਇਸ ਨੂੰ। ਕਰੋ ਕਮਾਈ ਹੱਥਨ ਸੰਗਾ। ਤੇ ਹੁਣ 10 ਨੋਹਾਂ ਦੀ ਕਿਰਤ ਕਰਨੀ ਹੈ, ਹੱਥਾਂ ਦੇ ਨਾਲ ਆਪਣੀ ਉਪਜੀਵਕਾ ਕਮਾਉਣੀ ਹੈ, ਖੇਤੀਬਾੜੀ ਕਰਨੀ ਹੈ। ਤੇ ਮਹਿ ਕਰੋ ਪੁੰਨ ਸੋ ਉਮੰਗਾ। ਹਾਂ ਕਹਿਣਗੇ ਤੇ ਮੈਂ ਉਹ ਜਿਹੜੀ ਖੇਤੀਬਾੜੀ ਕਰਨ ਦੇ ਨਾਲ ਹੀ ਤੁਹਾਡੇ ਜੀਵਨ ਵਿੱਚ ਪੁੰਨ ਆਉਣਗੇ। ਤੇ ਪੁੰਨ ਤਾਂ ਆਉਣਗੇ ਜੇ ਤੁਸੀਂ 10 ਨੋਹਾਂ ਦੀ ਕਿਰਤ ਕਰਕੇ ਵੰਡ ਕੇ ਛਕੋਗੇ। ਗ੍ਰਾਮ ਵਿਖਿਆ ਧਰਮਸ਼ਾਲਾ ਰਚੀਏ। ਤੇ ਗ੍ਰਾਮ ਪਿੰਡ ਦੇ ਵਿੱਚ ਧਰਮਸ਼ਾਲਾ ਬਣਾਓ ਹੁਣ। ਅਸਨ ਖਵਾਏ ਅਤਿਥ ਪੁੰਨ ਅਚੀਏ। ਤੇ ਆਉਂਦੇ ਜਾਂਦੇ ਅਤਿਥੀ ਨੂੰ, ਵਿਜ਼ਿਟਰ ਨੂੰ ਜਿਹੜਾ ਹੈ ਤੁਸੀਂ ਉਹਨਾਂ ਦੀ ਸੇਵਾ ਕਰਿਆ ਕਰੋ। ਭੁੱਖੇ ਨੂੰ ਰੋਟੀ ਦਿਆ ਕਰੋ, ਨੰਗੇ ਨੂੰ ਕੱਪੜਾ ਦਿਆ ਕਰੋ, ਤੇ ਜਿਹੜਾ ਰਹਿਣ ਵਾਸਤੇ ਉਹਨਾਂ ਨੂੰ ਘਰ ਦਿਆ ਕਰੋ, ਉਹਨਾਂ ਦੀ ਜਿਹੜੇ ਹਨ ਸੇਵਾ ਕਰਿਆ ਕਰੋ। ਸਤਨਾਮ ਕੋ ਸਿਮਰਨ ਕਰਨੋ। ਤੇ ਹਰ ਵੇਲੇ ਸਤਨਾਮ ਵਾਹਿਗੁਰੂ ਦਾ ਸਿਮਰਨ ਹੀ ਕਰਨਾ ਹੈ। ਮੰਤਰ ਸਰਬ ਕਲੋਖਨ ਕੋ ਹਰਨੋ। ਕਹਿਣਗੇ ਮੰਤਰ ਵਾਹਿਗੁਰੂ ਮੰਤਰ ਜਿਹੜਾ ਹੈ ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ। ਕਿਰਤ ਕਰੋ ਆਪਣੀ ਦਿਨ ਮਾਹੀ। ਕਹਿਣਗੇ ਆਪਣੀ ਕਿਰਤ ਕਰੋ, ਸਾਰੇ ਦਿਨ ਵਿੱਚ ਮਿਹਨਤ ਕਰੋ, ਜਿਹੜਾ ਖੇਤੀਬਾੜੀ ਦਾ ਕੰਮ ਕਰੋ, ਤੇ ਵੰਡ ਕੇ ਜਿਹੜਾ ਦਸਵੰਧ ਕੱਢ ਕੇ ਜਿਹੜਾ ਹੈ ਸਿੱਖਾਂ ਦੀ ਸੇਵਾ ਕਰੋ। ਮਿਲੋ ਸਾਂਝ ਧਰਮਸ਼ਾਲਾ ਜਾਹੀ। ਤੇ ਜਦੋਂ ਸਾਂਝ ਪਵੇ, ਜਦੋਂ ਸਨਸੈਟ ਦਾ ਵੇਲਾ ਆਵੇ, ਸਾਰੇ ਧਰਮਸ਼ਾਲਾ ਵਿੱਚ ਆ ਕੇ ਸ੍ਰੀ ਰਹਿਰਾਸ ਦਾ ਪਾਠ ਜਿਵੇਂ ਕਰੀਦਾ ਹੈ, ਕਹਿੰਦੇ ਉਵੇਂ ਆ ਕੇ ਜੁੜਿਆ ਕਰੋ ਸਤਸੰਗ ਵਿੱਚ। ਹਾਂ ਬੈਠ ਪ੍ਰਭ ਕੀਰਤ ਗਾਵੋ। ਤੇ ਉੱਥੇ ਬੈਠ ਕਰਕੇ ਪ੍ਰਮਾਤਮਾ ਦੀ ਕੀਰਤੀ ਗਾਇਆ ਕਰੋ ਇਕੱਠੇ ਹੋ ਕੇ ਸੰਗਤ ਰੂਪ ਵਿੱਚ। ਹੋਰ ਹੋਤ ਨਾ ਮਹਿ ਲਿਵ ਬੁਲਾਵੋ। ਤੇ ਸਵੇਰ ਹੁੰਦਿਆਂ ਸਾਰ ਪ੍ਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਹਿਰਦੇ ਵਿੱਚ ਹੱਥ ਪੈਰਾਂ ਨਾਲ ਕੰਮ ਕਰਿਆ ਕਰੋ। ਸੰਤ ਅਤਿਥ ਕੀ ਸੇਵਾ ਕਰੀਏ। ਸੰਤਾਂ ਸਿੱਖਾਂ ਦੀ ਅਤਿਥਾਂ ਦੀ ਸੇਵਾ ਕਰਿਆ ਕਰਨੀ ਹੈ। ਭਾਵੇਂ ਜਿਹੜਾ
ਜਿਹੜਾ ਕੋਈ ਸੰਤ ਹੋਵੇ, ਸਿੱਖ ਹੋਵੇ ਜਾਂ ਕੋਈ ਅਤਿਥੀ ਹੋਵੇ ਜਿਹੜਾ ਬਿਨਾਂ ਦੱਸਿਆਂ ਆਵੇ, ਉਹਦੀ ਵੀ ਸੇਵਾ ਕਰਨੀ ਹੈ। ਭਾਉ ਭਗਤ ਹਿਰਦੇ ਮਹਿ ਧਰਿਏ, ਪ੍ਰੇਮਾ ਭਗਤੀ ਆਪਣੇ ਹਿਰਦੇ ਵਿੱਚ ਧਾਰਨਾ ਕਰੋ। ਇਹ ਉਪਦੇਸ਼ ਸਦੀਵ ਕਮਾਵਹੁ, ਕਹਿੰਦੇ ਇਹੀ ਉਪਦੇਸ਼ ਹਮੇਸ਼ਾ ਵਾਸਤੇ ਕਮਾਉਣਾ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਮਰਾ ਭਲਾ ਹੋਏ ਸੁਖ ਪਾਵਹੁ, ਤੁਹਾਡਾ ਇਸ ਉਪਦੇਸ਼ ਨੂੰ ਕਮਾਉਣ ਵਿੱਚ ਹੀ ਭਲਾ ਹੋਵੇਗਾ। ਬਾਨੇ ਬਚਨ ਗੁਰੂ ਕੇ ਸਭ ਹੀ, ਸਾਰਿਆਂ ਉਹ ਠੱਗਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨੇ। ਦਰਬ ਲੁਟਾਏ ਦੀਨ ਤਿਨ ਤਬ ਉਹਨਾਂ ਨੇ ਹੀ, ਆਪਣੇ ਘਰ ਦਾ ਜਿਨ੍ਹਾਂ ਪਾਪਾਂ ਵਾਲਾ ਕਮਾਇਆ ਹੋਇਆ ਜਿਹੜਾ ਹਨ ਕਮਾਈ ਸੀਗੀ, ਮਾਇਆ ਸੀ, ਉਹ ਸਾਰੀ ਲੁਟਾ ਦਿੱਤੀ। ਖੇਤੀ ਕਰਨ ਲਗਿਓ ਸਭ ਗ੍ਰਾਮਾ, ਸਾਰਾ ਗ੍ਰਾਮ, ਸਾਰਾ ਪਿੰਡ ਖੇਤੀਬਾੜੀ ਕਰਨ ਲੱਗ ਪਿਆ। ਪੂਰਬ ਕੋ ਤਜ ਦਇਓ ਕੁਕਰਮਾ, ਉਹ ਜਿਹੜਾ ਪਹਿਲਾਂ ਠੱਗੀ ਕਰਦੇ ਸਨ, ਚੋਰੀ ਠੱਗੀ ਵਾਲਾ ਕੰਮ ਉਹਨਾਂ ਨੇ ਛੱਡ ਦਿੱਤਾ। ਪਹਿਲਾਂ ਤੋਂ ਜਿਹੜਾ ਕਰਦੇ ਆਏ ਸਨ। ਧਰਮਸਾਲ ਮਿਲ ਸਕਲ ਸਵਾਰੀ, ਸਾਰਿਆਂ ਨੇ ਮਿਲ ਕਰਕੇ ਧਰਮਸ਼ਾਲਾ ਬਣਾਈ ਆਪਣੀ 10 ਨੋਹਾਂ ਦੀ ਕਿਰਤ ਵਿੱਚੋਂ। ਭਾਉ ਭਗਤ ਕੇ ਭੇ ਅਧਿਕਾਰੀ, ਉਹ ਪ੍ਰੇਮਾ ਭਗਤੀ ਦੇ ਅਧਿਕਾਰੀ ਬਣੇ, ਕੁਆਲੀਫਾਈਡ ਹੋਏ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰਨ ਵਾਸਤੇ। ਸਿਮਰਨ ਲਾਗੇ ਵਾਹਿਗੁਰ ਨਾਮੂ, ਦੇਖੋ ਸਿਮਰਨ ਕਰਨ ਲੱਗੇ ਵਾਹਿਗੁਰੂ ਨਾਮ ਦਾ, ਵਾਹਿਗੁਰੂ ਦਾ ਨਾਮ ਉਹ ਜਪਣ ਲੱਗੇ। ਸਿੱਖੀ ਰੀਤ ਲੀਨ ਅਬਿਰਾਮੂ, ਉਹਨਾਂ ਨੇ ਸਿੱਖੀ ਦੀ ਰੀਤ ਜਿਹੜੀ ਹੈ ਧਾਰਨ ਕੀਤੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਚਰਨਾ ਅੰਮ੍ਰਿਤ ਉਹਨਾਂ ਨੂੰ ਬਖਸ਼ਿਸ਼ ਕਰਕੇ ਸਿੱਖ ਬਣਾਇਆ, ਤੇ ਸਿੱਖੀ ਰੀਤ ਦੇ ਵਿੱਚ ਜੋ ਬੜੀ ਸੁੰਦਰ ਸਿੱਖੀ ਰੀਤ ਹੈ ਉਹਨਾਂ ਨੇ ਕਮਾਉਣੀ ਕੀਤੀ। ਤੱਕ ਦਿਵਸ ਬਸ ਕਰ ਤਿਨ ਥਾਨਾ, ਮਹਾਰਾਜ ਕੁਝ ਕੁ ਦਿਨ ਉਹਨਾਂ ਕੋਲ ਰਹੇ, ਉਹਨਾਂ ਦੇ ਪਿੰਡ ਵਿੱਚ। ਭਾਉ ਭਗਤ ਬਿਦਨੀਕ ਦ੍ਰਿੜਾਨਾ, ਦੇਖੋ ਪ੍ਰੇਮਾ ਭਗਤੀ ਉਹਨਾਂ ਨੂੰ ਦ੍ਰਿੜ ਕਰਾ ਦਿੱਤੀ ਸਤਿਗੁਰਾਂ ਨੇ। ਬਖਸ਼ੇ ਸਰਬ ਪਾਪ ਤਿਨ ਕੇਰੇ, ਉਹਨਾਂ ਨੇ ਸਾਰੇ ਪਾਪ ਬਖਸ਼ ਦਿੱਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੁਆਫ ਕਰਤਾ, ਫੋਰਗਿਵ ਕਰ ਦਿੱਤਾ। ਔਰ ਚਲਾਏ ਪੰਥ ਭਲੇਰੇ, ਮਹਾਰਾਜ ਫੇਰ ਆਪਣੇ ਪੰਥ ਰਸਤੇ ਤੇ ਆਗੇ ਚਲੇ ਹਨ। ਅੱਗੇ ਹੋਰ ਵਿਦਾ ਭਏ ਤਿਨ ਤੇ ਬਰੇ ਆਈ, ਉਹਨਾਂ ਤੋਂ ਜੋਰੋ ਜਰਬੀ ਸਤਿਗੁਰੂ ਜੀ ਵਿਦਾ ਹੋਏ। ਉਹ ਤਾਂ ਜਾਣ ਨਹੀਂ ਦਿੰਦੇ ਸਨ, ਪਰ ਮਹਾਰਾਜ ਕਹਿੰਦੇ ਨਹੀਂ ਜਾਣਾ ਹੀ ਪੈਣਾ ਹੈ। ਅੱਗੇ ਕੀਨੋ ਗਮਨ ਗੁਸਾਈ, ਮਹਾਰਾਜ ਨੇ ਅੱਗੇ ਜਾਣਾ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਬਾਲਾ ਤੇ ਭਾਈ ਮਰਦਾਨਾ ਜੀ ਨੇ। ਮਹਾ ਅਗੀ ਜਿਨ ਜਗਤ ਉਧਾਰੇ, ਦੇਖੋ ਮਹਾ ਪਾਪੀਆਂ ਨੂੰ ਜਿਹਦਾ ਉਧਾਰ ਜਿਨ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ। ਤਿਨ ਦਰਸ਼ਨ ਪਰ ਕਵ ਬਲਿਹਾਰੇ, ਤੇ ਉਹਨਾਂ ਦੇ ਦਰਸ਼ਨਾਂ ਤੋਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਹਾਰੇ ਜਾਂਦਾ ਹਾਂ। ਐਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਪਾਪੀਆਂ ਨੂੰ ਤਾਰਨ ਵਾਲੇ ਹਨ। ਮਹਾ ਅਗੀ ਜਿਨ ਜਗਤ ਉਧਾਰੇ, ਤਿਨ ਦਰਸ਼ਨ ਪਰ ਕਵ ਬਲਿਹਾਰੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਬਾਲਕ ਵਪਾਰੇ, ਬੰਚਕਨ ਪ੍ਰਸੰਗ ਵਰਣਨੰ ਨਾਮ ਪੰਚ ਦਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।